ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਮਰੀਕਾ ਹਮੇਸ਼ਾ ਇਸ ਗੱਲ ਦਾ ਪੱਖ ਪੂਰਦਾ ਰਿਹਾ ਕਿ ਸੰਸਾਰ ਦੇ ਵਿੱਚ ਹਿਊਮਨ ਰਾਈਟਸ ਦਾ ਯਾਨੀ ਮਨੁੱਖੀ ਅਧਿਕਾਰਾਂ ਦਾ ਖਾਸ ਖਿਆਲ ਰੱਖਿਆ ਜਾਵੇ ਹਰ ਕੰਮ ਦੇ ਵਿੱਚ, ਚਾਹੇ ਉਹ ਬਿਜ਼ਨਸ ਡੀਲ ਨੇ, ਚਾਹੇ ਉਹ ਕਿਸੇ ਹਥਿਆਰਾਂ ਨੂੰ ਲੈ ਕੇ ਡੀਲ ਹੁੰਦੀ ਹੈ। ਹਿਊਮਨ ਰਾਈਟਸ ਦਾ ਖਾਸ ਖਿਆਲ ਰੱਖਿਆ ਜਾਵੇ। ਜਿਹੜੀ ਹੁਣੇ ਇਹ ਜ਼ਿਆਦਾ ਘੋਸ਼ਣਾ ਹੋਈ ਹੈ ਕਿ ਸਾਰੇ ਰਸਾਇਣਿਕ ਹਥਿਆਰ ਖਤਮ ਕਰ ਦਿੱਤੇ ਗਏ ਨੇ, ਉਹ ਵੀ ਹਿਊਮਨ ਰਾਈਟਸ ਦੇ ਆਧਾਰ ਦੇ ਉੱਤੇ ਹੀ ਹੈ। ਔਰ ਜੋ ਕੌਨਸਟੀਟਿਊਸ਼ਨ ਆਫ ਅਮਰੀਕਾ ਹੈ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਉਹਦੇ ਵਿੱਚ ਵੀ ਹਿਊਮਨ ਰਾਈਟਸ ਦਾ ਹੀ ਜ਼ਿਕਰ ਹੈ। ਦੇਖਿਆ ਜਾਵੇ ਤਾਂ ਦੁਨੀਆ ਦੇ ਸਾਰੇ ਸੰਵਿਧਾਨ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ। ਇਸ ਕਰਕੇ ਜਿੰਨੀਆਂ ਵੀ ਕਾਨਫਰੰਸਿਸ ਹੁੰਦੀਆਂ ਨੇ, ਜਿੰਨੇ ਵੀ ਸੰਮੇਲਨ ਹੁੰਦੇ ਨੇ ਇੰਟਰਨੈਸ਼ਨਲ ਲੈਵਲ 'ਤੇ, ਚਾਹੇ ਉਹ G20 ਹੈ, G7 ਹੈ, UNESCO ਦੇ ਨੇ, UN ਹੁੰਦੇ ਨੇ, ਕੋਈ ਵੀ ਹੋਵੇ, ਹਿਊਮਨ ਰਾਈਟਸ ਦਾ ਖਾਸ ਜ਼ਿਕਰ ਹੁੰਦਾ। ਕਿਉਂਕਿ ਦੁਨੀਆ ਦੇ ਵਿੱਚ ਅੱਜ ਅਸੀਂ ਇਹ ਮਹਿਸੂਸ ਕਰਦੇ ਹਾਂ ਜੋ ਅਸ਼ਾਂਤੀ ਹੈ, ਯੁੱਧ ਨੇ, ਇਸ ਕਰਕੇ ਹਿਊਮਨ ਰਾਈਟਸ ਦਾ ਘਾਣ ਹੋ ਰਿਹਾ ਹੈ। ਹਿਊਮਨ ਰਾਈਟਸ ਨੂੰ ਬਚਾਉਣ ਵਾਸਤੇ ਹਮੇਸ਼ਾ ਕੋਸ਼ਿਸ਼ ਹੁੰਦੀ ਰਹਿਣੀ ਚਾਹੀਦੀ ਹੈ। ਈਵਨ ਕਈ ਵਾਰ ਕਈ ਹਥਿਆਰਾਂ ਦੇ ਸੌਦੇ ਕੈਂਸਲ ਵੀ ਕਰ ਦਿੱਤੇ ਜਾਂਦੇ ਨੇ। ਰਸ਼ੀਆ ਤੇ ਇੰਡੀਆ ਦਾ ਕਈ ਹਥਿਆਰਾਂ ਦਾ, ਐਰੋਪਲੇਨਸ ਦਾ, ਜੋ ਜੈਟ ਫਾਈਟਰ ਨੇ ਉਹਨਾਂ ਦਾ, ਜਾਂ ਜੋ ਫਾਈਟਰ ਪਲੇਨਸ ਨੇ ਉਹਨਾਂ ਦਾ ਵੀ ਸੌਦਾ ਕਈ ਵਾਰ ਕੈਂਸਲ ਹੋਇਆ ਹੈ, ਕਿਉਂਕਿ ਹਿਊਮਨ ਰਾਈਟਸ ਦਾ ਵਿਸ਼ਾ ਵਿੱਚ ਆ ਗਿਆ। ਇਸ ਕਰਕੇ ਹੁਣ ਜਦੋਂ ਦੁਨੀਆ ਨੂੰ ਅਸੀਂ ਇੱਕ ਕਰਨ ਜਾ ਰਹੇ ਹਾਂ, ਨਿਊ ਵਰਲਡ ਆਰਡਰ ਦੀ ਗੱਲ ਕਰ ਰਹੇ ਹਾਂ, ਪੂਰੀ ਦੁਨੀਆ ਇੱਕ ਪਰਿਵਾਰ ਬਣਨ ਜਾ ਰਹੀ ਹੈ, ਤਾਂ ਜਦੋਂ ਤੱਕ ਅਸੀਂ ਇੱਕ ਦੂਜੇ ਦੇ ਰਾਈਟਸ ਨੂੰ ਨਹੀਂ ਪਛਾਣਾਂਗੇ, ਇੱਕ ਦੂਜੇ ਦੇ ਪ੍ਰਤੀ ਆਪਣੇ ਫਰਜ਼ਾਂ ਨੂੰ ਨਹੀਂ ਪਛਾਣਾਂਗੇ, ਉਦੋਂ ਤੱਕ ਇਹ ਸਭ ਸੰਭਵ ਨਹੀਂ। ਦੁਨੀਆ ਨੂੰ ਇਕੱਠਾ ਕਰਨਾ ਸੰਭਵ ਨਹੀਂ, ਕਿਉਂਕਿ ਹਰੇਕ ਇਨਸਾਨ ਨੂੰ ਆਪਣੇ ਹੱਕ ਪਿਆਰੇ ਹੁੰਦੇ ਨੇ। ਅਤੇ ਨਾਲ ਦੀ ਨਾਲ ਇਹ ਵੀ ਸੋਚ ਹੋਣੀ ਚਾਹੀਦੀ ਹੈ ਕਿ ਸਾਨੂੰ ਆਪਣੀ ਡਿਊਟੀ ਵੀ ਪਿਆਰੀ ਹੋਵੇ, ਕਿਉਂਕਿ ਜਦੋਂ ਮੈਂ ਆਪਣੀ ਡਿਊਟੀ ਪੂਰੀ ਕਰਾਂਗਾ ਉਹ ਤੁਹਾਡੇ ਹੱਕ ਬਣਨਗੇ, ਜਦੋਂ ਤੁਸੀਂ ਆਪਣੀ ਡਿਊਟੀ ਪੂਰੀ ਕਰੋਗੇ ਉਹ ਮੇਰੇ ਹੱਕ ਬਣਨਗੇ। ਇਸ ਕਰਕੇ ਮਨੁੱਖੀ ਅਧਿਕਾਰ ਖਾਸ ਤਵੱਜੋ ਦਾ ਵਿਸ਼ਾ ਹੋਣਾ ਚਾਹੀਦਾ। ਹੁਣ ਚੱਲਦੇ ਹਾਂ ਅਸੀਂ ਆਪਣੇ ਪੰਜਾਬ ਦੇ ਵਿਸ਼ਿਆਂ ਵੱਲ, ਆਪਣੇ ਭਾਰਤ ਦੇ ਵਿਸ਼ਿਆਂ ਵੱਲ। ਸਟੂਡੀਓਸ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਜੀ। ਬਲਕਾਰ ਸਿੰਘ ਜੀ, ਹਿਊਮਨ ਰਾਈਟਸ ਦੀ ਗੱਲ ਹੋ ਰਹੀ ਹੈ ਅਮਰੀਕਾ ਦੇ ਵਿੱਚ। ਜੋ ਬਾਈਡਨ ਸਾਹਿਬ ਇਹ ਗੱਲ ਕਰ ਰਹੇ ਨੇ ਕਿ ਪੂਰੀ ਦੁਨੀਆ ਦੇ ਵਿੱਚ ਹਰੇਕ ਦੇਸ਼ ਨੂੰ, ਜਿਹੜੇ ਪੋਲੀਟੀਕਲ ਨੁਮਾਇੰਦੇ ਨੇ, ਡਿਪਲੋਮੈਟਸ ਨੇ, ਹਰ ਬੰਦੇ ਨੂੰ, ਹਰ ਬਿਊਰੋਕਰੈਟ ਨੂੰ, ਹਰ ਪਾਲਿਸੀ ਦਾ ਆਧਾਰ ਹੋਣਾ ਚਾਹੀਦਾ ਹਿਊਮਨ ਰਾਈਟਸ। ਵੈਸੇ ਜਦੋਂ ਸੋਸਾਇਟੀ ਜਾਂ ਸਮਾਜ ਦੀ ਬਣਤਰ ਹੋਈ ਹੈ, ਜਦੋਂ ਸਮਾਜ ਦਾ ਉਥਾਨ ਹੋਇਆ, ਉਦੋਂ ਜਿਹੜਾ ਮਾਨਵ ਅਧਿਕਾਰਾਂ ਦੀ ਗੱਲ ਦੀ ਚਰਚਾ ਰਹੀ ਆ, ਮਾਨਵ ਅਧਿਕਾਰਾਂ ਦੀ ਗੱਲਬਾਤ ਹੋਈ ਆ, ਔਰ ਹਰ ਦੇਸ਼ ਦੇ ਵਿੱਚ ਇਹਦੇ ਨਾਅਰੇ ਲੱਗੇ ਆ। ਹਰ ਦੇਸ਼ ਦੇ ਲੋਕ ਚਾਹੁੰਦੇ ਨੇ ਕਿ ਜਿਹੜਾ ਹਿਊਮਨ ਰਾਈਟਸ ਹੈ, ਇਹਦਾ ਸਾਰਿਆਂ ਨੂੰ ਅਧਿਕਾਰ ਮਿਲਣਾ ਜ਼ਰੂਰੀ ਹੈਗਾ। ਜਿਹੜੇ ਵਿਕਸਿਤ ਦੇਸ਼ ਆ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਇਹਦੀ ਉਣਤਾ ਰਹੀ ਆ, ਔਰ ਬਾਕੀ ਦੇਸ਼ਾਂ ਦੇ ਵਿੱਚ ਆਪਣੇ ਰਾਈਟਸ ਜਿਹੜੇ ਆ ਉਹਨਾਂ ਨੂੰ ਲੈ ਕੇ ਉਹ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਜਾਂ ਵਿਕਾਸ ਕਰ ਚੁੱਕੇ ਦੇਸ਼ਾਂ ਵਿੱਚ ਜਿਹੜੇ ਵੀ ਲੋਕ ਬੈਠੇ ਨੇ ਉਹ ਆਪਣੇ ਅਧਿਕਾਰਾਂ ਦੀ ਪਹਿਚਾਣ ਨਾਲ ਚੱਲ ਰਹੇ ਅੱਗੇ। ਕਾਨਸਟੀਟਿਊਸ਼ਨ ਦੀ ਧਾਰਾ ਦੇ ਵਿੱਚ ਵੀ ਇਹਦਾ ਜਿਹੜਾ ਅੰਕਿਤ ਕੀਤਾ ਗਿਆ ਗਾ। ਜਦੋਂ ਅੰਬੇਦਕਰ ਸਾਹਿਬ ਨੇ ਕਾਨਸਟੀਟਿਊਸ਼ਨ ਬਣਾਇਆ ਸੀਗਾ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ ਹੋਈ, ਹਿਊਮਨ ਰਾਈਟਸ ਦੀ ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਆ, ਜਿਹੜੇ ਮੁੱਢਲੇ ਅਧਿਕਾਰ ਹੈਗੇ ਆ ਜਾਂ ਜਿਹੜੇ ਸਾਡੇ ਫਰਜ਼ ਹੈਗੇ, ਉਹਨਾਂ ਨੂੰ ਦੋਵਾਂ ਨੂੰ ਮਿਲ ਕੇ ਬਣਾਇਆ ਗਿਆ ਕਿ ਜਿਹਦੇ ਵਿੱਚ ਉਹਨਾਂ ਦੀ ਆਪਣੀ ਆਜ਼ਾਦੀ ਵੀ ਹੈਗੀ ਆ, ਉਹਨਾਂ ਨੂੰ ਬੋਲਣ ਦਾ ਅਧਿਕਾਰ ਵੀ ਹੈਗਾ, ਉਹਨਾਂ ਦੀ ਵੈਲਫੇਅਰ ਵੀ ਹੈਗੀ, ਉਹਨਾਂ ਦੇ ਕਾਰਜਸ਼ੀਲ ਕੰਮ ਵੀ ਹੈਗੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਵਿੱਚ ਹੈ। ਜਦੋਂ ਕਿਤੇ ਵਿਪਤਾ ਪੈਂਦੀ ਹੈ ਕਿਸੇ ਬੰਦੇ ਨੂੰ ਜਾਂ ਕਿਸੇ ਸਮਾਜ ਨੂੰ, ਤਾਂ ਜੋ ਸਿਰਫ ਤੇ ਸਿਰਫ ਇਸੇ ਗੱਲ ਦਾ ਨਾਅਰਾ ਲੱਗਦਾ ਹੈਗਾ ਕਿ ਹਿਊਮਨ ਰਾਈਟਸ ਜਿਹੜੇ ਹੈਗੇ ਉਹਨਾਂ ਵਿੱਚ ਕਿੱਥੇ ਗਏ ਆ, ਉਹ ਮਨੁੱਖੀ ਅਧਿਕਾਰ ਕਿੱਥੇ ਗਏ ਆ, ਲੋਕਾਂ ਦਾ ਕਿਉਂ ਨਹੀਂ ਇਹ ਪੈਰਵਾਈ ਹੋਈ। ਉਦੋਂ ਲੋਕ ਸਾਰੇ ਯੂਨਾਈਟ ਹੋ ਜਾਂਦੇ ਆ। ਪੂਰੇ ਵਿਸ਼ਵ ਵਿੱਚ ਇੱਕੋ ਤਰ੍ਹਾਂ ਦਾ ਇਹ ਸਾਰਾ ਕੁਝ ਹੈਗਾ ਕਿ ਮਨੁੱਖ ਨੂੰ ਜਿਉਂਦੇ ਰਹਿਣ ਲਈ ਬੜਾ ਕੁਝ ਚਾਹੀਦਾ ਹੈਗਾ। ਉਹਦੀਆਂ ਬੇਸਿਕ ਨੀਡ ਹੈ, ਉਹਦੀਆਂ ਮੁੱਢਲੀਆਂ ਲੋੜਾਂ ਹੈਗੀਆਂ, ਉਹਨਾਂ ਦੇ ਕਿਸੇ ਦਾ ਗਲਬਾ ਨਹੀਂ ਹੋਊਗਾ। ਉਹ ਆਪਣੇ ਤੌਰ 'ਤੇ ਆਪਣੇ ਨਿੱਜੀ ਜਿਹੜੇ ਉਹਦੇ ਅਧਿਕਾਰ ਹੈ ਉਹਨਾਂ ਨੂੰ ਲੈ ਕੇ ਤਦ ਦੇਸ਼ ਦੀ ਅਤੇ ਪੂਰੇ ਜਿਹੜੀ ਆ ਇੰਡੀਆ ਦੀ ਜਿਸ ਤਰ੍ਹਾਂ ਦੀ ਆਜ਼ਾਦੀ ਹੈ ਉਹਨੂੰ ਮਾਨਣ ਦਾ ਉਹਦੇ ਵਿੱਚ ਸ਼ੌਕ ਹੁੰਦਾ। ਬਿਲਕੁਲ ਸਹੀ ਗੱਲ ਹੈ। ਔਰ ਇਸੇ ਚੀਜ਼ ਨੂੰ ਆਧਾਰ ਅਸੀਂ ਜਦੋਂ ਬਣਾਉਂਦੇ ਹਾਂ ਤਾਂ ਦੇਖਦੇ ਹਾਂ ਕਿ ਜੋ ਪੰਜਾਬ ਦੇ ਵਿੱਚ ਇਸ ਵਕਤ ਹੜ੍ਹਾਂ ਦੀ ਸਥਿਤੀ ਹੈ, ਹਿਊਮਨ ਰਾਈਟਸ ਦੀ ਗੱਲ ਹੈ ਜੀ। ਔਰ ਇਹ ਵੀ ਗੱਲ ਆਉਂਦੀ ਹੈ ਸਾਹਮਣੇ ਕਿ ਕਰਪਸ਼ਨ ਬਹੁਤ ਹੋਈ ਹੈ। ਜੋ ਸਾਂਭ ਸੰਭਾਲ ਹੋਣੀ ਚਾਹੀਦੀ ਸੀ ਸਾਰੇ ਇਨਫਰਾਸਟ੍ਰਕਚਰ ਦੀ, ਜਿੱਥੋਂ ਪਾਣੀ ਦਾ ਨਿਕਾਸ ਹੁੰਦਾ ਹੈ, ਉਹ ਨਹੀਂ ਕੀਤੀ ਗਈ। ਗੈਰ ਕਾਨੂੰਨੀ ਕਲੋਨੀਆਂ ਬਣਾਈਆਂ ਗਈਆਂ, ਹਾਈਵੇਜ਼ ਬਣਾਏ ਗਏ। ਇਸ ਕਰਕੇ ਉਹ ਸਾਰੀਆਂ ਨਹਿਰਾਂ, ਸੂਏ, ਕੱਸੀਆਂ ਸਭ ਬੰਦ ਹੋ ਗਈਆਂ। ਪਾਣੀ ਜਾਵੇ ਤੇ ਕਿੱਥੇ ਜਾਵੇ, ਕਿੱਧਰੋਂ ਨਿਕਲੇਗਾ? ਕਿਉਂਕਿ ਕੁਦਰਤ ਨੇ ਤਾਂ ਆਪਣਾ ਰਾਹ ਬਣਾਇਆ ਹੋਇਆ ਪਾਣੀ ਦੇ ਨਿਕਾਸ ਦਾ। ਨਿਵਾਣ ਨਾਲ ਆਉਣਾ ਹੀ ਪਾਣੀ, ਪਹਾੜਾਂ ਵੱਲੋਂ ਨਿਵਾਣ ਵੱਲ ਆਉਣਾ ਹੈ, ਪੰਜਾਬ ਦੇ ਮੈਦਾਨੀ ਇਲਾਕਿਆਂ ਵੱਲ ਨਿਕਲਣ ਵਾਸਤੇ ਕੋਈ ਥਾਂ ਨਹੀਂ ਕਿ ਉਹ ਦਰਿਆਵਾਂ 'ਚ ਚਲਾ ਜਾਵੇ, ਨਦੀਆਂ 'ਚ ਚਲਾ ਜਾਵੇ, ਅੱਗੋਂ ਸਮੁੰਦਰ 'ਚ ਚਲਾ ਜਾਵੇ। ਉੱਥੇ ਤਾਂ ਕਲੋਨੀਆਂ ਬਣਾ ਲਈਆਂ ਗੈਰ ਕਾਨੂੰਨੀ, ਹਾਈਵੇਜ਼ ਬਣ ਗਏ ਨੇ। ਸੋ ਉਹ ਪਾਣੀ ਕਿੱਧਰੋਂ ਜਾਵੇ? ਔਰ ਜਿੱਥੇ ਕਿਤੇ ਕੋਈ ਥਾਂ ਬਚੀ ਵੀ ਹੈ ਉਹਦੀ ਸਫਾਈ ਨਹੀਂ ਹੋਈ, ਉੱਥੇ ਝਾੜੀਆਂ ਬੂਝੇ ਉੱਗੇ ਹੋਏ ਨੇ, ਉਹ ਪਾਣੀ ਨੂੰ ਨਿਕਲਣ ਨਹੀਂ ਦਿੰਦੇ। ਇੱਧਰ ਦੇਖੋ ਪਹਾੜੀਆਂ ਗੰਜੀਆਂ ਕਰਕੇ ਰੱਖ ਦਿੱਤੀਆਂ ਸਾਰੀਆਂ, ਖਾਲੀ ਜੰਗਲਾਂ ਦੀ ਕਟਾਈ। ਜਿਹੜੇ ਦਰਖਤ ਸੀਗੇ ਉਹ ਰੋਕ ਲੈਂਦੇ ਸੀ ਹੜ੍ਹ ਦੇ ਪਾਣੀ ਨੂੰ, ਉਹ ਵੀ ਨਹੀਂ।
ਹੁਣ ਲੋਕਾਂ ਨੂੰ ਮਾਰ ਪੈਂਦੀ ਪਈ, ਹਮੇਸ਼ਾ ਆਮ ਇਨਸਾਨ ਨੂੰ ਹੀ ਮਾਰ ਝੱਲਣੀ ਪੈਂਦੀ ਹੈ। ਔਰ ਕਰਪਸ਼ਨ ਦਾ ਐਡਾ ਵੱਡਾ ਵਿਸ਼ਾ ਖੁੱਲ੍ਹ ਕੇ ਸਾਹਮਣੇ ਆ ਰਿਹਾ, ਇੱਦਾਂ ਕਰਾਂਗੇ ਜੀ, ਉੱਦਾਂ ਕਰਾਂਗੇ ਜੀ, ਨੱਟ ਇੱਦਾਂ ਹੋਣਾ ਚਾਹੀਦਾ ਜੀ, ਬੋਲਟ ਇੱਦਾਂ ਹੋਣਾ ਚਾਹੀਦਾ ਜੀ। ਹੁਣ ਕੀ ਫਾਇਦਾ ਉਹ ਗੱਲਾਂ ਕਰਨ ਦਾ? ਜੋ ਹੋਣਾ ਸੀ ਉਹ ਤਾਂ ਹੋ ਗਿਆ। ਜਿਨ੍ਹਾਂ ਦੇ ਘਰ ਉੱਜੜ ਗਏ ਉੱਜੜ ਗਏ, ਜਿਨ੍ਹਾਂ ਦੇ ਬੱਚੇ ਜਾਂ ਜਿਨ੍ਹਾਂ ਦੇ ਜਵਾਨ ਜਾਂ ਜਿਨ੍ਹਾਂ ਦੇ ਬਜ਼ੁਰਗ ਮਾਪੇ ਦਾ ਜੋ ਜੀ ਜਿਹਦਾ ਮਰ ਗਿਆ ਉਹ ਮਰ ਗਿਆ। ਹੁਣ ਉਹਦਾ ਕੀ ਕਰਾਂਗੇ ਅਸੀਂ? ਹੁਣ ਮੁਆਵਜ਼ਾ ਜਦੋਂ ਮਿਲੇਗਾ ਉਦੋਂ ਦੇਖਿਆ ਜਾਏਗਾ। ਫਸਲਾਂ ਦੀ ਤਬਾਹੀ ਜਿਹੜੀ ਹੋਈ ਉਹ ਵੱਖਰੀ ਹੋਈ, ਅੱਗੇ ਜਾ ਕੇ ਝੋਨੇ ਦਾ ਕੀ ਬਣਨਾ ਇਹ ਵੀ ਵੇਖਣ ਵਾਲੀ ਗੱਲ ਹੈ। ਸੋ ਕਰਪਸ਼ਨ ਨੇ ਇਹ ਹਾਲ ਕੀਤਾ। ਫਿਰ ਵੀ ਪੰਜਾਬ ਦੇ ਲੋਕ ਇੱਕ ਦੂਜੇ ਨੂੰ ਮੁੱਢਲੀ ਸਹਾਇਤਾ ਦੇ ਰਹੇ ਨੇ। ਗੁਰੂ ਸਾਹਿਬਾਨ ਦੀ ਕਿਰਪਾ ਨਾਲ ਗੁਰਦੁਆਰਾ ਸਾਹਿਬ ਵੱਲੋਂ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ, NRI ਦਾ ਭਾਈਚਾਰਾ ਵੀ ਅੱਗੇ ਆ ਗਿਆ। ਔਰ ਇਸ ਵਕਤ ਕਹਿੰਦੇ ਨੇ ਯਮੁਨਾ ਵੀ ਆਪਣੇ ਪੂਰੇ ਜਿਹੜਾ ਲੈਵਲ ਹੈ ਉਹਦਾ, ਜਿੰਨੀ ਉਹਦੇ 'ਚ ਪਾਣੀ ਦੀ ਕਪੈਸਿਟੀ ਸਮਾ ਸਕਦੇ ਉਸ ਤੋਂ ਉੱਪਰ ਵਹਿ ਰਹੀ ਹੈ, ਖਤਰੇ ਦੇ ਨਿਸ਼ਾਨ ਤੋਂ ਉੱਤੇ ਜਾ ਚੁੱਕੀ ਹੈ। ਇਸ ਕਰਕੇ ਦਿੱਲੀ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ। ਹਾਂ, ਜਿਸ ਤਰ੍ਹਾਂ ਨਾ ਇਹ ਜਿਹੜੀ ਹੜ੍ਹ ਦੀ ਮਾਰ ਆ ਗਈ, ਹੁਣ ਮੀਂਹ ਤਾਂ ਇਹਨੇ ਨਹੀਂ ਅਜੇ ਪਏ, ਪਰ ਹੜ੍ਹ ਦੀ ਮਾਰ ਇਸ ਕਰਕੇ ਆ ਗਈ ਆ। ਦਿੱਲੀ ਦੇ ਵਿੱਚ ਵੀ ਸੜਕਾਂ ਪਾਣੀ ਨਾਲ ਭਰ ਗਈਆਂ, ਜਿਸ ਤਰ੍ਹਾਂ ਦਰਿਆ ਬਣ ਗਿਆ ਉਸੇ ਤਰ੍ਹਾਂ ਸਾਰੇ ਗਲੀ ਬਾਜ਼ਾਰਾਂ ਵਿੱਚ ਭਰ ਚੁੱਕਿਆ ਹੈਗਾ। ਪੰਜਾਬ ਦੇ ਵਿੱਚ ਵੀ 14 ਜ਼ਿਲ੍ਹੇ ਜਿਹੜੇ ਪੰਜਾਬ ਦੇ ਹੈਗੇ ਪਾਣੀ ਦੀ ਮਾਰ ਹੇਠ ਆ ਗਿਆ, ਹਰਿਆਣਾ ਵੀ ਹੈਗਾ। ਔਰ ਇਹਦੇ ਵਿੱਚ ਇਹ ਗੱਲ ਹੈਗੀ ਆ, ਇਹ ਗੱਲ ਅੱਜ ਦੀ ਨਹੀਂ ਹੈਗੀ, ਜਦੋਂ ਵੀ ਹੜ੍ਹ ਆਉਂਦੇ ਆ। ਪਰ ਐਤਕੀ ਮੀਂਹ ਜਿਹੜਾ ਅਗੇਤਾ ਪੈ ਗਿਆ, 8 ਦਿਨ ਪਹਿਲੋਂ ਮੌਨਸੂਨ ਆ ਗਈਆਂ, ਉਹਦੇ ਅਜੇ ਤੱਕ ਜਿਹੜਾ ਵੈਦਰ ਰਿਪੋਰਟ ਹੈਗੀ ਉਹ ਤਰੀਕੇ ਨਾਲ ਪਤਾ ਨਹੀਂ ਲੱਗਾ ਇਹਨਾਂ ਨੂੰ। ਵੈਦਰ ਰਿਪੋਰਟ ਜਿਹੜਾ ਮੈਟੀਓਰੋਲੋਜੀਕਲ ਡਿਪਾਰਟਮੈਂਟ ਆ, ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਮੀਂਹ ਕਦੋਂ ਪੈ ਜਾਣੇ ਆ। ਉਦੋਂ ਪਹਿਲੋਂ ਕੋਈ ਪ੍ਰਬੰਧ ਇਸ ਤਰ੍ਹਾਂ ਦਾ ਨਹੀਂ ਹੋਇਆ। ਔਰ ਇਹ ਜਿਹੜੀਆਂ ਸਮੁੱਚੀਆਂ ਸਰਕਾਰਾਂ ਜਦੋਂ ਹੁਣ ਤੋਂ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇਹੀ ਰਿਹਾ, ਇਹ ਰੱਟਾ, ਇਹ ਸਾਰਾ ਕੁਝ ਰਿਹਾ। ਨਾ ਕੇਵਲ ਇਕੱਲੀ ਸਰਕਾਰ ਜਿਹੜੀ 1.5 ਸਾਲ ਤੱਕ ਆਈ ਹੈ ਇਹਨੇ ਕੁਝ ਕੀਤਾ, ਤੇ ਜਿਹੜੀਆਂ ਪਹਿਲੋਂ 15 ਸਾਲ ਰਹੀਆਂ ਉਹਨਾਂ ਨੇ ਕੁਝ ਨਹੀਂ ਕੀਤਾ। ਇਹ ਹੜ੍ਹ ਦੀ ਮਾਰ ਥੱਲੇ ਆਉਂਦੇ ਰਹੇ ਆ, ਕੋਠੇ ਡਿੱਗਦੇ ਰਹੇ ਆ, ਲੋਕ ਵਿਚਾਰੇ ਤਰਪਾਲਾਂ ਦੇ ਥੱਲੇ ਸੌਂਦੇ ਰਹੇ ਆ, ਬੱਚੇ ਮਰਦੇ ਰਹੇ ਆ। ਔਰ ਇਸੇ ਤਰ੍ਹਾਂ ਗੱਡੀਆਂ ਤੇ ਕਾਰਾਂ ਰੁੜਦੀਆਂ ਰਹੀਆਂ। ਤੁਸੀਂ ਕਿਤੇ ਵੀਡੀਓ ਵੇਖ ਲਓ, ਤੁਹਾਡਾ ਦਿਮਾਗ ਦੇ ਵਿੱਚੋਂ ਇੰਨਾ ਖੌਫ ਆ ਜਾਂਦਾ ਕਿ ਇੰਨੀਆਂ ਕਾਰਾਂ, ਇੰਨੀਆਂ ਗੱਡੀਆਂ, ਇੰਨੇ ਲੋਥਾਂ, ਇੰਨੇ ਲੋਕ ਮਰੇ ਜਾ ਰਹੇ ਆ। ਪਸ਼ੂ ਜਿਹੜੇ ਉਹ ਵੀ ਵਿਚਾਰੇ ਰੱਸੇ ਤੜਾ ਕੇ ਪਾਣੀ 'ਚ ਡੁੱਬਦੇ ਜਾ ਰਹੇ ਆ। ਔਰ ਇਹਦੇ ਵਿੱਚ ਇਹ ਆਇਆ ਕਿ ਹਿਮਾਚਲ 'ਚੋਂ ਪਾਣੀ ਬਹੁਤ ਆਇਆ। ਹਿਮਾਚਲ ਦੇ ਜਿਹੜੇ ਦਰਿਆ ਉੱਥੋਂ ਵਗ ਰਿਹਾ, ਸਾਡੇ ਬਿਆਸ ਦਰਿਆ ਦੇ ਵਿੱਚ ਅਤੇ ਸਤਲੁਜ ਦਰਿਆ ਦੇ ਵਿੱਚ, ਇਹਦੇ ਵਿੱਚ ਤੇ ਰਾਵੀ ਦੇ ਵਿੱਚ ਵੀ ਉਹ ਓਵਰ ਆ ਗਿਆ ਪਾਣੀ ਪਿੱਛੋਂ ਆ ਰਿਹਾ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਮੈਦਾਨਾਂ ਵੱਲ ਪਾਣੀ ਆਉਂਦਾ, ਮੈਦਾਨ ਨੀਵੇਂ ਹੈ, ਬਿਲਕੁਲ ਪਹਾੜੀਆਂ ਤੋਂ ਜਿਹੜੇ ਚਸ਼ਮੇ ਜਾਂ ਜਿਹੜੇ ਉਹ ਆਰੇ ਪਾਣੀ ਵਗਦੇ ਆ ਉਹ ਇੱਧਰ ਆ ਗਏ। ਔਰ ਹੁਣ ਇਹ ਸਰਕਾਰ ਨੇ ਕਿਹਾ ਹੈਗਾ ਕਿ ਜਦੋਂ ਪਾਣੀ ਦੀ ਮੰਗ ਹੁੰਦੀ ਹੈ ਉਦੋਂ ਹਰਿਆਣਾ ਅੱਗੇ ਹੁੰਦਾ, ਸਾਨੂੰ ਪਾਣੀ ਦੇ ਦਿਓ। ਹਿਮਾਚਲ ਪਾਣੀ ਦਾ ਮੰਗਦਾ, ਸਾਡੇ ਕੋਲ ਇੱਕ ਤੁਪਕਾ ਪਾਣੀ ਦਾ ਨਹੀਂ, ਜਿੱਥੇ ਉਹਦੇ ਵਿੱਚ ਰਾਜਸਥਾਨ ਵੀ ਮੰਗਦਾ। ਹੁਣ ਉਹਨਾਂ ਨੇ ਕਹਿਤਾ ਨਾ, ਹੁਣ ਰਾਜਨੀਤਿਕ ਪਾਰਟੀਆਂ ਵੀ ਸੁੱਤੀਆਂ ਪਈਆਂ, ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਕਿ ਇਹਦੇ ਬਾਰੇ ਕੁਝ ਜੁਨਾਇਟ ਹੋ ਕੇ ਗੱਲ ਕਰ ਲਈਏ ਅਤੇ ਉਦੋਂ ਬਾਅਦ ਅਸੀਂ ਜਿਹੜੇ ਆ ਇਹਦਾ ਟੈਂਟਾਂ ਨਿਬੇੜ ਲਾਂਗੇ, ਪਾਣੀ ਕਦੋਂ ਦੇਣਾਗਾ। ਜਦੋਂ ਸੋਕਾ ਪੈ ਜਾਂਦਾ ਉਦੋਂ ਪਾਣੀ, ਜਦੋਂ ਪਾਣੀ ਓਵਰ ਜ਼ਿਆਦਾ ਹੋ ਜਾਂਦਾ ਉਦੋਂ ਸਾਰੇ ਸੌਂ ਜਾਂਦੇ, ਉਦੋਂ ਆਂਦੇ ਪਾਣੀ ਤੋਂ ਬਚਾ ਲਈ, ਕਿੱਥੇ ਜਾਣਾ, ਕੀ ਕਰਨਾ ਹੈਗਾ। ਔਰ ਪਾਣੀ ਹੀ ਜ਼ਿੰਦਗੀ ਹੈ ਅਤੇ ਪਾਣੀ ਹੀ ਬਰਬਾਦੀ ਹੈ, ਦੋਵੇਂ ਚੀਜ਼ਾਂ ਹੈਗੀਆਂ। ਪਰ ਜੇ ਇਹਨੂੰ ਸੰਭਾਲਿਆ ਜਾਵੇ, ਜਿਹੜੀ ਚੀਜ਼ ਨੂੰ ਨਹੀਂ ਸੰਭਾਲਿਆ ਜਾਊਗਾ ਉਹ ਇਸੇ ਤਰ੍ਹਾਂ ਹੀ ਅੱਗ 'ਤੇ ਰੋਟੀ ਬਣਦੀ ਹੈ। ਬਿਲਕੁਲ, ਅੱਗ ਦਾ ਹੀ ਅਸੀਂ ਜੀਵਨ ਨਿਰਵਾਹ ਕਰਦੇ ਹਾਂ, ਅੱਗ ਦੇ ਵਿੱਚ ਅਸੀਂ ਸਾਰਾ ਕੁਝ ਨਿਭਾਉਂਦੇ ਹਾਂ। ਪਰ ਅੱਗ ਜਦੋਂ ਓਵਰ ਹੋ ਗਈ ਉਹ ਭਾਂਬੜ ਬਣ ਕੇ ਤੁਹਾਨੂੰ ਸਾੜ ਦੂਗੀ, ਸਾਰਾ ਕੁਝ ਉਹ ਹੁੰਦਾ। ਦੋਵੇਂ ਜਿਹੜੀਆਂ ਵਿਪਤਾ ਦਾ ਕਾਰਨ ਬਣਦੀਆਂ ਜਦੋਂ ਅਸੀਂ ਅਵੇਸਲੇ ਹੋ ਜਾਂਦੇ। ਜਦੋਂ ਬਲਕਾਰ ਜੀ ਇਹਦੇ 'ਚ ਇੱਕ ਹੋਰ ਪੁਆਇੰਟ ਆਉਂਦਾ ਪਿਆ, ਸੋਸ਼ਲ ਮੀਡੀਆ ਦੇ ਉੱਤੇ ਨਾ ਕਈ ਵੀਡੀਓ ਬੜੀਆਂ ਵਾਇਰਲ ਹੋ ਰਹੀਆਂ ਨੇ। ਜਿਹੜੀ ਨਹਿਰ ਹਰਿਆਣੇ ਨੂੰ ਜਾਂਦੀ ਹੈ, ਜਿਹੜੀ ਨਹਿਰ ਰਾਜਸਥਾਨ ਨੂੰ ਜਾਂਦੀ ਹੈ, ਉਧਰ ਪਾਣੀ ਨਹੀਂ ਛੱਡਿਆ ਜਾ ਰਿਹਾ, ਉਹ ਨਹਿਰਾਂ ਸੁੱਕੀਆਂ ਪਈਆਂ ਨੇ ਕਰਕੇ ਪੰਜਾਬ ਦੇ ਵਿੱਚ ਜਲ ਥਲ ਹੋਇਆ ਪਿਆ। ਹੁਣ ਉਧਰ ਪਾਣੀ ਕਿਉਂ ਨਹੀਂ ਛੱਡਿਆ ਜਾ ਰਿਹਾ? ਪਾਕਿਸਤਾਨ ਨੇ ਇੱਥੋਂ ਤੱਕ ਸਾਥ ਦਿੱਤਾ, ਉਹਨਾਂ ਨੇ ਆਪਣੇ ਡੈਮ ਦੇ ਗੇਟ ਖੋਲ ਦਿੱਤੇ ਨੇ ਕਿ ਤੁਸੀਂ ਪੰਜਾਬ ਦਾ ਪਾਣੀ ਗਿਆ ਪਾਕਿਸਤਾਨ 'ਚ ਰੋੜ ਦਿਓ। ਦੇਖੋ ਉਹਨਾਂ ਨੇ ਸਾਥ ਦਿੱਤਾ ਤੇ ਅਸੀਂ ਆਪਣਾ ਪਾਣੀ ਉਧਰ ਛੱਡਿਆ ਤੇ ਇੱਧਰ ਪੰਜਾਬ ਕਾਫੀ ਜ਼ਿਆਦਾ ਸੰਭਲ ਗਿਆ, ਮਾਰ ਨਹੀਂ ਪਈ ਇੰਨੀ ਪਾਣੀ ਦੀ। ਪਰ ਇੱਥੇ ਆਪਣੇ ਰਾਜਸਥਾਨ ਦੀ ਨਹਿਰ ਪਾਣੀ ਨਹੀਂ, ਹਰਿਆਣਾ ਵਾਲੀ ਨਹਿਰ ਪਾਣੀ ਨਹੀਂ। ਹੁਣ ਕਿਉਂ ਨਹੀਂ ਪੰਜਾਬ ਦਾ ਪਾਣੀ ਉਧਰ ਦੀ ਕੱਢ ਕੇ ਇੱਥੋਂ ਦੇ ਲੋਕਾਂ ਨੂੰ ਕਿਉਂ ਨਹੀਂ ਚੈਨ ਦਿੱਤਾ ਗਿਆ? ਕਿਉਂ ਨਹੀਂ ਇੱਥੋਂ ਦੇ ਲੋਕਾਂ ਨੂੰ ਇਹ ਫੈਸਿਲਿਟੀ ਦਿੱਤੀ ਗਈ ਕਿ ਲੋਕਾਂ ਦੀ ਪਾਣੀ ਦੀ ਮਾਰ ਤੋਂ ਬਚ ਸਕਣ? ਤੁਹਾਡੀ ਗੱਲ ਸਹੀ ਹੈ, ਪਰ ਇਹਦੇ ਨਾਲ ਪਾੜਾ ਪੈਂਦਾ। ਜਿੱਦਾਂ ਹੁਣ ਹਰਿਆਣਾ ਨੇ ਪਾਣੀ ਛੱਡ ਦਿੱਤਾ ਜਮਨਾ 'ਚ, ਤਾਂ ਉਹ ਪਾਣੀ ਜਿੰਨਾ ਸਾਰਾ ਪਾਣੀ ਸੀਗਾ ਉਹ ਦਿੱਲੀ 'ਚ ਜਾ ਵੜਿਆ, ਓਵਰ ਹੋ ਗਿਆ ਨਾ ਪਾਣੀ। ਜਦੋਂ ਉਹਨਾਂ ਨੇ ਪਾਣੀ ਛੱਡਿਆ, ਆਪਣਾ ਬਚਾਅ ਕਰਨ ਲਈ ਉਧਰ ਪਾਣੀ ਛੱਡ ਦਿੱਤਾ, ਉਹ ਦਿੱਲੀ ਦੇ ਵਿੱਚ ਆ ਗਿਆ। ਦਿੱਲੀ ਦੀਆਂ ਇਸ ਵੇਲੇ ਸੜਕਾਂ ਜਾਂ ਆਲਾ ਦੁਆਲਾ ਸਾਰਾ ਕੁਝ, ਸਕੂਲ ਕਾਲਜ ਬੰਦ ਹੋ ਗਏ, ਸਾਰਾ ਕੁਝ ਉੱਥੇ ਜਾ ਵੜਿਆ, ਹਾਈ ਕੋਰਟ ਤੱਕ ਪਾਣੀ ਪਹੁੰਚ ਗਿਆ। ਹੁਣ ਸਾਰਾ ਦਿੱਲੀ ਪਾਣੀ ਦੇ ਵਿੱਚ ਗ੍ਰਸਤ ਹੋ ਗਿਆ। ਪਾਣੀ ਛੱਡਣਾ ਵੀ ਜਿਹੜਾ ਇਹ ਵੀ ਵਿਪਤਾ ਹੀ ਹੈਗੀ, ਕਿਸੇ ਵਾਲੇ ਪਾਸੇ ਨੂੰ ਪਾਣੀ ਜਾਣਾ ਓਵਰ ਕਰਦਾ ਹੀ ਹੈਗਾ। ਪਰ ਜਦੋਂ ਇੱਕ ਜ਼ਮਾਨੇ ਦੇ ਵਿੱਚ, ਪੁਰਾਣੇ ਜ਼ਮਾਨੇ ਵਿੱਚ ਰੋਈਆਂ ਹੁੰਦੀਆਂ ਸੀਗੀਆਂ, ਜਦੋਂ ਪਾਣੀ ਆਉਂਦਾ ਸੀਗਾ ਰੋਈਆਂ ਦੇ ਵਿੱਚ ਪਾਣੀ ਚਲੇ ਜਾਂਦਾ ਹੈਗਾ, ਉਹਦੇ 'ਚ ਕਿੱਕਰਾਂ, ਉਹਦੇ 'ਚ ਟਾਲੀਆਂ, ਉਹਦੇ 'ਚ ਤੂਤ, ਸਾਰਾ ਕੁਝ ਹੁੰਦੇ ਸੀ, ਉਹ ਵੱਡੇ ਹੁੰਦੇ ਸੀਗੇ, ਉੱਥੇ ਡੰਗਰ ਚਰਦੇ ਹੁੰਦੇ ਸੀਗੇ। ਛੱਪੜਾਂ 'ਚ ਪਾਣੀ ਆਉਂਦਾ ਹੁੰਦਾ, ਛੱਪੜ ਲਏ ਪੂਰ ਲੋਕਾਂ ਨੇ। ਹੁਣ ਇਹ ਸਰਕਾਰ ਦਾ ਤਾਂ ਕੋਈ ਮਤਲਬ, ਪੰਚਾਇਤਾਂ ਨੇ ਪੂਰੇ ਹੈਗਾ। ਮੈਂ ਪਿੰਡ ਦਾ ਵਸਨੀਕ, ਮੈਨੂੰ ਪਤਾ ਹੈਗਾ
ਸਾਡੇ ਪਿੰਡ ਬਹੁਤ ਵੱਡਾ ਛੱਪੜ ਸੀਗਾ, ਉਹਦੇ ਵਿੱਚ ਨਹਿਰਾਂ ਦਾ ਪਾਣੀ ਆਉਂਦਾ ਸੀ। ਜੱਟ ਜਦੋਂ ਪਾਣੀ ਆਪਣੇ ਖੇਤਾਂ ਨੂੰ ਲਾਉਂਦੇ ਤਾਂ ਵਾਧੂ ਪਾਣੀ ਸਰਪਲਸ ਪਾਣੀ ਛੱਪੜ ਨੂੰ ਛੱਡ ਦਿੰਦੇ ਔਰ ਇੰਨਾ ਸਾਫ਼ ਹੁੰਦਾ ਸੀ। ਬੀਬੀਆਂ ਕੱਪੜੇ ਵੀ ਧੋਂਦੀਆਂ ਉੱਥੇ, ਨਹਾਉਂਦੇ ਵੀ ਬੱਚੇ, ਡੰਗਰ ਵੀ ਨਹਾਉਂਦੇ ਦੇ ਹੁੰਦੇ ਸੀਗੇ। ਇਹ ਸਾਰਾ ਕੁਝ ਲੋਕਾਂ ਨੇ ਆਪਣੇ ਆਪ ਨੂੰ ਨਾ ਮਾਰਨ ਲਈ ਸਾਰਾ ਕੁਝ ਕਰ ਲਿਆ। ਉਹ ਕੁਦਰਤੀ ਚੀਜ਼ਾਂ ਤੋਂ ਬਚਾਅ ਕਰ ਲਈ, ਪਾਸੇ ਹਟ ਗਏ। ਨਹਿਰਾਂ, ਖਾਲੇ, ਸੂਏ ਸਾਰੇ ਤੋੜ ਦਿੱਤੇ, ਉਹਦੇ 'ਚ ਕੋਈ ਨਹੀਂ ਪਾਣੀ ਆਉਂਦਾ। ਹੁਣ ਉਹ ਸਾਰਾ ਕੁਝ ਜਿਹੜਾ ਕੁਦਰਤੀ ਤੌਰ 'ਤੇ ਪਾਣੀ ਆਉਂਦਾ ਹੁੰਦਾ ਉਹ ਖਤਮ ਹੋ ਗਿਆ। ਟਿਊਬਵੈੱਲ ਆ ਗਏ, ਟਿਊਬਵੈੱਲ 'ਤੇ ਚਲਾਉਣ ਲੱਗ ਪਿਆ, ਸਵਿੱਚ ਛੱਡੋ ਜੀ, ਮੋਟਰ ਚੱਲ ਪਈ, ਪਾਣੀ ਆ ਗਿਆ, ਚੱਲ ਜੀ, ਇੰਜਣ ਲਾਤੇ। ਉਹ ਤੋਂ ਬਾਅਦ ਖੇਤੀ ਵੀ ਢਹਿ ਢੇਰੀ ਹੋ ਗਈ, ਲੋਕਾਂ ਦਾ ਰਹਿਣ ਸਹਿਣ ਦਾ ਨਿਰਵਾਹ ਵੀ ਖਤਮ ਹੋ ਗਿਆ। ਜਦੋਂ ਅਸੀਂ ਕੁਦਰਤੀ ਚੀਜ਼ਾਂ ਤੋਂ ਦੂਰ ਹੁੰਦੇ ਹਾਂ ਮਰਾਂਗੇ, ਉਹ ਉਸੇ ਗੱਲ ਕਰਕੇ ਹੋ ਗਿਆ। ਹੁਣ ਪਾਣੀ ਛੱਡਣ ਲਈ ਜਦੋਂ ਅਸੀਂ ਛੱਡਾਂਗੇ ਫਿਰ ਪਵਾੜਾ ਪਊਗਾ। ਜੇ ਤੁਸੀਂ ਗੱਲ ਕੀਤੀ ਹੈ ਰਾਜਸਥਾਨ ਨੂੰ ਛੱਡੋਗੇ ਫਿਰ ਉਹ ਲੜਨਗੇ ਵੀ ਹੁਣ ਪਾਣੀ ਛੱਡ ਰਹੇ, ਪਹਿਲਾਂ ਸਾਨੂੰ ਦਿੰਦੇ ਨਹੀਂ ਹੈਗੇ। ਇਹ ਰਾਜਨੀਤਿਕ ਮਾਮਲਾ ਬਣ ਜਾਂਦਾ। ਜਿਹੜਾ ਉਹ ਆਂਦਾ ਜਿਹੜਾ ਸੂਬਾ ਗਾ ਨਜਿੱਠੇ ਆਪਣੇ ਪਾਣੀ ਨਾਲ ਸਾਨੂੰ ਵੀ ਛੱਡ ਦਿਆ। ਹੁਣ ਦਿੱਲੀ ਹੋ ਗਿਆ, ਕੇਜਰੀਵਾਲ ਨੇ ਮੀਟਿੰਗ ਲਈ ਹੈ, ਸਾਰਾ ਕੁਝ ਕੀਤਾ ਵੀ ਪਾਣੀ ਕਿਹਨੇ ਛੱਡਿਆ, ਕਿਉਂ ਆ ਗਿਆ ਦਿੱਲੀ 'ਚ। ਦਿੱਲੀ 'ਚ ਕੋਈ ਸਭ ਤੋਂ ਵੱਧ ਮੀਤ ਨਹੀਂ ਪਿਆ। ਜਿੱਥੇ ਇੱਥੇ ਉਹ ਲੋਕ ਹੱਸਦੇ ਆ ਵੀ ਜਿੱਥੇ ਇੱਥੇ ਆਪਦੀ ਸਰਕਾਰ, ਉੱਥੇ ਉੱਥੇ ਪਾਣੀ ਦਾ ਫਲੱਡ ਆ ਰਿਹਾ। ਪੰਜਾਬ 'ਚ ਆਪਦੀ ਸਰਕਾਰ ਹੈ, ਦਿੱਲੀ 'ਚ ਵੀ ਆਪਦੀ ਆ। ਇਹਦੇ ਵਿੱਚ ਸਾਰਾ ਕੁਝ ਹੈਗਾ। ਹਰਿਆਣਾ 'ਚ ਨਹੀਂ ਹੈਗੇ, ਹਰਿਆਣਾ ਸੁੱਕਾ ਤੁਰਿਆ ਫਿਰਦਾ। ਸੋ ਰਾਜਨੀਤਿਕ ਮਾਮਲੇ ਨੇ, ਜਿਹੜੇ ਮਸਲੇ ਸਮਾਜਿਕ ਹੋਣੇ ਚਾਹੀਦੇ ਨੇ, ਜਿਹੜੇ ਮਸਲੇ ਇਨਸਾਨੀਅਤ ਦੇ ਹੋਣੇ ਚਾਹੀਦੇ ਨੇ, ਜਿਹੜੇ ਮਸਲੇ ਮਨੁੱਖੀ ਅਧਿਕਾਰਾਂ ਦੇ ਹੋਣੇ ਚਾਹੀਦੇ ਨੇ, ਉਹ ਰਾਜਨੀਤੀ ਰੰਗਤ ਪਤਾ ਨਹੀਂ ਨਤੀਜੇ ਕਿੱਧਰ ਦੇ ਕਿੱਧਰ ਤੁਰ ਪੈਂਦੇ ਨੇ। ਸੋ ਹੁਣ ਆਪਾਂ ਅੱਗੇ ਤੁਰੀਏ। ਰੂਸ ਯੂਕਰੇਨ ਜੰਗ ਦੇ ਪੈਣ ਵਾਲੇ ਜਿਹੜੇ ਅਸਰ ਨੇ ਉਹ ਤੋਂ ਭਾਰਤ ਫਿਕਰਮੰਦ ਹੋ ਰਿਹਾ, ਕਿਉਂਕਿ ਕਾਫੀ ਜ਼ਿਆਦਾ ਇਕਨੋਮਿਕ ਅਰਥਚਾਰਾ ਜਿਹੜਾ ਹੈ ਉਹ ਹਿੱਲਿਆ ਪਿਆ ਔਰ ਇਸ ਵਕਤ ਹਰ ਦੇਸ਼ ਮਹਿੰਗਾਈ ਦੀ ਮਾਰ ਨਾਲ ਜੂਝਦਾ ਪਿਆ। ਮੈਨੂੰ ਕਹਿੰਦੇ ਨੇ ਜਦੋਂ ਕੋਈ ਨਾ ਦੋ ਦੇਸ਼ ਲੜਨ ਜਾਂ ਦੋ ਮਹੱਲੇ 'ਚ ਦੋ ਬੰਦੇ ਲੜ ਪੈਂਦੇ ਆ, ਤਾਂ ਜਦੋਂ ਲੜਦੇ ਆ ਨਾ ਫਿਰ ਪੁਲਿਸ ਆਉਂਦੀ ਆ, ਲੋਕਾਂ 'ਚ ਅਫੜਾ ਦਫੜੀ ਪੈਂਦੀ ਆ, ਲੋਕ ਆਪਣਾ ਕੰਮਕਾਜ ਛੱਡ ਦਿੰਦੇ ਆ, ਲੋਕ ਸੁੱਖ ਦੀ ਨੀਂਦੇ ਨਹੀਂ ਸੌਂਦੇ, ਸੁੱਖ ਚੈਨ ਨਹੀਂ ਆਉਂਦਾ, ਚੈਨ ਦੀ ਨੀਂਦੇ ਨਹੀਂ ਸੌਂਦੇ। ਇਹੋ ਹੀ ਗੱਲ ਹੁੰਦੀ ਹੈ। ਇੱਕ ਛੋਟੀ ਲੜਾਈ, ਇੱਕ ਵੱਡੀ ਲੜਾਈ, ਇੱਕ ਉਦੋਂ ਬਾਅਦ ਵੱਡੀ ਲੜਾਈ ਜਿਹੜੀ ਹੈਗੀ ਆ, ਉਹਦਾ ਪ੍ਰਭਾਵ ਤੇ ਸਾਰੇ ਪਾਸੇ ਪੈਂਦਾ। ਚੀਜ਼ਾਂ ਵੀ ਮਹਿੰਗੀਆਂ ਹੋਣਗੀਆਂ, ਸਪਲਾਈ ਰੁਕ ਗਈ ਆ, ਜਿਹੜਾ ਤੇਲ ਆਉਂਦਾ ਸੀ ਉਹ ਰੁਕ ਗਿਆ, ਉਹਦੇ ਵਿੱਚ ਲੋਕਾਂ ਦਾ ਆਉਣਾ ਜਾਣਾ, ਰਹਿਣਾ, ਨੌਕਰੀਆਂ ਕਰਨਾ, ਗੱਡੀਆਂ, ਟਰਾਂਸਪੋਰਟ, ਉਹ ਸਾਰਾ ਢਹਿ ਢੇਰੀ ਹੋ ਗਿਆ। ਕੰਪਨੀਆਂ ਬੰਦ ਹੋ ਗਈਆਂ। ਯੂਕਰੇਨ ਦੇ ਨਾਲ ਜਿਹੜੇ ਰਮਾਨੀਆਂ ਹੋਰ ਦੇਸ਼ ਵੀ ਲੱਗਦੇ ਆ, ਉਹ ਜਿਹੜੇ ਦੇਸ਼ ਆ ਵਿਚਾਰੇ ਉਹ ਵੀ ਖਤਰੇ ਤੋਂ ਖਾਲੀ ਨਹੀਂ, ਉਹ ਵੀ ਨਾਲ ਦੇ ਬੈਠੇ ਜੇ ਆ। ਜੇ ਪਾਕਿਸਤਾਨ ਜਾਂ ਅਫਗਾਨਿਸਤਾਨ 'ਚ ਲੜਾਈ ਲੱਗੀ ਤਾਂ ਇੰਡੀਆ ਉਦੋਂ ਵੀ ਡਰ ਰਿਹਾ ਸੀਗਾ, ਉਦੋਂ ਅਮਰੀਕਾ ਬੈਠਾ ਸੀ, ਰਸ਼ੀਆ ਵੀ ਆਉਂਦਾ। ਔਰ ਦੇਖ ਲਓ ਜਦੋਂ ਵੀ ਆਉਂਦੇ ਆ ਇਹ ਵੱਡੇ ਸ਼ੇਰ ਆ, ਜਿੱਦਾਂ ਸ਼ੇਰ ਨਹੀਂ ਜੰਗਲ 'ਚ ਦਹਾੜਦੇ ਆਉਂਦੇ ਆ, ਇਹ ਜਦੋਂ ਰਸ਼ੀਆ ਆ ਗਿਆ ਇਹਨੇ ਸਾਰੇ ਦੇਸ਼ਾਂ ਦੇ ਵਿੱਚ ਲੜਾਈ ਦਿੱਤਾ, ਝੰਜਟ ਪਾਉਣਾ। ਅਮਰੀਕਾ ਆ ਗਿਆ ਉਹਨੇ ਵੀ ਇਹੀ ਕੰਮ ਕਰਨਾ। ਉਦੋਂ ਬਾਅਦ ਜੇ ਇੰਗਲੈਂਡ ਆ ਗਿਆ ਉਹ ਤਾਂ ਕਰਦਾ ਇਹ ਪਹਿਲੋਂ ਇਹੀ ਰਿਹਾ। ਪਰ ਹਮਲਾਵਰ ਜਿਹੜੇ ਆ ਵੱਡੇ ਦੇਸ਼ ਹੁੰਦੇ ਆ, ਜਿਹਦੇ ਕੋਲ ਹਥਿਆਰ ਆ, ਜਿਹਦੇ ਕੋਲ ਬੰਦੇ ਆ, ਜਿਹਦੇ ਕੋਲ ਪੈਸਾ ਵਾ, ਜਿਹਦੇ ਕੋਲ ਮਸ਼ੀਨਰੀ ਆ, ਜਿਹਦੇ ਕੋਲ ਰਡਾਰ ਆ, ਜਿਹਦੇ ਕੋਲ ਮਿਸਾਈਲਾਂ, ਉਹਨੇ ਆ ਕੇ ਹਮਲੇ ਕਰਨੇ। ਇਹੀ ਹਾਲਤ ਇਹ ਆ। ਹੁਣ ਇਹਦਾ ਓਵਰਆਲ ਜਿਹੜਾ ਇੰਪਰੈਸ਼ਨ ਆ, ਜਿਹੜਾ ਮਾੜਾ ਪ੍ਰਭਾਵ ਹੈਗਾ, ਨੈਗੇਟਿਵਿਟੀ ਆ ਗਈ ਆ, ਸਾਰੇ ਦੇਸ਼ਾਂ 'ਤੇ ਆ ਗਈ ਆ, ਇੰਡੀਆ 'ਤੇ ਖਾਸ ਕਰਕੇ ਆਈ ਹੈ ਕਿਉਂਕਿ ਆਪਾਂ ਵਿਕਾਸਸ਼ੀਲ ਦੇਸ਼ ਹੈਗੇ ਆ। ਸਾਡੇ ਜਿਹੜੇ ਸੰਬੰਧ ਸੀ ਰਸ਼ੀਆ ਨਾਲ ਬਹੁਤ ਜ਼ਿਆਦਾ ਸੀ, ਬਹੁਤ ਸਮਾਨ ਆਪਾਂ ਭੇਜਦੇ ਸੀ, ਆਯਾਤ ਨਿਰਯਾਤ ਹੁੰਦਾ ਸੀ। ਯੂਕਰੇਨ ਨਾਲ ਜੇ ਇੰਨਾ ਨਹੀਂ ਸੀਗਾ ਜਿੰਨਾ ਰਸ਼ੀਆ ਨਾਲ ਸੀਗਾ। ਔਰ ਉਹਦੇ ਵਿੱਚ ਸਾਡੇ ਬੰਦੇ ਉੱਥੇ ਨੌਕਰੀ ਵੀ ਕਰਦੇ ਸੀਗੇ, ਉਹਨਾਂ ਦੀ ਆਰਮੀ 'ਚ ਵੀ ਭਰਤੀ ਹੋਏ ਸੀਗੇ, ਸਾਰਾ ਕੁਝ ਰਸ਼ੀਆ ਨਾਲ ਰਿਹਾ। ਸਾਡਾ ਗੁਆਂਢੀ ਦੇਸ਼ ਵੀ ਹੈਗਾ। ਇਹਦਾ ਪ੍ਰਭਾਵ ਬਹੁਤ ਜ਼ਿਆਦਾ ਦੇਰ ਤੋਂ ਪੈ ਗਿਆ। ਔਰ ਇਹਦੇ ਵਿੱਚ ਸੂਬਾ ਸਰਕਾਰ ਨੇ ਵੀ ਗੱਲ ਕਹੀ ਆ, ਉਹਦੇ ਵਿੱਚ ਕੇਂਦਰ ਸਰਕਾਰ ਵੀ ਗੱਲ ਕਰ ਰਹੀ ਹੈ ਕਿ ਇਹਦਾ ਇੰਪਰੈਸ਼ਨ ਜਿਹੜਾ ਮਾੜਾ ਪੈ ਰਿਹਾ ਹੈਗਾ। ਮਹਿੰਗਾਈ ਵੀ ਵਧੂਗੀ। ਹੁਣ ਜੇ ਅਸੀਂ ਗੱਲ ਟਮਾਟਰਾਂ ਦੀ ਕਰੀਏ, ਇਹ ਤਾਂ ਨਹੀਂ ਕੋਈ ਉੱਥੇ ਚਲਾਏ ਨਹੀਂ ਗਏ। ਜਿੱਦਾਂ ਨਿੰਬੂ ਮਹਿੰਗੇ ਹੋ ਗਏ ਤਾਂ ਨਿੰਬੂ ਬੰਬ ਵਾਂਗੂ ਉੱਥੇ ਚਲਾਏ ਨਹੀਂ ਗਏ। ਟਮਾਟਰ ਸਾਡੇ 200 ਤੱਕ ਵੀ ਹੋ ਗਿਆ, 400 ਤੱਕ ਵੀ ਹੋ ਗਿਆ। ਪਰ ਇਹ ਸਾਡੀਆਂ ਆਪਣੀਆਂ ਜਿਹੜੀਆਂ ਬੇਹੂਦਾ ਨੀਤੀਆਂ ਹੈਗੀਆਂ, ਲੋਕਾਂ ਦੀਆਂ ਸਟੋਰੇਜ ਕਰਨ ਦੀਆਂ ਨੀਤੀਆਂ ਉਹ ਹੈਗੀਆਂ। ਉਹੀ ਧਰਤੀ ਆ, ਉਹੀ ਲੋਕ ਹੈਗੇ ਆ, ਉਹੀ ਬੀਜ ਹੈਗਾ, ਉਹੀ ਟਮਾਟਰ ਆ, ਉਹੀ ਸਾਰਾ ਕੁਝ ਹੈਗਾ। ਇਹ ਸਿਰਫ ਲੋਕਾਂ ਨੂੰ ਮੂਰਖ ਤੇ ਗੁੰਮਰਾਹ ਕਰਨ ਲਈ ਸਟੋਰ ਕਰ ਲੈਂਦੇ ਆ। ਆਲੂ ਸੜਕਾਂ 'ਤੇ ਸੁੱਟਦੇ ਪਹਿਲਾਂ, ਜਦੋਂ ਸਟੋਰ ਹੋ ਜਾਂਦੇ ਉਦੋਂ ਮਹਿੰਗੇ ਹੋ ਜਾਂਦੇ ਆ। ਗੰਢੇ ਜਿਹੜੇ ਹੈਗੇ ਵੀ ਇੱਦਾਂ ਮਹਿੰਗੇ ਹੋ ਜਾਂਦੇ ਆ। ਲੋਕੀ ਪਿਆਜ਼ ਵੀ ਆਉਂਦੇ ਤੇ ਗੰਢਾ ਵੀ ਆਉਂਦੇ ਆ ਨਾ, ਇਸੇ ਕਰਕੇ। ਉਹ ਜਿੱਦਾਂ ਉਹ ਲੋਮੜੀ ਦੀ ਕਹਾਣੀ ਹੈ ਨਾ, ਅੰਗੂਰਾਂ ਤੱਕ ਪਹੁੰਚ ਨਹੀਂ ਹੁੰਦੀ, ਕਹਿੰਦੀ ਅੰਗੂਰ ਖੱਟੇ ਨੇ, ਮੈਂ ਨਹੀਂ ਖਾਣੇ। ਛਾਲ ਮਾਰ ਕੇ ਤਰ੍ਹਾਂ ਵੀ ਅੱਜ ਟਮਾਟਰਾਂ ਤੱਕ ਪਹੁੰਚ ਨਹੀਂ, ਟਮਾਟਰ ਖੱਟੇ ਨੇ, ਅਸੀਂ ਨਹੀਂ ਖਾਣੇ। ਸੋ ਉੱਥੇ ਬਨਾਵਟੀ ਵੀ ਆ ਰਹੀ ਹੈ, ਜਿੱਥੋਂ ਆਪ ਬਣਾ ਕੇ ਨਾ ਜਿਹੜੀ ਆ ਇਹ ਬਣਾ ਰਹੇ, ਸੌਸ ਵੀ ਬਣਾ ਰਹੇ ਟਮਾਟਰਾਂ ਦੀ, ਉਹਦੇ 'ਚ ਵੀ ਇਹਨਾਂ ਨੇ ਬੜਾ ਕੁਝ ਬਨਾਵਟੀਪਨ ਪਾਇਆ। ਲੋਕਾਂ ਨੇ ਕਹਿਤਾ, ਡਾਕਟਰਾਂ ਨੇ, ਫਿਰ ਨਾ ਖਾਇਓ, ਬਿਮਾਰ ਨਾ। ਇਹ ਤੋਂ ਬਗੈਰ ਸਰ ਜਾਂਦਾ। ਆਟੇ ਤੋਂ ਬਗੈਰ ਨਹੀਂ ਸਰਦਾ, ਦਾਲਾਂ ਤੋਂ ਬਗੈਰ ਨਹੀਂ ਸਰਦਾ, ਗੰਢਿਆਂ ਤੋਂ ਬਗੈਰ ਨਹੀਂ ਸਰਦਾ, ਸੇਬਾਂ ਤੋਂ ਬਗੈਰ ਵੀ ਸਰ ਜੂਗਾ। ਢਿੱਡ 'ਚ ਰੋਟੀ ਪਾਉਣ ਲਈ ਕੇਲਿਆਂ ਤੋਂ ਬਗੈਰ ਵੀ ਸਰ ਸਕਦਾ, ਕਿਉਂਕਿ ਰੋਟੀ ਜ਼ਰੂਰੀ ਆ। ਕਿੰਨੀ ਕੁ ਦੇਰ ਕੇਲੇ ਨਹੀਂ ਮਿਲਦੇ ਤਾਂ ਬੰਦਾ ਮਰ ਜੂਗਾ। ਦੁੱਧ ਤੋਂ, ਆਟੇ ਤੋਂ, ਦਾਲਾਂ ਤੋਂ, ਆਲੂਆਂ ਤੋਂ ਤੇ ਗੰਢਿਆਂ ਤੋਂ ਬਗੈਰ ਨਹੀਂ ਸਰਦਾ। ਇਹ ਚਲਾਉਣਾ ਪੈਂਦਾ ਕੰਮ, ਇਹ ਚਲਾਉਣਾ ਪੈਂਦਾ ਕੰਮ। ਤੇ ਹੁਣ ਆਪਾਂ ਅੱਗੇ ਕੰਮ ਚਲਾਈਏ। ਪੰਜਾਬ ਸਰਕਾਰ ਕੁਦਰਤੀ ਆਫਤਾਂ ਆਉਣ ਤੇ ਕੇਂਦਰ ਅੱਗੇ ਹੱਥ ਨਹੀਂ ਅੱਡੇਗੀ, ਇਹ ਮਾਨ ਸਾਹਿਬ ਨੇ ਕਹਿਤਾ। ਅੱਛਾ, ਹੁਣ ਇਹ ਕੀ ਗੱਲ ਹੈ? ਮੈਨੂੰ ਤਾਂ ਸਮਝ ਨਹੀਂ ਆਉਂਦੀ। ਹੱਥ ਅੱਡਣ ਵਾਲੀ ਕਿਹੜੀ ਗੱਲ ਹੈ? ਸੈਂਟਰ ਹੈ, ਉਹਨਾਂ ਦਾ ਸੂਬਾ, ਇੱਕੋ ਹੀ ਦੇਸ਼ ਦੇ ਲੋਕ ਹਾਂ,
ਇਹ ਮਤਲਬ ਈਗੋ ਕਲੈਸ਼। ਇਹਦੇ 'ਚ ਪਤਾ ਗੱਲ ਕੀ ਗੱਲ ਹੈਗੀ, ਉਹਨਾਂ ਨੇ ਵੈਸੇ ਗੱਲ ਸਹੀ ਕਹੀ ਹੈ। ਉਹ ਕਹਿੰਦੇ ਬਾਹਰ ਬਾਕੀ ਸੂਬਿਆਂ ਨੂੰ ਤਾਂ ਫੰਡ ਆ ਗਏ ਆ, ਸਾਨੂੰ ਨਹੀਂ ਆਇਆ। ਸਾਨੂੰ ਨਹੀਂ ਆਇਆ। ਹਰਿਆਣਾ ਨਾਲ ਦਾ ਗੁਆਂਢੀ ਹੈ, ਇਹਨੂੰ ਆ ਗਿਆ ਜਿੰਨਾ ਫੰਡ ਆਉਣਾ ਉੱਤਰਾਖੰਡ ਸੀਗਾ। ਨੂੰ ਚਲਾ ਗਿਆ। ਹਾਂ, ਉਧਰ ਜਾਂ ਹਿਮਾਚਲ ਨੂੰ ਨਹੀਂ ਆਇਆ, ਪੰਜਾਬ ਨੂੰ ਨਹੀਂ ਆਇਆ। ਗੱਲ ਤਾਂ ਉਹਨੇ ਸਹੀ ਕੀਤੀ ਹੁੰਦਾ। ਅੱਗੇ ਨੌਕ ਕੀਤਾ ਹੈਗਾ ਕੋਰਟ ਦਾ ਦਰਵਾਜ਼ਾ, ਹਾਈ ਕੋਰਟ ਦਾ ਗਏ ਸੀਗੇ। ਹਾਈ ਕੋਰਟ ਨੇ ਵੀ ਨਹੀਂ ਬਹੁਤੀ ਸੁਣੀ, ਅਜੇ ਪੈਂਡਿੰਗ ਪਿਆ ਮਾਮਲਾ, ਅਜੇ ਦਾ ਉੱਥੇ ਹੀ ਆ। ਇਹਨਾਂ ਨੇ ਕਿਹਾ ਕਿ ਅਸੀਂ ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਲੋਕਾਂ ਨੂੰ ਬਚਾਈਏ। ਸਰਕਾਰ ਨੇ ਨਹੀਂ ਦੇਣਾ। ਨੰਬਰ 2 ਤੇ ਅਕੋਰਡਿੰਗ ਕਾਨਸਟੀਟਿਊਸ਼ਨ ਇਹ ਗੱਲ ਹੁੰਦੀ ਹੈ ਕਿ ਜਿਹੜਾ ਜਦੋਂ ਫਲੱਡ ਆਉਂਦਾ ਇਹ 'ਚ ਕੇਂਦਰ ਦਾ ਕੋਈ ਹੱਥ ਨਹੀਂ ਹੁੰਦਾ, ਇਹ ਸੂਬਾ ਸਰਕਾਰ ਨੇ ਕੰਟਰੋਲ ਕਰਨਾ ਹੁੰਦਾ। ਹੱਥ ਅੱਡੇ ਜਾਂ ਨਾ ਅੱਡੇ, ਉਹਨਾਂ ਦੇਣਾ ਕੱਖ ਨਹੀਂ ਗਾ। ਜੇ ਉਹਨਾਂ ਦੇ ਦਿਲ ਚਾਹੀ ਤੇ ਦੇ ਦੂਗਾ। ਜਿੱਥੇ ਉਹਨਾਂ ਦਾ ਡਬਲ ਇੰਜਨ ਉੱਥੇ ਪੈਸਾ ਆ ਜਾਣਾ, ਜਿੱਥੇ ਉਹਨਾਂ ਦਾ ਸਿੰਗਲ ਕੱਲਾ ਡੱਬਾ ਚੱਲ ਰਿਹਾ ਉੱਥੇ ਪੈਸਾ ਨਹੀਂ ਆਉਣਾ। ਅੱਜ ਨਹੀਂ ਕੱਲ੍ਹ ਨਹੀਂ, ਜਿੰਨਾ ਮਰਜ਼ੀ ਜ਼ੋਰ ਲਾ ਲੇ, ਇੱਥੇ ਉਹਨਾਂ ਨੂੰ ਨਹੀਂ ਪੈਸਾ ਆਉਣਾ। ਉਹਨੇ ਵੈਸੇ ਸਿੱਧਾ ਹੀ ਕਹਿਤਾ, ਉਹਨੇ ਵਰਕਾ ਹੀ ਪਾੜ ਦਿੱਤਾ ਵੀ ਨਹੀਂ ਆਉਣਾ। ਇਹ ਤੋਂ ਪਹਿਲਾਂ ਜਿਹੜੀ ਰੂਰਲ ਡਿਵੈਲਪਮੈਂਟ ਦੀ ਸਕੀਮਾਂ ਸੀਗੇ, ਪੈਸਾ ਆ ਰਿਹਾ ਸੀ, ਉਹ ਵੀ ਰੋਕ ਲਿਆ ਉਹਨਾਂ ਨੇ। ਉਹ ਤਾਂ ਆਉਣਾ ਚਾਹੀਦਾ ਸੀ ਨਾ। ਹੁਣ ਤਾਂ ਲੋਕ ਵਿਚਾਰੇ ਚਲੋ ਜਿੱਥੇ ਹੈਗਾ, ਪਰ ਇਹਦੇ 'ਚ ਸਾਡੇ NRI ਖੜੇ ਆ, ਉਹ ਡਟੇ ਪਏ ਆ। ਇਹਦੇ ਵਿੱਚ ਧਾਰਮਿਕ ਏਜੰਸੀਆਂ, ਸ਼੍ਰੋਮਣੀ ਅਕਾਲੀ ਦਲ ਜਿਹੜਾ ਖੜੇ ਨੇ, ਉਹਨਾਂ ਨੇ ਰਲ ਮਿਲ ਕੇ ਸਾਰਾ ਪੈਸਾ ਦੇ ਦਿੱਤਾ। ਉੱਤੇ ਲੰਗਰ ਗੁਰੂ ਕੇ ਲਾਤੇ ਆ, ਪੈਸਾ ਧੇਲਾ ਦੇ ਦਿੱਤਾ ਵਾ। ਉਹਦੇ ਵਿੱਚ ਜਿਹੜਾ ਕੱਪੜਾ ਜਾ ਰਿਹਾ ਲੋਕਾਂ ਨੂੰ, ਰਹਿਣਾ ਉਹਨਾਂ ਨੇ, ਗੱਡੀਆਂ ਜਾ ਰਹੀਆਂ ਲਿਆਉਣ ਲਈ, ਉੱਥੇ ਕਿਸ਼ਤੀਆਂ ਚੱਲ ਰਹੀਆਂ। ਉੱਥੇ ਜਿੱਥੇ ਚੁਬਾਰਿਆਂ 'ਚ ਲੋਕ ਬੈਠੇ, ਉੱਥੇ ਫੌਜੀ ਸਾਡੇ ਵੀਰ ਰੋਟੀਆਂ ਪਹੁੰਚਾ ਕੇ ਆਉਂਦੇ। ਉੱਥੇ ਬੀਬੀਆਂ ਬੁੜੇ ਬੈਠੇ, ਜਿਨ੍ਹਾਂ ਕੋਲ ਨਹੀਂ ਆਇਆ ਗਿਆ। ਇਹ ਗੱਲ ਹੈਗੀ, ਬਚਾ ਲੈਣਾ ਉਹਨਾਂ ਨੇ। ਪਰ ਜਿਹੜੇ ਮਰ ਚੁੱਕੇ ਆ, ਇੱਕ ਪੁਲਿਸ ਦਾ ਆਫੀਸਰ ਸੀਗਾ ASI ਸਾਹਿਬ ਦਾ, ਉਹ ਵਿਚਾਰਾ ਮਰ ਗਿਆ ਡੁੱਬ ਕੇ। ਬਜ਼ੁਰਗ ਮਰ ਗਏ, ਕਈ ਲਾਸ਼ਾਂ ਬਾਹਰ ਆਈਆਂ। ਬੱਸ ਇੱਕ ਨਹੀਂ ਲੱਭਦੀ, ਉਹਦਾ ਡਰਾਈਵਰ ਮਰਿਆ ਆ ਗਿਆ ਉੱਥੋਂ, PRTC ਦੀ ਬੱਸ ਸੀਗੀ, ਉਹਦੇ ਵਿੱਚ ਕੰਡਕਟਰ ਮਰਿਆ ਆਇਆ ਵਾ। ਬਾਕੀ ਬੱਸਾਂ, ਕੋਈ ਲੋਕ ਇਹ 'ਚ ਲੁਟੇਰੇ ਵੀ ਆ। ਇੱਕ ਬੰਦਾ ਉੱਥੋਂ ਟਾਇਰ ਚੋਰੀ ਕਰਦਾ ਵੀ ਫੜੇ ਗਏ। ਅਤੇ ਕੁਝ ਲੋਕ, ਮੈਂ ਇਹ ਗੱਲ ਕਰ ਰਿਹਾ, ਕੁਝ ਲੋਕ ਜਿਹੜੇ ਦੁਨੀਆ ਨੂੰ ਬਚਾਉਣ ਵਾਲੇ ਆ, ਲੋਕਾਂ ਦਾ ਭਲਾ ਕਰਨ ਵਾਲੇ ਵੀ ਆ। ਸਰਬੱਤ ਦਾ ਭਲਾ ਟਰੱਸਟ ਨੇ ਕਿੰਨਾ ਕੰਮ ਕੀਤਾ। ਇਹੋ ਜਿਹੀਆਂ ਏਜੰਸੀਆਂ ਦੀ ਅਸੀਂ ਗੱਲ ਨਹੀਂ ਕਰਾਂਗੇ ਤਾਂ ਲੋਕਾਂ ਨੂੰ ਪਤਾ ਕਿੱਦਾਂ ਲੱਗੂਗਾ। ਔਰ ਇਹਦੇ ਵਿੱਚ ਫੌਜੀ ਵੀਰ ਜਿੰਨੇ ਹੈਗੇ ਨੇ, ਅਸਾਮ ਰਾਈਫਲ, ਦੂਸਰੇ ਜਿਹੜੇ ਫੌਜੀ ਆ, ਉਹ ਸਾਰੇ ਆ ਕੇ ਇੱਥੇ ਲੋਕਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ, ਬੱਚਿਆਂ ਨੂੰ ਚੁੱਕ ਕੇ ਲਿਆ ਰਹੇ। ਇਹ ਹੁੰਦੀ ਹੈ ਤਰਸ ਦੀ ਭਾਵਨਾ, ਲੋਕਾਂ ਨੂੰ ਬਚਾਉਣ ਦੀ ਭਾਵਨਾ ਔਰ ਲੋਕਾਂ ਦਾ ਭਲਾ ਕਰਨ ਦੀ ਭਾਵਨਾ ਹੁੰਦੀ ਹੈ। ਇਹ 'ਚ ਡਿਊਟੀ ਨਹੀਂ ਹੁੰਦੀ ਕੋਈ। ਜਿਹਨੂੰ ਪਤਾ ਲੱਗ ਗਿਆ ਉਹਨੇ ਆ ਜਾਣਾ, ਜਿਹਨੂੰ ਪਤਾ ਲੱਗ ਗਿਆ ਉਹਨੇ ਕੱਪੜੇ ਲਾ ਕੇ ਆਪਣੇ ਪਾਣੀ ਛਾਲ ਮਾਰ ਕੇ ਕੱਢ ਲਿਆਉਣਾ। NRIs ਵੀ ਆ ਰਹੇ ਨੇ, NRI ਆ ਰਹੇ, ਧਾਰਮਿਕ ਸੰਸਥਾਵਾਂ ਵੀ ਆ ਰਹੀਆਂ ਨੇ, ਲੋਕ ਇੱਕ ਦੂਜੇ ਦਾ ਸਾਥ ਵੀ ਦੇ ਰਹੇ ਨੇ। ਜੀ। ਮਾਨ ਸਾਹਿਬ ਨੂੰ ਇਹ ਸਾਰਾ ਤਜਰਬਾ ਹੋਇਆ ਕਿ ਪਹਿਲਾਂ ਕਈ ਵਾਰ ਸੈਂਟਰ ਅੱਗੇ ਗੱਲ ਕੀਤੀ, ਸੈਂਟਰ ਨੇ ਫੰਡ ਨਹੀਂ ਰਿਲੀਜ਼ ਕੀਤੇ, ਇਸ ਕਰਕੇ ਉਹ ਕਹਿੰਦੇ ਨੇ ਕਿ ਅਸੀਂ ਹੱਥ ਨਹੀਂ ਅੱਡਾਂਗੇ। ਇਹ ਬਹੁਤ ਵੱਡੀ ਗੱਲ ਹੈ। ਇਹਦੇ ਅੰਦਰ ਦੇਖੋ ਕੀ ਸੱਚਾਈ ਛੁਪੀ ਹੋਈ ਹੈ ਕਿ ਸਾਨੂੰ ਕੀ ਸਟੇਟਸ ਦਿੱਤਾ ਜਾ ਰਿਹਾ। ਆਪੇ ਸੱਚ ਬੋਲਦਾ ਨਾ। ਉਹਨੂੰ ਕਹਿੰਦਾ ਅਸੀਂ ਪੰਜਾਬੀ, ਅਸੀਂ ਹੱਥ ਨਹੀਂ ਅੱਡਾਂਗੇ, ਮੰਗਣਾ ਨਹੀਂ ਜਾਣਦੇ। ਵੀ ਆਰ ਨਾਟ ਬੈਗਰ। ਇਹਨੇ ਉਹ ਕਿਹਾ ਅਸੀਂ ਨਹੀਂ ਮੰਗਾਂਗੇ, ਪਰ ਉਹਨੇ ਕਿਹਾ ਲੋਕਾਂ ਕੋ ਮੰਗ ਲਾਂਗੇ। ਇਹ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਸੀ, ਹਾਂ ਤੁਸੀਂ ਕੀਤਾ ਬੈਗਰ। ਸੋ ਫੰਡ ਵੀ ਰੋਕੇ, ਹੱਥ ਅੱਡਣ ਦਾ ਮਤਲਬ ਪੇਂਡੂ ਵਿਕਾਸ ਵਾਲੇ ਫੰਡ ਵੀ ਰੋਕੇ। ਮਤਲਬ ਇਹ ਸਮਝ ਆ ਰਿਹਾ ਹੈ ਕਿ ਇਹ ਕਿੱਦਾਂ ਦਾ ਵਿਵਹਾਰ ਹੋ ਰਿਹਾ ਹੈ। ਬਿਲਕੁਲ। ਸੋ ਅੱਗੇ ਚੱਲੀਏ ਜੀ ਆਪਾਂ, ਕਿਉਂਕਿ ਇਹ ਮਸਲੇ ਤਾਂ ਸੈਂਟਰ ਨਾਲ ਪੰਜਾਬ ਦੇ, ਇਹ ਤੇ ਬਹੁਤ ਲੰਬੇ ਚੌੜੇ ਨੇ। ਇਹ ਲੰਬੇ ਚੱਲਦੇ ਰਹਿਣੇ ਮਸਲੇ, ਰਾਜਨੀਤਿਕ ਮਸਲੇ ਆ ਨਾ। ਪਰ ਇੱਥੇ ਲੋਕਾਂ ਦੀ ਜਾਨ ਜਾ ਰਹੀ ਹੈ। ਇੱਥੇ ਰਾਜਨੀਤੀ ਨਹੀਂ ਚੱਲਣੀ ਚਾਹੀਦੀ। ਇੱਥੇ ਫੰਡ ਮਿਲਣਾ ਚਾਹੀਦਾ ਸੀ, ਕੁਦਰਤੀ ਆਫਤ ਹੈ। ਸਹੀ ਗੱਲ। ਔਰ ਸੁਖਬੀਰ ਬਾਦਲ ਜੀ ਕਹਿੰਦੇ ਨੇ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਨਾਕਾਮ। ਅੱਜ ਸਵੇਰੇ ਨਾ ਇਸ ਸਟੇਟਮੈਂਟ ਦੇ ਉੱਤੇ ਡਿਸਕਸ਼ਨ ਹੋ ਰਹੀ ਸੀ, ਬੈਠੇ ਸੀ ਸਾਰੇ ਐਕਸਪਰਟਸ ਬੈਠੇ ਸੀ। ਅੱਗੋਂ ਕਹਿੰਦੇ ਕਿ ਸੁਖਬੀਰ ਜੀ ਨੇ ਇਹ ਸਟੇਟਮੈਂਟ ਤੇ ਦਿੱਤੀ ਹੈ, ਇਹ ਆਪ ਦੱਸਣ ਕਿ 10 ਸਾਲ ਇਹ ਰਹੇ ਨੇ ਸਰਕਾਰ ਦੇ ਵਿੱਚ, ਇਹਨਾਂ ਨੇ ਲੋਕਾਂ ਦੀਆਂ ਕਿੰਨੀਆਂ ਕੁ ਮੁੱਢਲੀਆਂ ਲੋੜਾਂ ਪੂਰੀਆਂ ਕੀਤੀਆਂ ਨੇ ਕਿ ਲੋਕਾਂ ਨੇ ਸਿਰਫ 3 ਸੀਟਾਂ ਦਿੱਤੀਆਂ ਨੇ ਤੇ ਹਰਾ ਕੇ ਘਰ ਬਿਠਾ ਦਿੱਤਾ ਵਿਹਲੇ ਕਰਕੇ। ਇਹਨਾਂ ਨੂੰ ਹੁਣ ਚੇਤਾ ਆਇਆ ਕਿ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਕੀ ਹੁੰਦੀਆਂ ਨੇ। ਜਦੋਂ ਆਪ ਸਰਕਾਰ 'ਚ ਸੀਗੇ 10 ਸਾਲ, ਉਦੋਂ ਕਿੰਨੀਆਂ ਕੁ ਮੁੱਢਲੀਆਂ ਲੋੜਾਂ ਲੋਕਾਂ ਦੀਆਂ ਇਹਨਾਂ ਨੇ ਪੂਰੀਆਂ ਕੀਤੀਆਂ, ਜਿਹੜਾ ਲੋਕਾਂ ਨੇ ਇਹਨਾਂ ਨੂੰ ਹਰਾ ਦਿੱਤਾ। ਇਹ ਐਕਸਪਰਟਸ ਆਪਸ 'ਚ ਗੱਲ ਕਰ ਰਹੇ ਨੇ ਕਿ ਇਹ ਸਿਰਫ ਪੋਲੀਟੀਕਲ ਸਟੇਟਮੈਂਟਸ ਹੀ ਦੇਣੀਆਂ ਨੇ। ਇਸ ਵਕਤ ਪੰਜਾਬ ਦੇ ਉੱਤੇ ਭੀੜ ਬਣੀ ਹੋਈ ਹੈ ਔਰ ਤੁਸੀਂ ਉੱਥੇ ਰਾਜਨੀਤੀ ਖੇਡਦੇ ਪਏ ਹੋ। ਤੁਹਾਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ। ਇਹ ਕਾਫੀ ਸਿਆਣੇ ਬਜ਼ੁਰਗ ਬੈਠੇ ਹੋਏ ਸੀ ਜਿਹੜੇ ਪੱਤਰਕਾਰਤਾ ਨਾਲ ਜੁੜੇ ਹੋਏ ਨੇ, ਉਹਨਾਂ ਨੇ ਇਹ ਗੱਲ ਕੀਤੀ। ਤੁਹਾਡੇ ਕੀ ਵਿਚਾਰ ਨੇ? ਵੈਸੇ ਇੱਕ ਗੱਲ ਹੈਗੀ ਆ, ਇਹ ਸਾਰੇ ਲੋਕ ਜਾਂ ਬਜ਼ੁਰਗ ਜੋ ਕਹਿੰਦੇ ਨੇ ਉਹਦੇ ਅਕੋਰਡਿੰਗ ਅਸੀਂ ਵੀ ਗੱਲ ਮੰਨਦੇ ਹਾਂ ਕਿ ਇਹਨਾਂ ਨੂੰ ਇਸ ਵੇਲੇ ਤੇ ਇਕੱਠੇ ਹੋ ਕੇ ਇੱਕ ਐਸਾ ਤਰ੍ਹਾਂ ਦਾ ਰੁਤਬਾ ਹਾਸਲ ਕਰਨਾ ਚਾਹੀਦਾ ਕਿ ਲੋਕਾਂ ਨੂੰ ਬਚਾਉਣ ਦਾ। ਇਹ 'ਚ ਰਾਜਨੀਤੀ ਨੂੰ ਜ਼ੀਰੋ ਕਰ ਦੇਣ ਤੇ ਆਪ ਇਕੱਠੇ ਹੋ ਜਾਣ। ਮੁੱਢਲੀਆਂ ਲੋੜਾਂ 'ਤੇ ਵੀ ਮੁੱਢਲੀ ਲੋੜ ਹੀ ਹੈ, ਲੋਕਾਂ ਦੀ ਜਾਨ ਨੂੰ ਖਤਰਾ ਹੋ ਜਾਏ, ਲੋਕਾਂ ਨੂੰ ਰੋਜੀ ਰੋਟੀ ਨਾ ਮਿਲੇ, ਉਹ ਮੁੱਢਲੀ ਲੋੜ ਹੀ ਹੈਗੀ ਆ। ਇਕੱਲੀ ਜੇ ਪੰਜਾਬ ਸਰਕਾਰ ਕਰ ਰਹੀ ਹੈ, ਉਹਦਾ ਤਾਂ ਇਸ ਵੇਲੇ ਉਹਦਾ ਤਾਂ ਇੱਕ ਬਣਦਾ ਰਾਈਟ ਹੈਗਾ, ਉਹਨੂੰ ਕਰਨਾ ਹੈਗਾ। ਜੇ ਬਾਕੀ ਵਿਰੋਧੀ ਪਾਰਟੀਆਂ, ਇਹਨਾਂ ਕੋਲ SGPC ਕੋਲ ਇੰਨਾ ਪੈਸਾ ਹੈਗਾ, ਆਪਾਂ ਕਈ ਵਾਰੀ ਗੱਲ ਕੀਤੀ ਹੈਗੀ, ਹੁਣ ਲੰਗਰ ਲਾਇਆ, ਅੱਛੀ ਗੱਲ ਹੈ। ਹੁਣ ਕੰਮ ਕੀਤਾ, ਬਹੁਤ ਅੱਛੀ ਗੱਲ, ਲੋਕ ਵਾਹ ਕਰ ਰਹੇ ਆ।
ਔਰ ਉਹਦੇ ਵਿੱਚ ਜੇ ਇਹ ਦੂਜੇ ਪਾਸੇ ਆਪਣੇ ਆਪ ਨੂੰ ਧੂਆ ਘੜੀਸੀ ਕਰਨਗੇ, ਉਹਦੇ ਵਿੱਚ ਇਹਨੂੰ ਰਾਜਨੀਤੀ ਨੂੰ ਲੈ ਕੇ ਆਉਣ, ਕਿਉਂਕਿ ਇਸ ਵੇਲੇ ਮਾਹੌਲ ਖਰਾਬ ਆ, ਲੋਕਾਂ ਨੂੰ ਬਚਾਉਣ ਦਾ ਮਾਹੌਲ ਹੈਗਾ, ਰਾਜਨੀਤੀ ਖੇਡਣ ਦਾ ਮਾਹੌਲ ਨਹੀਂ, ਤਮਾਸ਼ਾ ਵੇਖਣ ਦਾ ਮਾਹੌਲ ਨਹੀਂ ਹੈਗਾ। ਸੁਖਬੀਰ ਬਾਦਲ ਨੇ ਵੈਸੇ ਕੁਛ ਹੱਦ ਤੱਕ ਤਾਂ ਗੱਲ ਕੀਤੀ ਹੈ, ਠੀਕ ਕੀਤੀ ਹੈ ਕਿ ਮੁੱਢਲੀਆਂ ਲੋੜਾਂ ਇਹ ਹੈਗੀਆਂ ਪੂਰੀਆਂ ਕਰਨ, ਪਰ ਨਾਕਾਮ ਜਿਹੜੀ ਗੱਲ ਆ ਉਹ ਗੱਲ ਗਲਤ ਹੈਗੀ ਆ। ਇਹਨਾਂ ਨੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ, ਜਿਹੜੇ ਮਾਸਟਰ ਸੀ ਉਹਨਾਂ ਨੂੰ ਵੀ ਅਪਾਇੰਟਮੈਂਟ ਲੈਟਰ ਦਿੱਤੇ ਆ ਅਕੋਰਡਿੰਗ ਬਜਟ ਦੇ। ਉਹ ਤੋਂ ਬਾਅਦ ਜਿਹੜਾ ਇਹਨਾਂ ਨੇ ਨਸ਼ੇ ਦੇ ਬਾਰੇ ਵੀ ਰੌਲਾ ਰੱਪਾ ਪਾਇਆ, ਭੱਜ ਦੌੜ ਕੀਤੀ ਆ, ਪੁਲਿਸ ਹੀ ਆ ਉਹਨੇ ਕਰਨਾ। ਭਗਵੰਤ ਮਾਨ ਨੇ ਆਪ ਤਾਂ ਗੱਡੀ ਲੈ ਕੇ ਜਾਣਾ ਨਹੀਂਗਾ, ਤੇ ਨਾ ਉਹਨਾਂ ਦੇ ਮੰਤਰੀਆਂ ਨੇ ਜਾਣਾ। MLA ਦੇ ਡਿਊਟੀਆਂ ਲੱਗੀਆਂ, ਕਰ ਰਹੇ ਕੰਮ ਜਿੰਨੀ ਜੋਗੇ ਹੈਗੇ ਆ, ਪਰ ਇਹਨਾਂ ਇਹ ਵਾਅਦਾ ਤਾਂ ਨਹੀਂ ਕੀਤਾ ਜਿਹੜੇ ਕੈਪਟਨ ਸਾਹਿਬ ਵਾਂਗੂ ਸੌਂਹਾਂ ਖਾ ਕੇ ਤਾਂ ਨਹੀਂ ਕਰਤਾ ਵੀ ਅਸੀਂ ਬਿਲਕੁਲ ਬੰਦ ਕਰ ਦਾਂਗੇ, ਮੁੜ ਕੇ ਉਹ ਆਪ ਸੌਂ ਗਿਆ, ਉਦੋਂ ਬਾਅਦ ਚੁੱਪ ਹੀ ਹੋ ਗਿਆ। ਅਜੇ ਤਾਂ ਕੋਈ 4 ਸਾਲ ਹੈਗੇ, ਕਰੂਗਾ ਕੰਮ। ਹੁਣੇ ਜਿਹੜਾ ਜੇ 2 ਪੂਣੀਆਂ ਕੱਤ ਕੇ, ਜਿਹੜੀ 2 ਪੂਣੀਆਂ ਕੱਤੀਆਂ ਹੁਣ ਤਾਂ ਕਹਿੰਦੇ ਛਿੱਕੂ ਨਹੀਂ ਭਰਿਆ ਹੈ ਨਾ, ਜਦ ਇਹ ਗੋੜਾ ਸ਼ੁਰੂ ਨਹੀਂ ਹੋਇਆ ਤੇ ਉਦੋਂ ਬਾਅਦ ਚਰਖਾ ਕਹਿੰਦੇ ਹਿਲਣ ਲੱਗ ਪਿਆ, ਤੇ ਉਹਦਾ ਜਿਹੜਾ ਕੰਮ ਨਹੀਂ ਕਰ ਰਿਹਾ, ਗੁੱਝ ਨਹੀਂ ਕੰਮ ਕਰ ਰਹੀ। ਇਹ ਸਿਰਫ ਤੇ ਸਿਰਫ ਉਹਨਾਂ ਤੇ ਊਰਜਾ ਲਾਉਣ ਵਾਲੀ ਗੱਲ ਆ। ਅਜੇ ਵੇਖੋ ਤੁਸੀਂ ਕਿਸ ਪਾਸੇ ਚੱਲ ਰਿਹਾ। ਤੁਸੀਂ 15 ਸਾਲ 20 ਸਾਲ ਤਾਂ ਕੁਝ ਕੀਤਾ ਨਹੀਂ, ਪੰਜਾਬ ਉੱਥੇ ਦਾ ਉੱਥੇ ਬੈਠਾ ਹੈਗਾ। ਜੇ ਮੁੱਢਲੀਆਂ ਲੋੜਾਂ ਨਹੀਂ ਪੂਰੀਆਂ, ਇਹਦਾ ਮਤਲਬ ਕਿ ਇਹਨੇ ਨਹੀਂ ਕੀਤੀਆਂ, ਇਹ ਸਾਰੀਆਂ ਤੁਹਾਡੀ ਖਾਮੀ ਰਹੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਮੈਂ ਤਾਂ ਹੁਣ ਆਇਆ, ਔਰ ਇਹ ਤੋਂ ਪਹਿਲਾਂ ਜੋ ਕੁਝ ਖਾਮੀਆਂ ਰਹੀਆਂ, ਜੋ ਕੁਝ ਭੁਗਤਦੇ ਨੇ ਲੋਕ, ਇਹ ਕੈਪਟਨ ਸਰਕਾਰ ਦੇ ਵੱਸ ਦੀ ਗੱਲ ਹੈਗੀ ਆ। ਹੁਣ ਜਿਹੜੀ ਕਾਂਗਰਸ ਨਹੀਂ ਕਰ ਸਕਦੀ। ਹੁਣ ਭਗਵੰਤ ਮਾਨ ਨੇ ਮੋੜਵਾਂ ਜਵਾਬ ਦਿੱਤਾ ਕਿ ਜਿਹੜੇ ਕਾਂਗਰਸ ਹੈਗੀ ਆ ਇਹ ਬਚੀ ਕੁਚੀ ਕਾਂਗਰਸ ਦੇ ਪ੍ਰਧਾਨ ਹੈਗੇ ਆ, ਤੇ ਜਿਹੜੇ ਸੁਖਬੀਰ ਬਾਦਲ ਆ ਉਹ ਖਾਲੀ ਦਲ ਦੇ ਪ੍ਰਧਾਨ। ਉਹਨਾਂ ਅਕਾਲੀ ਦਲ ਨਹੀਂ ਕਿਹਾ, ਖਾਲੀ ਦਲ ਦੇ ਪ੍ਰਧਾਨ ਉਹਨਾਂ ਨੇ ਕਹਿਤਾ ਵੀ ਉਹ ਵੀ ਖਾਲੀ ਹੋ ਗਿਆ, ਕਿਉਂਕਿ ਉਹਨਾਂ ਦੇ ਵੈਟਰਨ ਜਿਹੜੇ ਪੁਰਾਣੇ ਬੁੱਧੀਜੀਵ ਚੰਨੇ ਸੀ ਉਹਨਾਂ ਦੇ ਚਲੇ ਗਏ ਵਿੱਚੋਂ। ਢੀਂਡਸਾ ਸਾਹਿਬ ਵੀ ਚਲੇ ਗਿਆ, ਉਹਦੇ ਵਿੱਚ ਬਾਕੀ ਵੀ ਚਲੇ ਗਏ, ਉਮਰਾਂ ਨੰਗਲ ਸਾਹਿਬ ਦੇ ਬੇਟੇ ਸੀ ਉਹ ਸੀਗੇ। ਉਦੋਂ ਬਾਅਦ ਪੁਰਾਣੇ ਬੰਦੇ ਤਾਂ ਨਹੀਂ ਰਹੇ ਇਹਦੇ 'ਚ, ਤੇ ਬਾਕੀ ਰਹੇ ਨਵੇਂ, ਤੇ ਨਵਿਆਂ ਕੋਈ ਸੰਭਾਲੇ ਨਹੀਂ ਜਾ ਰਹੇ। ਕੋਰ ਕਮੇਟੀ ਥੋੜੀ ਮੀਟਿੰਗ ਹੋਈ, ਉਹਦੇ ਵਿੱਚ ਕੋਈ ਸਿੱਟਾ ਨਹੀਂ ਕੱਢਿਆ ਨਾ। ਬੰਦਿਆਂ ਨੇ ਹੀ ਕੰਮ ਕਰਨਾ, ਜੇ ਬੰਦੇ ਹੀ ਨਹੀਂ ਹੈਗੇ ਤੇ ਕੰਮ ਕਿਹਨੇ ਕਰਨਾ? ਗੱਲ ਤਾਂ ਇਹ ਆ। ਔਰ ਦੂਜਾ ਜਿਹੜਾ ਮੈਂ ਪਹਿਲਾਂ ਗੱਲ ਕੀਤੀ ਸੀ, ਜਿਹੜਾ ਪਾਣੀ ਜਲ ਥਲ ਹੋਇਆ ਪਿਆ ਪੰਜਾਬ ਦੇ ਅੰਦਰ, ਕਰਪਸ਼ਨ ਦੀ ਗੱਲ ਹੁੰਦੀ ਹੈ, ਉੱਥੇ ਵੀ ਕਈ ਵਾਰ ਪੁੱਛਿਆ ਜਾਂਦਾ ਹੈ, ਕਹਿੰਦੇ ਪੈਸਾ ਕਿੱਥੇ ਗਿਆ, ਜਿਹੜਾ ਇੰਨਾ ਕਰੋੜਾਂ ਦਾ ਬਜਟ ਆਉਂਦਾ ਉਹ ਕਿੱਥੇ ਗਿਆ? ਤੇ ਕਿਸੇ ਜਰਨਲਿਸਟ ਨੇ ਇਹ ਸਵਾਲ ਪੁੱਛਿਆ ਤੇ ਅੱਗੋਂ ਕਿਸੇ ਪੋਲੀਟੀਕਲ ਲੀਡਰ ਨੇ ਜਵਾਬ ਦਿੱਤਾ ਸੀਗਾ, ਕਹਿੰਦੇ ਉਹ ਪੈਸਾ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਹੈ। ਹੁਣ ਉੱਥੇ ਤੇ ਉਹ ਬਣੇ ਹੋਏ ਨੇ ਜਿਹੜੇ 2 ਵੱਡੇ ਬੰਗਲੇ ਬਣੇ ਹੋਏ ਨੇ ਜਿਹੜੇ, ਇਹਨਾਂ ਦੇ ਕੈਪਟਨ ਸਾਹਿਬ ਦੇ ਵੀ ਤੇ ਇਹਨਾਂ ਦੇ ਵੀ, ਬਾਦਲ ਪਰਿਵਾਰ ਦਾ ਵੀ ਹੈ, ਜੀ ਦਾ ਵੀ ਉਧਰ ਹੀ ਆ ਸਾਰੇ ਜਿੰਨੇ ਕੋਈ। ਔਰ ਕੁਝ ਕਹਿ ਰਹੇ ਨੇ ਕਿ ਜਿਹੜਾ ਨਵਾਂ ਚੰਡੀਗੜ੍ਹ ਵਸਾ ਰਹੇ ਨੇ ਉਹ ਵੀ ਉਧਰ ਕਿਤੇ ਵਸਦੇ ਪਏ ਨੇ। ਹੁਣ ਆ ਜਿਹੜਾ ਪੈਸਾ ਹੈ, ਕਹਿੰਦੇ ਨੇ ਕਿ ਇਹ ਪੈਸਾ ਉਧਰ ਲੱਗਾ ਹੋਇਆ। ਇੱਥੋਂ ਤੱਕ ਗੱਲਾਂ ਹੁੰਦੀਆਂ ਪਈ ਨੇ। ਬਾਕੀ ਕਹਿੰਦੇ ਨੇ ਜਾਂਚ ਬਿਠਾਓ। ਚਲੋ ਜਾਂਚ ਬਿਠਾ ਕੇ ਦੇਖ ਲਓ, ਹੁਣ ਉਹਦਾ ਕੀ ਸਿੱਟਾ ਨਿਕਲਦਾ ਇਹਦਾ ਪਤਾ ਨਹੀਂ। ਜਾਂਚ ਦੇ ਸਿੱਟੇ ਅੱਜ ਤੱਕ ਕਿੰਨੇ ਕੁ ਨਿਕਲੇ ਨੇ, ਪਰ ਇਹ ਗੱਲ ਤਾਂ ਹੋ ਰਹੀ ਹੈ ਨਾ। ਇਹਦਾ ਮਤਲਬ ਦਾਲ ਵਿੱਚ ਕੁਝ ਨਾ ਕੁਝ ਕਾਲਾ ਤਾਂ ਹੈ, ਤਾਂ ਹੀ ਗੱਲ ਹੁੰਦੀ ਹੈ। ਔਰ ਪੋਲੀਟੀਕਲ ਬੰਦੇ ਹੀ ਗੱਲਾਂ ਕਰਦੇ ਨੇ, ਇਹਦਾ ਮਤਲਬ ਉਹ ਅੰਦਰ ਦੇ ਖਾਤੇ ਦੀਆਂ ਗੱਲਾਂ ਜਾਣਦੇ ਨੇ, ਇਸ ਕਰਕੇ ਗੱਲਾਂ ਹੁੰਦੀਆਂ ਨੇ। ਨਾਲੇ ਮੀਂਹ ਨਵੇਂ ਨਹੀਂ ਪੈਂਦੇ, ਮੀਂਹ ਤਾਂ ਇਦਾਂ ਹੀ ਪੈਂਦੇ ਰਹੇ ਆ। ਔਰ ਸਾਵਣ ਦਾ ਮਹੀਨਾ ਤਾਂ ਜੇ ਆਉਣਾ, ਬਾਰਿਸ਼ ਹੋਣੀ ਆ। ਔਰ ਇਹਦੇ 'ਚ ਸਾਡੇ ਕੋਲ ਡਿਪਾਰਟਮੈਂਟ ਆ। ਅੱਜ ਕੱਲ੍ਹ ਤਾਂ ਪਹਿਲਾਂ ਜ਼ਮਾਨਾ ਸੀਗਾ ਜਦੋਂ ਪ੍ਰਤਾਪ ਸਿੰਘ ਕੈਰੋਂ ਰਹੇ ਮੁੱਖ ਮੰਤਰੀ, ਉਦੋਂ ਇਦਾਂ ਦਾ ਪ੍ਰੈਡਿਕਸ਼ਨ ਨਹੀਂ ਸੀ ਹੁੰਦੀ। ਉਦੋਂ ਇਦਾਂ ਦੀ ਸਾਇੰਸ ਉੱਥੇ ਨਹੀਂ ਸੀ ਵੀ ਮੀਂਹ ਕਦੋਂ ਪੈਣਾ ਤੇ ਕਿੱਧਰ ਪੈ ਜਾਣਾ, ਡੇਟ ਫਿਕਸ ਨਹੀਂ ਸੀ ਹੁੰਦੀ। ਔਰ ਉਦੋਂ ਪ੍ਰਤਾਪ ਸਿੰਘ ਕੈਰੋਂ ਨੇ ਫਲੱਡ 'ਤੇ ਐਸਾ ਕੰਟਰੋਲ ਕਰਕੇ ਦਿਖਾਇਆ, ਕਿਸੇ ਦੀ ਸ਼ਿਕਾਇਤ ਨਹੀਂ ਸੀ। ਰੋਈਆਂ ਦੇ ਜਾਲ ਉਦੋਂ ਵਿਛਾਏ ਗਏ, ਉਦੋਂ ਖਾਲ ਨਾਲੇ ਬਣੇ ਗਏ। ਜੋ ਵੀ ਪੈਟਰਨ ਪ੍ਰਤਾਪ ਸਿੰਘ ਕੈਰੋਂ ਦਾ ਬਣਿਆ ਸੀਗਾ, ਉਦੋਂ ਬਾਅਦ ਜਿੰਨੇ ਮੁੱਖ ਮੰਤਰੀ ਆਏ ਉਹਨਾਂ ਨੇ ਨਿਭਾਇਆ। ਫਿਰ ਅੰਗਰੇਜ਼ਾਂ ਨੇ ਜੋ ਕੁਝ ਕਰਕੇ, ਅੰਗਰੇਜ਼ਾਂ ਨੇ ਪੁਲ ਬਣਾਉਣ 'ਤੇ, ਨਹਿਰਾਂ ਕੱਢ ਦਿੱਤੀਆਂ। ਫਿਰ ਉਹਨਾਂ ਨੇ ਆ ਜਿਹੜੇ ਟਰੈਕ ਬਣਾਉਣ 'ਤੇ ਰੇਲਵੇ ਦੇ, ਹੈ ਨਾ, ਸਭ ਤੋਂ ਕੀਤਾ। ਪੋਸਟ ਆਫਿਸ ਬਣਾਉਣ 'ਤੇ, ਡਾਕਖਾਨੇ ਬਣਾਉਣ 'ਤੇ। ਇਹਨਾਂ ਕੀ ਕੀਤਾ? ਇਹਨਾਂ ਉਹਨੂੰ ਵਰਤਣ ਜੋਗੇ ਹੈ ਨਹੀਂ ਗੇ, ਉਹਦੀਆਂ ਇੱਟਾਂ ਨੂੰ ਸੰਭਾਲਣ ਜੋਗੇ ਹੈ ਨਹੀਂ ਗੇ। ਔਰ ਉਹਦੇ 'ਚ ਸਿਹਤ ਸੇਵਾਵਾਂ ਜਿਹੜੀਆਂ ਉਹਦੇ 'ਚ ਲੋਕ ਮਰ ਰਹੇ ਆ। ਲੋਕ ਵਿਚਾਰੇ ਇਲਾਜ ਤੋਂ ਬਗੈਰ ਮਰ ਰਹੇ ਆ। ਇਹ ਕਿਹਦਾ ਇਲਾਜ ਆ? ਕੌਣ ਕਰ ਰਿਹਾ? ਕਿੰਨੇ ਪੈਸਾ ਖਰਚ ਕਰਨਾ? ਸਿਰਫ ਤੇ ਸਿਰਫ ਇਹਨਾਂ ਕੋਲ ਐਲਾਨਨਾਮਾ ਹੈਗਾ। ਉਹ ਇੱਕ ਜਦੋਂ ਥੱਲੇ ਚੱਲ ਜਾਂਦਾ, ਹਾਰ ਜਾਂਦਾ, ਉਹ ਕਹਿੰਦਾ ਇਹਦੇ ਕੰਮ 'ਚ ਬੜੀਆਂ ਖਾਮੀਆਂ, ਇਹਨਾਂ ਨੇ ਨਾਕਾਮ ਰਹੇ ਆ, ਇਹਨਾਂ ਕੀਤਾ ਕੁਝ ਨਹੀਂ ਕਿਹਾ। ਭਲੇ ਉਹ ਮਾਨਸੋ ਤੁਸੀਂ ਕੀ ਕਰਕੇ ਦਿਖਾਤਾ ਲੋਕਾਂ ਨੂੰ, ਤੇ ਇਹਨਾਂ ਕੋਲ ਹੋਇਆ ਨਹੀਂਗਾ। ਸਹੀ ਗੱਲ ਹੈ। ਔਰ ਇਹ ਵੀ ਐਕਸਪਰਟਸ ਮੰਨਦੇ ਨੇ ਜੀ ਕਿ ਜਿਹੜੇ ਵਿੱਚ ਕੰਮ ਕਰਦੇ ਨੇ ਰਾਜਨੀਤਿਕ ਆਗੂ ਨੇ, ਜਿੱਥੇ ਵੀ ਰਾਜਨੀਤੀ, ਪੂਰੇ ਦੇਸ਼ ਦੀ ਗੱਲ ਕਰਦੇ ਨੇ ਕਿ ਜਿੱਥੇ ਜਿਹਦਾ ਵਸ ਚੱਲਿਆ ਨਾ, ਉਹਨੇ ਰੱਜ ਕੇ ਮੁਲਕ ਨੂੰ ਖਾਧਾ। ਸਹੀ ਗੱਲ। ਉਹਨੇ ਰੱਜ ਕੇ ਸੂਬੇ ਨੂੰ ਖਾਧਾ ਤੇ ਆਪਣੇ ਮਹਿਲ ਉਸਾਰੇ ਨੇ, ਜਿਹਦੇ ਵਿੱਚ ਹੀ ਹੈਲੀਕਾਪਟਰ ਉਤਰਦਾ, ਵਿੱਚੋਂ ਹੀ ਹੈਲੀਕਾਪਟਰ ਚੜ੍ਹਦਾ। ਪੂਰੀ ਐਸ਼ ਹੈ। ਔਰ ਉਹ ਵੱਖਰੀ ਦੁਨੀਆ ਹੈ। ਉਸ ਦੁਨੀਆ ਦੇ ਵਿੱਚ ਚਲੇ ਜਾਓ ਨਾ ਤਾਂ ਫਿਰ ਬਾਹਰ ਦੀ ਦੁਨੀਆ ਭੁੱਲ ਜਾਂਦੀ ਹੈ ਕਿ ਬਾਹਰ ਉਹ ਲੋਕ ਵੀ ਹੈਗੇ ਨੇ ਜਿਹੜੇ ਸੜਕਾਂ 'ਤੇ ਸੌਂਦੇ ਨੇ, ਜਿਨ੍ਹਾਂ ਨੂੰ ਖਾਣ ਵਾਸਤੇ ਰੋਟੀ ਨਹੀਂ ਮਿਲਦੀ ਪਈ। ਉਹ ਭੁੱਲ ਜਾਂਦੇ ਨੇ ਕਿਉਂਕਿ ਅੰਦਰ ਇੰਨਾ ਆਰਾਮ ਹੈ, ਕੰਫਰਟ ਜ਼ੋਨ ਹੈ ਕਿ ਬਾਹਰ ਦੀ ਦੁਨੀਆ ਦਾ ਲਿੰਕ ਹੀ ਖਤਮ ਹੋ ਜਾਂਦਾ ਹੈ। ਹੁਣ ਫਿਰ ਕਿੰਨੇ ਫੜੇ ਗਏ? ਕੁਸ਼ਲਦੀਪ ਜਿਹੜਾ ਹੈਗਾ ਕੁੱਕੀ,
ਉਹ ਆ ਰਹੇ ਆ ਉਹਦੇ 'ਚ ਰੋਜ਼ ਵਿਜੀਲੈਂਸ ਦੀ ਜਿਹੜੀ ਰਿਪੋਰਟ ਉਹਨਾਂ ਕੋਲ ਮੰਗੀ ਜਾਂਦੀ ਆ। ਫਿਰ ਆ ਗਿਆ ਵੈਦ, ਕੁਲਦੀਪ ਵੈਦ, ਉਹਨਾਂ ਦੇ ਵੀ ਰੋਜ਼ ਦਿਹਾੜੀ ਤਲਵਾਰ ਹੈ। ਓਪੀ ਸੋਨੀ ਜੀ ਇਸ ਵੇਲੇ ਜੁਡੀਸ਼ੀਅਲ ਰਿਮਾਂਡ 'ਚ ਹੈਗੇ ਆ, ਹਸਪੀਟਲ 'ਚ ਹੈਗੇ ਆ। ਉਦੋਂ ਬਾਅਦ ਸਿੰਗਲਾ ਜੀ, ਕਿੰਨੇ ਜਿੱਥੇ ਉਂਗਲਾਂ ਤੇ ਗਿਣੋਗੇ ਹੈ ਨਾ, ਉਹਦੇ ਵਿੱਚ ਕਿੰਨੇ ਜਿਹੜੇ ਹੈਗੇ ਆ ਮੰਤਰੀ, ਜੰਗਲਾਤ ਮੰਤਰੀ ਜਿਹੜੇ ਰਹੇ ਸੀ, ਉਹਨਾਂ ਤੇ ਅਜੇ ਉਹ ਜ਼ਮਾਨਤ ਤੇ ਬਾਹਰ ਆ ਗਏ ਆ। ਔਰ ਸਾਧੂ ਸਿੰਘ ਧਰਮਸੋਤ, ਉਹ ਵੀ ਇਸੇ ਤਰ੍ਹਾਂ ਹੀ ਨੇ। ਕਿੰਨੇ ਜਿਹੜੇ ਮੰਤਰੀ ਆ, ਜੇ ਇਹ ਪੈਸਾ ਖਾਂਦੇ ਆ ਤੇ ਫੜੇ ਵੀ ਜਾਂਦੇ ਆ। ਔਰ ਇਹਨਾਂ ਨੂੰ ਇੰਨੀ ਕੁ ਤਾਂ ਚਾਹੀਦੀ ਹੈ ਕਿ ਘੱਟੋ ਘੱਟ ਅਸੀਂ ਲੋਕਾਂ ਦਾ ਪੈਸਾ ਤਾਂ ਨਾ ਖਾਈਏ, ਜੇ ਕਮਾਈ ਆਪਣੀ ਤਾਂ ਆਪ ਕਮਾ ਕੇ ਤੇ ਖਾਈਏ। ਜਦੋਂ ਇਹ ਮੰਤਰੀ ਬਣਦੇ ਆ, ਜਦੋਂ ਉਹਨਾਂ ਨੇ ਆਪਣਾ ਇਲੈਕਸ਼ਨ ਦੇ ਵਿੱਚ ਫੰਡਿੰਗ ਦੇਣੀ, ਤਾਂ ਉਦੋਂ ਉਹਨਾਂ ਕੋਲ 2 ਲੱਖ ਤੋਂ ਵੱਧ ਨਹੀਂ ਹੁੰਦਾ, ਉਦੋਂ ਕੋਈ ਗੱਡੀ ਨਹੀਂ ਹੁੰਦੀ, ਉਦੋਂ ਕੋਈ 1 ਏਕੜ ਜ਼ਮੀਨ ਨਹੀਂ ਹੁੰਦੀ। ਫਿਰ ਇਹਨਾਂ ਕੋਲ ਸ਼ੀਸ਼ ਮਹਿਲ ਬਣ ਜਾਂਦੇ ਆ, ਫਿਰ ਇਹਨਾਂ ਕੋਲ ਵੱਡੀਆਂ ਵੱਡੀਆਂ ਗੱਡੀਆਂ ਲਗਜ਼ਰੀ ਆ ਜਾਂਦੀਆਂ, ਫਿਰ ਇਹਨਾਂ ਕੋਲ 12 ਕਰੋੜ 1200 ਕਰੋੜ, ਫਿਰ ਪਤਾ ਨਹੀਂ ਕਿੰਨੇ ਪੈਸੇ ਆ ਰਹੇ ਆ, ਫਿਰ ਗਿਣੇ ਨਹੀਂ ਜਾਂਦੇ ਇਹਨਾਂ ਕੋਲ। ਫਿਰ ਮਸ਼ੀਨਾਂ ਹੀ ਗਿਣਦੀਆਂ ਇਹਨਾਂ ਕੋਲ ਪੈਸਾ ਆ ਕੇ, ਇਹਨਾਂ ਕੋਲ ਹੱਥੀਂ ਨਹੀਂ ਗਿਣਿਆ ਜਾਂਦਾ। ਹੈਲੀਕਾਪਟਰ ਵੀ ਤਾਂ ਗਿਣੋ ਨਾ, ਵੱਡੀਆਂ ਵੱਡੀਆਂ ਗੱਡੀਆਂ ਦੇ ਨਾਲ ਹੈਲੀਕਾਪਟਰ ਵੀ ਹੁੰਦੇ ਨੇ। ਦੇਖੋ ਇਹ ਪੈਸਾ ਸਾਡਾ ਤੁਹਾਡਾ ਹੀ ਹੈ, ਲੋਕਾਂ ਦਾ, ਪਬਲਿਕ ਦਾ। ਬਿਲਕੁਲ ਪਬਲਿਕ ਦਾ ਪੈਸਾ ਹੈ। ਔਰ ਨਾਲ ਇੱਕੇ ਵੀ ਪੋਲਿਟਿਕਸ, ਕਿਸ ਪਾਰਟੀ ਕੋਲ ਕਿੰਨਾ ਫੰਡ ਹੈ ਕਦੀ ਡਿਕਲੇਅਰ ਹੋਇਆ? ਨੈਵਰ। ਹਰ ਬੰਦਾ ਆਪਣੀ ਇਨਕਮ ਡਿਕਲੇਅਰ ਕਰਦਾ ਹੈ। ਹਰ ਨੋਮੀਨੇਸ਼ਨ ਭਰਨ ਤੋਂ ਪਹਿਲਾਂ ਲੀਡਰ ਆਪਣੀ ਇਨਕਮ ਡਿਕਲੇਅਰ ਕਰਦਾ ਹੈ। ਪਾਰਟੀ ਕਿਉਂ ਨਹੀਂ ਡਿਕਲੇਅਰ ਕਰਦੀ ਕਿ ਮੇਰੇ ਕੋਲ ਕਿੰਨਾ ਪਾਰਟੀ ਫੰਡ ਹੈ, ਮੇਰੇ ਕੋਲ ਕਿੰਨਾ ਪੈਸਾ ਹੈ, ਤੇ ਉਹ ਸੋਰਸ ਕਿੱਥੋਂ ਨੇ, ਕਿੱਥੋਂ ਆ ਰਿਹਾ ਹੈ? ਪਾਰਟੀ ਕੋ ਹੋਣਾ ਚਾਹੀਦਾ, ਪਾਰਟੀ ਦਾ ਪੈਸਾ ਜਿਹੜਾ ਆ ਰਿਹਾ ਪਬਲਿਕ ਦੇ ਵਿੱਚ ਟ੍ਰਾਂਸਪੇਰੈਂਟ ਹੋਵੇ ਸਿਸਟਮ। ਪਬਲਿਕ ਫੰਡ ਉਹਨਾਂ ਕੋ ਆ ਰਿਹਾ, ਫਿਰ ਕਿ ਇਲੈਕਸ਼ਨ ਫੰਡ ਆ ਰਿਹਾ, ਐਨਆਰਆਈ ਵੀ ਵੀਰ ਦਿੰਦੇ ਆ, ਕਈ ਕੁਝ ਆ ਰਿਹਾ ਪੈਸਾ, ਕਦੀ ਨਹੀਂ ਆ ਰਿਹਾ। ਇਹ ਸੋਰਸਸ ਬਿਲਕੁਲ ਖੋਲੋ, ਉਹ ਨਹੀਂ ਦੱਸਦੇ। ਔਰ ਕੋਈ ਵੀ ਐਸਾ ਕਾਨੂੰਨ ਦੇ ਅੰਦਰ ਰੂਲ ਨਹੀਂ ਹੈ ਜਿਹਦੇ ਵਿੱਚ ਕੋਈ ਵੀ ਆਮ ਜਨਤਾ ਇਹ ਡਿਟੇਲ ਪੁੱਛ ਸਕੇ ਕਿ ਤੁਸੀਂ ਦੱਸੋ ਤੁਹਾਡੇ ਕੋਲ ਕਿੰਨਾ ਪੈਸਾ ਹੈ। ਨਹੀਂ ਦੱਸਦੇ। ਉਹ ਆਰਟੀਆਈ ਦੇ ਵਿੱਚ ਪੈਂਦੀ ਵੀ ਤੇ ਜਵਾਬ ਨਹੀਂ ਦਿੰਦੇ, ਕਿਉਂਕਿ ਇਹਨਾਂ ਨੂੰ ਉਹ ਜਵਾਬ ਦੇਣ ਦਾ ਮਤਲਬ ਹੈ ਹੀ ਨਹੀਂਗਾ, ਨਾ ਉਹਦਾ ਜਵਾਬ ਦਿੰਦੇ ਆ। ਆਪ ਜਦੋਂ ਫਸਦੇ ਆ ਫਿਰ ਵਿਜੀਲੈਂਸ ਫੜਦੀ ਇਹਨਾਂ ਨੂੰ, CID ਫੜਦੀ ਆ, CBI ਫੜਦੀ ਆ, ਫਿਰ ਪਤਾ ਲੱਗਦਾ। ਫਿਰ ਇਹਦਾ ਮਤਲਬ ਸਿਸਟਮ ਟ੍ਰਾਂਸਪੇਰੈਂਟ ਨਹੀਂ ਹੈ, ਪਾਰਦਰਸ਼ੀ ਨਹੀਂ ਹੈ। ਇੱਕ ਤਾਂ ਕਹਿੰਦੇ ਨੇ ਦਾਲ 'ਚ ਕਾਲਾ ਹੈ, ਇੱਥੇ ਦਾਲ ਹੀ ਕਾਲੀ ਹੈ। ਦਾਲ ਹੀ ਕਾਲੀ, ਸਾਰੀ ਦੀ ਸਾਰੀ ਹੈਗੀ। ਇਹ ਨਹੀਂ ਆਂਦੇ ਵੀ ਇੱਕ ਨਹੀਂ ਆਂਦੇ, ਉਹ ਪੂਰੇ ਦਾ ਪੂਰਾ ਟੱਬਰ ਹੀ ਉਤਿਆ, ਟੱਬਰ ਹੀ ਜਿਹੜਾ ਨਾ ਉਹ ਉਲਝਿਆ। ਤੁਸੀਂ ਆਪ ਦੱਸੋ ਡੈਮੋਕ੍ਰੇਸੀ ਕਿੱਥੇ ਖੜੀ ਹੈ? ਇਹ ਜਿਹੜਾ ਗਰੀਬੀ ਹਟਾਓ ਦਾ ਨਾਰਾ ਲਾਉਨੇ ਆ, ਇਸ ਨਾਰੇ ਦਾ ਕੋਈ ਮਤਲਬ ਹੈ? ਉਹ ਕਦੀ ਨਹੀਂ ਗਰੀਬੀ ਹਟਣੀ, ਨਾ ਇਹਨਾਂ ਹਟਣ ਦੇਣੀ ਹੈ, ਸਿਰਫ ਨਾਅਰੇਬਾਜ਼ੀ। ਲੋਕਾਂ ਨੂੰ ਪਤਾ, ਲੋਕ ਆਂਦੇ ਆ ਕਿ ਇਹਨਾਂ ਨੇ ਆਪਣੀ ਗਰੀਬੀ ਦੂਰ ਕਰਨੀ ਹੈ, ਦੂਜਿਆਂ ਨੂੰ ਤੇ ਗਰੀਬ ਹੋਰ ਕਰਨਗੇ, ਉਹਨੂੰ ਪਾਵਰਟੀ ਲਾਈਨ ਤੋਂ ਥੱਲੇ ਲੈ ਕੇ ਆਉਣਾ। ਸਰ ਉਹੀ ਤਾਂ ਵੋਟ ਬੈਂਕ ਹੈ। ਗਰੀਬ ਹੀ ਤਾਂ ਵੋਟ ਬੈਂਕ ਹੈ। ਬਿਲਕੁਲ। ਫਿਰ ਤੁਹਾਨੂੰ ਮੁਫਤ ਦਾ ਅਨਾਜ ਦੇਵਾਂਗੇ, ਤੁਹਾਨੂੰ ਮੁਫਤ ਦਾ ਆ ਦੇਵਾਂਗੇ, ਮੁਫਤ ਦਾ ਉਹ ਦੇਵਾਂਗੇ। ਉਹ ਮੁਫਤ ਕਰਕੇ ਮੁਫਤਖੋਰੇ ਲੋਕ ਬਣਾ ਦਿੱਤੇ। ਸਾਨੂੰ ਵੋਟ ਦਿਓ, ਤੁਹਾਨੂੰ ਮੁਫਤ ਦਾ ਦੇਵਾਂਗੇ। ਇੱਥੇ 5-5 ਕਿਲੋ ਅਨਾਜ ਲੈ ਕੇ ਮਹੀਨੇ ਦਾ ਖੁਸ਼ ਹੋਈ ਜਾਂਦੇ ਨੇ। ਜੇ ਆਪਾਂ ਗੱਲ ਕਰੀਏ ਤਾਂ ਕਹਿਣਗੇ ਅਸੀਂ ਗਰੀਬ ਦੀ ਸਹਾਇਤਾ ਕਰਦੇ ਹਾਂ, ਤੇ ਤੁਹਾਨੂੰ ਇਹਦੇ ਉੱਤੇ ਇਤਰਾਜ਼ ਨਹੀਂ ਹੈ। ਇਹ ਤਾਂ ਸਾਡਾ ਕਾਨੂੰਨ ਵੀ ਕਹਿੰਦਾ, ਕਨਸਟੀਟਿਊਸ਼ਨ ਵੀ ਕਹਿੰਦਾ ਕਿ ਜਿਸ ਬੰਦੇ ਕੋਲ ਰੋਟੀ ਨਹੀਂ ਹੈ ਉਸ ਨੂੰ ਰੋਟੀ ਦੇਣਾ ਸਟੇਟ ਦਾ ਫਰਜ਼ ਹੈ। ਇੱਕ ਨੇਤਾ ਨੇ ਕਿਹਾ ਸੀਗਾ, ਇਸੇ ਕਰਕੇ ਉਹਨੂੰ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਤੁਸੀਂ ਜਿਹੜੀਆਂ ਸੜਕਾਂ ਕਿਉਂ ਨਹੀਂ ਬਣਾ ਰਹੇ, ਪਿੰਡਾਂ ਨੂੰ ਸ਼ਹਿਰਾਂ ਨਾਲ ਕਿਉਂ ਨਹੀਂ ਜੋੜ ਰਹੇ, ਸਕੂਲ ਕਾਲਜ ਪਿੰਡਾਂ 'ਚ ਨਹੀਂ ਖੋਲ੍ਹ ਰਹੇ, ਕੀ ਗੱਲ ਹੈਗੀ ਆ? ਪਿੰਡਾਂ ਵਾਲੇ ਵਿਚਾਰੇ ਉੱਥੇ ਹੀ ਆ, ਔਰ ਲੀਡਰ ਅਜੇ ਵੀ ਉਹ ਜੀਂਦੇ ਆ, ਸਾਰਾ ਕੁਝ ਹੈਗਾ। ਉਹ ਪੱਤਰਕਾਰ ਨੂੰ ਉਹਨੇ ਜਵਾਬ ਦਿੱਤਾ, ਨਹੀਂ ਕਾਕਾ, ਇਹ ਗੱਲ ਨਹੀਂ ਹੋ ਸਕਦੀ। ਇਸ ਕਰਕੇ ਨਹੀਂ ਹੋ ਸਕਦੀ, ਜਿਹੜੇ ਲੋਕ ਜੇ ਸੜਕਾਂ ਬਣ ਗਈਆਂ, ਪੜ੍ਹ ਲਿਖ ਗਏ, ਉਹਨਾਂ ਦੀ ਜਿਹੜੀ ਆ ਨੀਂਦ ਜਿਹੜੀ ਉਹ ਖੁੱਲ੍ਹ ਜਾਣੀ ਆ। ਜਦੋਂ ਉਹਨਾਂ ਨੂੰ ਜਾਗਰੂਕ ਹੋ ਗਏ, ਉਹਨਾਂ ਨੇ ਸ਼ਹਿਰਾਂ ਵੱਲ ਨੂੰ ਦੌੜਨਾ, ਫਿਰ ਸ਼ਹਿਰਾਂ ਵੱਲ ਆ ਕੇ ਫਿਰ ਸਾਡੇ ਦਫ਼ਤਰਾਂ ਨੂੰ ਘੇਰਨਗੇ, ਫਿਰ ਉਹਨਾਂ ਨੂੰ ਹੋਸ਼ ਆ ਜਾਣੀ। ਅਸੀਂ ਉਹਨਾਂ ਨੂੰ ਬੇਹੋਸ਼ ਕਰਕੇ ਰੱਖਣਾ, ਇਹ ਸੜਕਾਂ ਨਹੀਂ ਬਣ ਦੇਣੀਆਂ, ਟੁੱਟੇ ਖੱਡੇ ਹੋਣਗੇ ਤੇ ਆਪੇ ਸ਼ਹਿਰਾਂ ਵੱਲ ਨਹੀਂ ਆਉਣਗੇ। ਸ਼ਹਿਰਾਂ ਨੂੰ ਜੋੜਨ ਦਾ ਮਤਲਬ ਇਹ ਹੈਗਾ ਕਿ ਜੇ ਅਸੀਂ ਸੜਕਾਂ ਬਣਾਉਣ ਤੇ ਵੀ ਇਹ ਇਸ ਗੱਲ ਤੋਂ ਜਿਹੜੇ ਆ ਨਾ ਦੂਰ ਰਹਿੰਦੇ। ਬਿਲਕੁਲ ਜੀ, ਮਤਲਬ ਲੋਕਾਂ ਨੂੰ ਚਾਹੀਦਾ ਰੋਜ਼ਗਾਰ, ਉਹਨਾਂ ਨੂੰ ਕੰਮ ਦਿਓ, ਆਪਣੇ ਹੱਥੀਂ ਕਮਾਣ ਤੇ ਆਪਣੇ ਹੱਥੀਂ ਖਾਣ ਤੇ ਦੇਸ਼ ਨੂੰ ਬਣਾਉਣ ਦੇ ਵਿੱਚ ਯੋਗਦਾਨ। ਸਹੀ ਗੱਲ। ਚਲੋ ਜੀ, ਦੂਜਾ ਵਿਸ਼ਾ ਕੋਈ ਆਪਾਂ ਦੂਸਰਾ ਵਿਸ਼ਾ ਲੈਂਦੇ ਆ, ਕਿਉਂਕਿ ਕਰਪਸ਼ਨ ਦਾ ਵਿਸ਼ਾ ਕਰਦੇ ਰਹੇ ਤਾਂ ਆਪਾਂ ਨੂੰ ਰਾਤ ਪੈ ਜਾਣੀ ਹੈ। ਸਹੀ ਗੱਲ। ਅਗਲੇ ਵਿਸ਼ੇ ਰਹਿ ਜਾਣੇ ਨੇ। ਉੱਤਰਾਖੰਡ ਸੂਬੇ ਵਿੱਚ ਕਾਂਗਰਸ ਅਗਨੀਵੀਰ ਯੋਜਨਾ ਖਿਲਾਫ ਆਵਾਜ਼ ਉਠਾਵੇਗੀ, ਇਹ ਖੜਕੇ ਸਾਹਿਬ ਨੇ ਕਿਹਾ, ਕਿਉਂਕਿ ਖੜਕੇ ਸਾਹਿਬ ਸੂਬੇ ਦੇ ਨੈਸ਼ਨਲ ਪ੍ਰਧਾਨ ਨੇ ਤੇ ਖੜਕਾ ਕੇ ਰੱਖ ਦਿੰਦੇ ਨੇ, ਤਾਂ ਹੀ ਸ਼ਾਇਦ ਖੜਕੇ ਸਾਹਿਬ ਨੇ ਕਿ ਉਹਨਾਂ ਨੇ ਖੜਕਾ ਕੇ ਕਿਹਾ ਕਿ ਅਸੀਂ ਆਵਾਜ਼ ਉਠਾਵਾਂਗੇ ਅਗਨੀਵੀਰ ਯੋਜਨਾ ਜਿਹੜੀ ਹੈ, ਕਿਉਂਕਿ ਠੇਕੇ ਦੇ ਉੱਤੇ ਤੁਸੀਂ ਫੌਜੀ ਭਰਤੀ ਕਰਦੇ ਨੇ ਔਰ ਆਰਮੀ ਕਮਜ਼ੋਰ ਹੋ ਰਹੀ ਹੈ, ਇਹ ਕਿਹਾ ਜਾ ਰਿਹਾ। ਔਰ ਬਹੁਤ ਸਾਰੇ ਆਫੀਸਰਸ ਦੀਆਂ ਪੋਸਟ ਖਾਲੀ ਨੇ, ਉਹ ਪੋਸਟ ਨਹੀਂ ਭਰੀਆਂ ਜਾ ਰਹੀਆਂ। ਉੱਤਰਾਖੰਡ ਦੇ ਵਿੱਚ ਹੁਣੇ ਕਾਂਗਰਸ ਨੇ ਇੱਕ ਹੰਗਾਮੀ ਮੀਟਿੰਗ ਕੀਤੀ ਸੀ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਜੇ ਚਾਹਿਆ ਤਾਂ ਜਿਹੜੀ ਫੌਜ ਦੇ ਵਿੱਚ ਭਰਤੀ ਹੋ ਰਹੀ ਹੈ, ਜਿਸ 'ਚ ਅਗਨੀਵੀਰ ਦੇ ਤੌਰ 'ਤੇ ਮੁੰਡੇ ਜਾ ਰਹੇ ਸੀ, ਐਤਕੀ ਸਕੀਮ ਦਿੱਤੀ ਆ ਕੇਂਦਰ ਨੇ,
ਔਰ ਡਿਫੈਂਸ ਮਿਨਿਸਟਰ ਜਿਹੜੇ ਨੇ ਉਹਦੇ 'ਚ ਰਾਜਨਾਥ, ਉਹਨਾਂ ਨੇ ਕਹਿ ਦਿੱਤਾ ਕਿ ਅਗਨੀਵੀਰ ਦੇ ਵਿੱਚ ਜਿਹੜੀ 4.5 ਸਾਲ ਤੱਕ ਹੀ ਰਹੂਗੀ ਜੌਬ, ਉਹ 'ਚ ਪੈਨਸ਼ਨੇਬਲ ਨਹੀਂ ਹੋਊਗੀ, ਜਿਹੜੀਆਂ ਸਹੂਲਤਾਂ ਪਹਿਲਾਂ ਮਿਲਦੀਆਂ ਸੀ, ਨੋ ਫੈਸਿਲਿਟੀ। ਔਰ ਉਹਦੇ ਵਿੱਚ ਜਿਹੜੀ ਟ੍ਰੇਨਿੰਗ ਤੋਂ ਬਾਅਦ ਉਹ ਕੰਮ ਕਰੂਗਾ, ਟ੍ਰੇਨਿੰਗ ਤੋਂ ਬਾਅਦ ਵੈਪਨ ਦੀ ਟ੍ਰੇਨਿੰਗ ਲਊਗਾ, ਲੜਾਈ ਵੀ ਲੜੂਗਾ। ਉਹ ਤਿੰਨੇ ਫੋਰਸਾਂ ਲਈ ਕਹਿ ਦਿੱਤਾ, ਉਹ 'ਚ ਨੇਵੀ ਵੀ ਹੈਗੀ ਆ, ਏਅਰ ਫੋਰਸ ਵੀ ਹੈਗੀ ਆ, ਥਲ ਸੈਨਾ ਵੀ ਹੈਗੀ, ਸਾਰੀਆਂ ਦੇ ਵਿੱਚ ਉਹਨਾਂ ਦੇ ਕਮਾਂਡਰ ਆ, ਉਹਨਾਂ ਦੇ ਅੰਡਰ ਇੱਕ ਸਾਰਾ ਕੁਝ ਸਿੱਖਣਗੇ। ਸਿੱਖਣ ਤੋਂ ਬਾਅਦ 4 ਸਾਲ ਨੌਕਰੀ ਕਰਨਗੇ, ਫਿਰ ਬਾਹਰ ਆ ਜਾਣਗੇ, ਫਿਰ ਸਿਵਲੀਅਨ ਦੇ ਤੌਰ 'ਤੇ ਰਹਿਣਗੇ। ਐਕਸ ਸਰਵਿਸਮੈਨ ਦਾ ਜਿਹੜਾ ਰੁਤਬਾ ਉਹ ਵੀ ਨਹੀਂ ਰਹੂਗਾ ਇਹਨਾਂ ਨੂੰ, ਕਿਉਂਕਿ ਬਾਕੀ ਫੌਜਾਂ ਦੇ ਵਿੱਚ ਜਾਂ ਬਾਕੀ ਮਹਿਕਮਿਆਂ ਦੇ ਵਿੱਚ ਇਹਨਾਂ ਨੂੰ ਜੌਬ ਨਹੀਂ ਮਿਲੂਗੀ। ਇਹ ਮਸਲਾ ਲੈ ਕੇ ਖੜਕੇ ਸਾਹਿਬ ਨੇ ਹੁਣ ਉੱਥੇ ਮੀਟਿੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇੱਕ ਹਰ ਸਟੇਟ ਦਾ ਇੱਕ ਰਿਕਰੂਟਮੈਂਟ ਦਾ ਜਿਹੜਾ ਉਹਨਾਂ ਦਾ ਕੋਟਾ ਹੁੰਦਾ, ਹਰ ਸਟੇਟ ਦਾ। ਪੰਜਾਬ ਦਾ ਵੱਖਰਾ ਕੋਟਾ, ਕਿਉਂਕਿ ਪੰਜਾਬ ਦੇ ਮੁੰਡੇ ਬੜੇ ਜਵਾਨ ਤੇ ਬੜੇ ਫਿਜ਼ੀਕਲ ਫਿੱਟ ਹੁੰਦੇ ਸੀ। ਇਹਨਾਂ ਦੇ ਮੁੰਡਿਆਂ ਨੂੰ ਇੱਥੋਂ ਬਹੁਤ ਲਿਆ ਪੰਜਾਬ ਦਿਆਂ ਨੂੰ, ਪਰ ਉਦੋਂ ਬਾਅਦ ਹੌਲੀ ਹੌਲੀ ਕੋਟਾ ਘਟਦਾ ਗਿਆ, ਮੁੰਡੇ ਨਹੀਂ ਗਏ। ਜਦੋਂ ਰੈਗੂਲਰ ਆਰਮੀ ਸੀ ਉਦੋਂ ਵੀ ਘਟ ਗਏ। ਜਨਰਲ ਕਰਨਲ ਜਿੰਨੇ ਨੇ ਏਅਰ ਫੋਰਸ 'ਚ ਵੀ ਸਰਦਾਰ ਅਰਜਨ ਸਿੰਘ ਜੀ ਸੀ ਕਮਾਂਡਰ ਸੀਗੇ, ਉਹ ਰਹੇ, ਚੀਫ ਰਹੇ ਉਹ। ਉਦੋਂ ਬਾਅਦ ਬਾਕੀ ਫੌਜਾਂ ਦੇ ਵਿੱਚ ਵੀ ਰਹੇ ਆ, ਜਿਹੜੀਆਂ ਵੀ ਆਰਮੀ ਆ ਉਹਦੇ ਵਿੱਚ ਬ੍ਰਿਗੇਡੀਅਰ ਹੈਡ ਜਨਰਲ ਹੈ ਨਾ, ਉਹਦੇ ਵਿੱਚ ਰਹੇ ਆ। ਪੰਜਾਬ ਦੇ ਹੀ ਰਹੇ ਸਾਰੇ। ਉਹਨਾਂ ਨੂੰ ਪਤਾ ਵਾਰੀਅਰ ਹੈਗੇ ਆ, ਲੜਾਕੂ ਵੀ ਹੈਗੇ ਆ, ਉੱਚੇ ਲੰਬੇ ਵੀ ਹੈਗੇ ਆ। ਉਹ ਕੋਟਾ ਪੂਰਾ ਹੋਇਆ ਨਹੀਂ ਤੇ ਇਹਨਾਂ ਨੇ ਅਗਨੀਵੀਰ ਦੇ ਦਿੱਤਾ। ਉਹ ਅਗਨੀਵੀਰ ਤੇ ਇਹਨਾਂ ਨੇ ਵੇਖਿਆ ਹੀ ਨਹੀਂ, ਉੱਧਰ ਤੇ ਗਿਆ ਹੀ ਨਹੀਂ ਕੋਈ ਵੀ। ਤੇ ਬਾਹਰਲੇ ਸੂਬਿਆਂ 'ਚ ਅਜੇ ਥੋੜ੍ਹਾ ਬਹੁਤ ਇਹਦੀ ਪ੍ਰਤੀਕਿਰਿਆ ਹੈਗੀ ਸੀ, ਪਰ ਹੁਣ ਜਾ ਕੇ ਉੱਤਰਾਖੰਡ ਦੇ ਵਿੱਚ ਕਾਂਗਰਸ ਜਿਹੜੀ ਉੱਥੇ ਗਏ, ਉਹਨਾਂ ਦੇ ਚੀਫ ਗਏ ਆ, ਹੈੱਡ ਗਏ ਆ, ਉਹਨਾਂ ਨੇ ਕਹਿਤਾ ਕਿ ਇਹਦੇ ਵਿੱਚ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਲੋਕਾਂ ਨੂੰ ਜਿਹੜੇ ਨੌਜਵਾਨ ਮੁੰਡੇ ਆ ਉਹਨਾਂ ਨੂੰ ਨੌਕਰੀ ਜਿਹੜੀ ਹੈਗੀ ਆ ਤਰੀਕੇ ਦੀ ਨੌਕਰੀ ਨਹੀਂ ਦਿੱਤੀ ਗਈ, ਪੈਨਸ਼ਨੇਬਲ ਨਹੀਂ ਹੈਗੀ, ਕੋਈ ਇਹਦੇ ਵਿੱਚ ਡਿਫੈਂਸ ਦਾ ਰੂਲ ਰੈਗੂਲੇਸ਼ਨ ਨਹੀਂ ਹੈਗਾ। ਉਹਨਾਂ ਨੇ ਕਹਿਤਾ ਕਿ ਤੁਸੀਂ ਇਹ ਤੋਂ ਪਿੱਛੇ ਹਟ ਜਾਓ, ਅਸੀਂ ਸਰਕਾਰ ਨਾਲ ਥੋੜ੍ਹਾ ਜਿਹਾ ਲਵਾਂਗੇ ਲੋਹਾ, ਅਸੀਂ ਕਰਾਂਗੇ। ਉਹਨਾਂ ਨੂੰ ਕਹਾਂਗੇ ਕਿ ਅਗਨੀਵੀਰ ਬੰਦ ਕਰੋ। ਤੇ ਉੱਤਰਾਖੰਡ ਦੇ ਬੱਚੇ ਜਿਹੜੇ ਸੀਗੇ, ਪਹਾੜੀ ਏਰੀਆ, ਉੱਥੇ ਦੇ ਬੱਚੇ ਜਿਹੜੇ ਬੜੇ ਹੈਗੇ ਆ, ਗੁਰੀਲਾ ਯੁੱਧ ਵੀ ਜਾਣਦੇ ਆ, ਲੜਨਾ ਵੀ ਜਾਣਦੇ ਆ, ਸਾਰਾ ਕੁਝ ਕਰਨਾ ਜਾਣਦੇ ਆ। ਹੁਣ ਉਹਨਾਂ ਨੇ ਨੌਜਵਾਨ ਵੀ ਇਕੱਠੇ ਕੀਤੇ ਆ, ਲੀਡਰ ਵੀ ਇਕੱਠੇ ਕੀਤੇ ਆ, ਉਹਨਾਂ ਨਾਲ ਕੀਤੀ ਆ ਹੰਗਾਮੀ ਮੀਟਿੰਗ। ਹੁਣ ਉਹਦਾ ਜਵਾਬ ਜਿਹੜਾ ਰਾਹੁਲ ਗਾਂਧੀ ਵੀ ਗਏ ਉੱਥੇ, ਇਹ ਸਾਰੇ ਉੱਥੇ ਗਏ। ਉਸ ਬਾਅਦ ਪੈਦਲ ਯਾਤਰਾ ਕੀਤੀ ਉਹਨਾਂ ਨੇ, ਜਾ ਕੇ ਉਸ ਸੂਬੇ 'ਚ ਲੋਕਾਂ ਨੂੰ ਮਿਲੇ ਹੈਗੇ ਆ। ਵੈਸੇ ਤਾਂ ਇਹ ਵੀ ਗੱਲ ਹੈਗੀ ਆ, ਬਹੁਤੇ ਆਲੋਚਕਾਂ ਨੇ ਕਿਹਾ ਵੀ ਇਹ ਜਿਹੜਾ ਹੈਗਾ ਇਲੈਕਸ਼ਨ ਦਾ ਚੱਕਰ ਵੀ ਹੈਗਾ, ਪਰ ਇੱਕ ਤਾਂ ਜਿਹੜਾ ਮਨਸੂਬਾ ਜਿਹੜਾ ਡਿਮਾਂਡ ਤੇ ਪ੍ਰੋਪਰ ਹੈ, ਉਹਨਾਂ ਦੀ ਜਿਹੜੀ ਡਿਮਾਂਡ ਇਸ ਵੇਲੇ ਹੈਗੀ ਉਹ ਤਾਂ ਗੱਲ ਸਹੀ ਹੈ ਨਾ। ਉਹਨਾਂ ਇਲੈਕਸ਼ਨ ਤੋਂ ਆਉਣ ਤੋਂ ਬਾਅਦ ਵੋਟ ਪਾਉਣੀ ਜਾਂ ਨਹੀਂ ਪਾਉਣੀ, ਪਰ ਉਹਨਾਂ ਦੇ ਲਈ ਇੱਕ ਆਵਾਜ਼ ਤਾਂ ਬੁਲੰਦ ਕੀਤੀ ਹੈ ਕਾਂਗਰਸ ਨੇ। ਇਹ ਸਹੀ ਗੱਲ ਹੈ ਕਿ ਦੂਜੀ ਬੀਜੇਪੀ ਨੇ ਉਹਨਾਂ ਨਾਲ ਧੋਖਾਧੜੀ ਕੀਤੀ ਹੈ ਲੋਕਾਂ ਨੂੰ ਭਰਤੀ ਕਰਨ ਤੋਂ ਬਾਅਦ। ਨਾਮ ਕੇਵਲ ਉੱਤਰਾਖੰਡ ਲਈ ਉਹਨਾਂ ਕਿਹਾ, ਪੂਰੇ ਭਾਰਤ ਲਈ ਹੈਗੀ ਹੈ। ਕਾਨੂੰਨ ਤਾਂ ਸਾਰਿਆਂ 'ਤੇ ਲਾਗੂ ਹੋ ਗਿਆ। ਅਗਨੀਵੀਰ ਤੇ ਜਿਹੜਾ ਇਹ ਉਹਨਾਂ ਦੇ ਕਰਨ ਲਈ ਉਹਨਾਂ ਨੂੰ ਭਰਤੀ ਕਰਨ ਦਾ ਸਾਰਾ ਕੁਝ ਕੀਤਾ, ਉਹ ਬੜਾ ਜਿਹੜਾ ਗਲਤ ਮਨਸੂਬਾ ਬਣ ਗਿਆ। ਬਿਲਕੁਲ ਹੈ, ਕਿਉਂਕਿ ਫੌਜ ਦੇ ਉੱਤੇ ਖਾਸ ਧਿਆਨ ਦੇਣਾ ਪਏਗਾ। ਜੀ। ਔਰ ਕਈ ਮਿਲਟਰੀ ਐਕਸਪਰਟ ਵੀ ਇਹ ਮੰਨਦੇ ਨੇ ਕਿ ਸਾਡੀ ਆਰਮੀ ਜਿਹੜੀ ਹੈ ਉਹਦੇ 'ਚ ਜਿੰਨੀ ਰਿਕਰੂਟਮੈਂਟ ਚਾਹੀਦੀ ਹੈ ਉਹ ਨਹੀਂ ਹੋ ਰਹੀ। ਔਰ ਬਜਟ ਨੂੰ ਲੈ ਕੇ ਵੀ ਗੱਲ ਹੁੰਦੀ ਹੈ, ਔਰ ਹਮੇਸ਼ਾ ਇਸ ਗੱਲ ਦੇ ਉੱਤੇ ਫਿਕਰ ਰਹਿੰਦਾ ਕਿ ਕਿਤੇ ਸਾਡੀ ਭਾਰਤ ਦੀ ਆਰਮੀ ਕਮਜ਼ੋਰ ਨਾ ਪੈ ਜਾਏ। ਇਸ ਗੱਲ ਦੀ ਵੀ ਗੱਲ ਹੁੰਦੀ ਆ। ਬਾਕੀ ਅਸੀਂ ਬਾਹਰੋਂ ਵਿਦੇਸ਼ੋਂ ਇੰਪੋਰਟ ਵੀ ਕਰਦੇ ਪਏ ਹਾਂ ਪੁਰਜ਼ੇ, ਔਰ ਹਥਿਆਰਾਂ ਦੀ ਗੱਲ ਵੀ ਹੋ ਰਹੀ ਹੈ, ਔਰ ਪ੍ਰੀਡੇਟਰ ਡਰੋਨ ਵੀ ਅਸੀਂ ਖਰੀਦਣ ਜਾ ਰਹੇ ਹਾਂ ਅਮਰੀਕਾ ਤੋਂ। ਇਹ ਵੀ ਸਭ ਗੱਲਾਂ ਹੋ ਰਹੀਆਂ ਨੇ। ਔਰ ਇਹਦੇ ਵਿੱਚ ਇੱਕ ਹੋਰ ਸਵਾਲ ਵੀ ਉੱਠਦਾ ਪਿਆ ਕਿ ਸੇਮ ਪ੍ਰੀਡੇਟਰ ਡਰੋਨ ਅਮਰੀਕਾ ਨੇ ਯੂਕਰੇਨ ਨੂੰ ਦਿੱਤੇ ਨੇ ਰਸ਼ੀਆ ਦੇ ਖਿਲਾਫ ਇਸਤੇਮਾਲ ਕਰਨ ਵਾਸਤੇ, ਪਰ ਰਸ਼ੀਆ ਦੀ ਟੈਕਨੋਲੋਜੀ ਇੰਨੀ ਜ਼ਬਰਦਸਤ ਹੈ, ਉਹਨਾਂ ਦੇ ਜੈਮਰਸ ਇੰਨੇ ਜ਼ਬਰਦਸਤ ਨੇ ਕਿ ਇਹ ਪ੍ਰੀਡੇਟਰ ਡਰੋਨ ਫੇਲ ਸਾਬਿਤ ਹੋ ਰਹੇ ਨੇ। ਔਰ ਯੂਕਰੇਨ ਦੀ ਆਰਮੀ ਨੇ ਵੀ ਇਹ ਗੱਲ ਮੰਨੀ ਹੈ। ਏਅਰ ਜੈਟ ਉਹਨਾਂ ਕੋਲ ਬੜੇ ਅੱਛੇ ਜਿਹੜੇ ਜਹਾਜ਼ ਹੁਣ ਐਕਸਪਰਟ ਮਿਲਟਰੀ ਐਕਸਪਰਟ ਕਹਿੰਦੇ ਨੇ ਕਿ ਸੇਮ ਪ੍ਰੀਡੇਟਰ ਡਰੋਨ ਭਾਰਤ ਖਰੀਦਦਾ ਹੈ ਤਾਂ ਫਿਰ ਉਹਦਾ ਕੀ ਅਸਰ ਪੈ ਸਕਦਾ ਹੈ, ਕਿਉਂਕਿ ਭਾਰਤ ਨੂੰ ਇਸ ਕਰਕੇ ਚਾਹੀਦੇ ਨੇ ਕਿ ਜੋ ਚੀਨ ਨਾਲ ਸਰਹੱਦ ਲੱਗਦੀ ਹੈ ਕਈ ਕਿਲੋਮੀਟਰ ਦੀ, ਉੱਥੇ ਬਰਫ਼ ਜੰਮੀ ਹੁੰਦੀ ਹੈ, ਉੱਥੇ ਫੌਜੀਆਂ ਦਾ ਪਹੁੰਚਣਾ ਕਈ ਵਾਰ ਐਕਸੈਸ ਹੋਣਾ ਮੁਸ਼ਕਿਲ ਹੈ, ਤਾਂ ਡਰੋਨ ਦੇ ਰਾਹੀਂ ਪੂਰੀ ਸਰਹੱਦ ਦੀ ਨਿਗਰਾਨੀ ਕੀਤੀ ਜਾਵੇ। ਪਰ ਜੇ ਉੱਥੇ ਯੁੱਧ ਦੇ ਵਿੱਚ ਫੇਲ ਸਾਬਿਤ ਹੋ ਰਹੇ ਨੇ ਤਾਂ ਫਿਰ ਇੰਡੀਆ ਕਿਉਂ ਖਰੀਦ ਰਿਹਾ? ਇਹ ਵੀ ਸਵਾਲ ਕਈ ਮਿਲਟਰੀ ਐਕਸਪਰਟ ਚੁੱਕਦੇ ਪਏ ਨੇ, ਕਿਉਂਕਿ ਕਈ ਤਰ੍ਹਾਂ ਦੇ ਬ੍ਰੇਨਸ ਨੇ। ਉਹਨੇ ਪੂਰੀਆਂ ਡਿਸਕਸ਼ਨਸ ਹੋਣਗੀਆਂ। ਹੁਣ ਨਾਲ ਇਹ ਵੀ ਹੈ ਨਾ, ਪ੍ਰੀਡੇਟਰ ਡਰੋਨ ਦੇ ਵਿੱਚ ਇੰਡੀਆ ਕਿੱਦਾਂ ਦੀ ਟੈਕਨੋਲੋਜੀ ਚਾਹੁੰਦਾ ਹਾਂ, ਜਿੱਦਾਂ ਦੀ ਟੈਕਨੋਲੋਜੀ ਹੋਏਗੀ ਉਹ ਕੀ ਟੈਕਨੋਲੋਜੀ ਹੋਏਗੀ, ਕਿਸ ਲੈਵਲ ਦੀ ਹੋਏਗੀ, ਔਰ ਨਾਲ ਟਰਾਂਸਫਰ ਆਫ ਟੈਕਨੋਲੋਜੀ ਵੀ ਚਾਹੁੰਦਾ। ਔਰ ਨਾਲ ਇਹ ਵੀ ਡੀਲ ਹੋਈ ਹੈ ਕਿ ਅਮਰੀਕਾ ਤੇ ਭਾਰਤ ਮਿਲ ਕੇ ਹਥਿਆਰ ਬਣਾਉਣ, ਤਾਂ ਕਿ ਇੰਡੀਆ ਆਪਣੇ ਆਪ ਨੂੰ ਸੈਲਫ ਡਿਪੈਂਡੈਂਟ ਕਰਨਾ ਚਾਹੁੰਦਾ ਹੈ, ਆਤਮ ਨਿਰਭਰ ਕਰਨਾ ਚਾਹੁੰਦਾ ਆਪਣੇ ਆਪ ਨੂੰ ਹਥਿਆਰਾਂ ਦੇ ਬਣਾਉਣ ਦੇ ਵਿੱਚ। ਔਰ ਇਹ ਬਹੁਤ ਪੁਰਾਣਾ ਸੁਪਨਾ ਰਿਹਾ ਹੈ ਭਾਰਤ ਦਾ। ਤਾਂ ਰਸ਼ੀਆ ਤੋਂ ਵੀ ਲੈਂਦਾ, ਪਰ ਇਹ ਭਾਰਤ ਚਾਹੁੰਦਾ ਕਿ ਆਪਣੇ ਡਿਵੈਲਪ ਕਰਾਂ, ਆਪਣੀ ਰੱਖਿਆ ਵਾਸਤੇ ਵੀ ਤੇ ਬਾਹਰਲੇ ਹੋਰ ਮੁਲਕਾਂ ਨੂੰ ਵੀ ਮੈਂ ਸਪਲਾਈ ਕਰਾਂ। ਸੋ ਇਹ ਚਲਦੀਆਂ ਰਹਿੰਦੀਆਂ ਨੇ ਸਾਰੀਆਂ ਪਾਲਿਸੀਜ਼, ਇਹਨਾਂ ਉੱਤੇ ਕੰਮ ਹੁੰਦਾ ਰਹਿੰਦਾ। ਆਪਾਂ ਹੁਣ ਅੱਗੇ ਚੱਲਦੇ, ਕਿਉਂਕਿ ਖੜਕੇ ਸਾਹਿਬ ਨੇ ਕਾਫੀ ਖੜਕਾ ਦਿੱਤਾ ਹੈ ਸਾਰਾ ਕੰਮ। ਹੁਣ ਅੱਗੇ ਦੇਖੋ ਇਹ ਕਿੱਧਰ ਬੈਠਦੀ ਹੈ ਸਾਰੀ ਗੱਲ। ਤੇ ਹੁਣ ਪੰਜਾਬ ਦੀ ਗੱਲ ਕਰਦੇ ਹਾਂ, ਵਿਦਿਆਰਥੀ ਤੇ ਕਿਸਾਨ, ਕਿਉਂਕਿ ਵਿਦਿਆਰਥੀ ਭਵਿੱਖ ਨੇ, ਕਿਸਾਨ ਅੰਨਦਾਤਾ ਹੈ। ਦੋਵਾਂ ਤੇ ਭੀੜ ਬਣੀ ਹੋਈ ਹੈ। ਔਰ ਕਿਸਾਨਾਂ ਦਾ ਤੇ ਬੁਰਾ ਹਾਲ ਹੈ ਇਸ ਵਕਤ, ਕਿਉਂਕਿ ਸਾਰੇ ਝੋਨੇ ਦੀ ਫਸਲ
ਜੋ ਹਾਲ ਹੋਇਆ ਹੈ, ਤੇ ਨਾਲ ਵਿਦਿਆਰਥੀਆਂ ਵਾਸਤੇ ਕੋਈ ਫਿਊਚਰ ਨਹੀਂ, ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਨੇ, ਜਿਹੜੇ ਬਾਹਰ ਨਹੀਂ ਜਾ ਪਾਉਂਦੇ, ਪਰਿਵਾਰਿਕ ਤੌਰ ਤੇ ਇੰਨੇ ਸਟਰੋਂਗ ਨਹੀਂ ਹੈਗੇ, ਉਹਨਾਂ ਵਾਸਤੇ ਇੱਥੇ ਰਹਿਣਾ ਮਜਬੂਰੀ ਹੋ ਜਾਂਦੀ, ਉਹ ਇਹ ਕਹਿੰਦੇ ਨੇ। ਹੁਣ ਉਹ ਕੀ ਕਰਨ ਤੇ ਕੀ ਨਾ ਕਰਨ, ਖੁਦਕੁਸ਼ੀਆਂ ਵੱਧਦੀਆਂ ਜਾ ਰਹੀਆਂ ਨੇ ਕਿਸਾਨਾਂ ਦੀਆਂ ਤੇ ਵਿਦਿਆਰਥੀਆਂ ਦੇ ਪੰਜਾਬ ਦੇ ਵਿੱਚ। ਹਾਂ, ਇਹ ਜਿਹੜਾ ਮਸਲਾ ਰੁਝਾਨ ਹੈ ਇਹ ਇੰਡੀਆ 'ਚ ਬਹੁਤ ਜ਼ਿਆਦਾ ਪ੍ਰਚਲਿਤ ਹੋ ਗਿਆ। ਉਹਦੇ ਵਿੱਚ ਵਿਦਿਆਰਥੀ ਖਾਸ ਤੌਰ ਤੇ ਜਿਹੜਾ ਇਹ ਸੁਸਾਈਡ ਕਰ ਰਹੇ ਆ, ਜਿਹਦੇ ਵਿੱਚ ਹੁਣੇ ਜਿਹੜੇ ਸਾਡੇ ਰਾਸ਼ਟਰਪਤੀ ਨੇ ਮੁਰਮੂ ਜੀ, ਉਹਨਾਂ ਨੇ ITI ਦੇ ਵਿੱਚ ਜਿਹੜੀ ਮਾਡਰਨ ਟੈਕਨੋਲੋਜੀ ਉਹਦੇ ਵਿੱਚ ਭਾਸ਼ਣ ਦਿੱਤਾ ਸੀਗਾ। ਉਹਦੇ ਵਿੱਚ ਸਾਰੇ ਟੈਕਨੀਕਲ ਤੇ ਜਿਹੜੇ ਇੰਜੀਨੀਅਰ ਬੱਚੇ ਸੀਗੇ ਉਹਨਾਂ ਨੇ ਸੰਬੋਧਨ 'ਚ ਕਿਹਾ ਕਿ ਵੈਸੇ ਕੰਪੀਟੀਟਿਵ ਐਗਜ਼ਾਮ ਹੁੰਦੇ ਇਹਨਾਂ ਦੇ, ਮੈਡੀਕਲ ਦੇ ਔਰ ਜਿਹੜੇ ਇੰਜੀਨੀਅਰਿੰਗ ਦੇ ਆ, ਇਹਦੇ ਵਿੱਚ ਬੱਚਿਆਂ ਦੇ ਵਿੱਚ ਬੋਝ ਤਾਂ ਬਹੁਤ ਹੁੰਦਾ, ਪਰ ਬੱਚਿਆਂ ਦੇ ਵਿੱਚ ਕੰਪੀਟੀਟਿਵ ਦੀ ਧਾਰਨਾ ਲੈ ਕੇ ਬੱਚੇ ਅੱਗੇ ਲੰਘਣਾ ਚਾਹੁੰਦੇ ਆ, ਜਦੋਂ ਨਹੀਂ ਅੱਗੇ ਲੰਘਿਆ ਜਾਂਦਾ ਪਿੱਛੇ ਰਹਿ ਜਾਂਦੇ ਆ। ਬਹੁਤ ਬੱਚੇ ਇਕੱਲੇ ਸੁੱਤੇ ਪਏ ਸੁਸਾਈਡ ਕਰ ਜਾਂਦੇ ਆ, ਕੁੜੀਆਂ ਵੀ ਆ ਮੁੰਡੇ ਵੀ ਆ। ਯੂਨੀਵਰਸਿਟੀਆਂ 'ਚੋਂ ਇਹ ਰਿਪੋਰਟਾਂ ਆ ਰਹੀਆਂ, ਤਾਂ ਉਹਨਾਂ ਨੇ ਇਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਬੜਾ ਕੁਛ ਹੈਗਾ, ਜ਼ਿੰਦਗੀ ਇੱਕ ਵਾਰੀ ਮਿਲਦੀ ਹੈ, ਵਾਰ-ਵਾਰ ਨਹੀਂ ਮਿਲਦੀ। ਇਸ ਜ਼ਿੰਦਗੀ ਨੂੰ, ਇਹ ਅਨਮੋਲ ਜ਼ਿੰਦਗੀ ਨੂੰ ਸੰਭਾਲਣ ਲਈ ਤੁਸੀਂ ਆਪਣੇ ਮਾਂ ਪਿਓ ਦੇ ਅੱਗੇ ਜਿਹੜਾ ਚੱਲਣ ਦੇ, ਜਿਹੜਾ ਕਾਰੋਬਾਰ ਕਰਨ ਦੇ ਲਈ ਅੱਗੇ ਵਧਣਾ ਹੈਗਾ, ਪਰ ਤੁਸੀਂ ਉਹਨਾਂ ਨੂੰ ਚਿੰਤਾ 'ਚ ਕਿਉਂ ਪਾ ਦਿੰਦੇ ਜੋ? ਮਾਂ ਪਿਓ ਫਿਰ ਜੀਂਦੇ ਨਹੀਂ ਰਹਿੰਦੇ। ਉਹਨਾਂ ਨੂੰ ਪਿਆਰ ਨਾਲ ਤੇ ਮੁਹੱਬਤ ਨਾਲ ਸਮਝਾਇਆ ਇਹਨਾਂ ਨੇ ਬੱਚਿਆਂ ਨੂੰ। ਔਰ ਉਸ ਤੋਂ ਬਾਅਦ ਜੇ ਅਸੀਂ ਕੋਈ ਵੀ ਅਖਬਾਰ ਚੁੱਕ ਲਈਏ ਤੇ ਰੋਜ਼ ਸਵੇਰੇ ਸਾਨੂੰ ਪਤਾ ਲੱਗਦਾ ਵੀ ਇਸ ਯੂਨੀਵਰਸਿਟੀ 'ਚ, ਇਸ ਕਾਲਜ ਦੇ ਵਿੱਚ ਮੁੰਡੇ ਛੱਤ ਤੋਂ ਜਾ ਕੇ ਡਿੱਗ ਕੇ ਮਰ ਗਿਆ, ਕਿਸੇ ਨੇ ਕੁਝ ਖਾ ਲਿਆ, ਕੁਝ ਆ ਹੋ ਗਿਆ। ਔਰ ਇਹਦੇ ਵਿੱਚ ਜਿਹੜੇ ਸਾਇੰਟਿਸਟ ਨੇ, ਜਿਹੜੇ ਸਕਾਲਰ ਨੇ, ਉਹਨਾਂ ਕਿਹਾ ਕਿ ਤੇ ਇਕਨੋਮਿਕਲ ਪ੍ਰੋਬਲਮ ਹੁੰਦੀ ਹੈ, ਇੱਕ ਹੁੰਦੀ ਹੈ ਸਟੇਟਸ ਦੀ ਕਿ ਮੈਂ ਆਹ ਬਣਨਾ ਸੀ, ਮੈਂ ਇਹ ਕਿਉਂ ਨਹੀਂ ਬਣਿਆ। ਇੱਕ ਬਾਹਰ ਜਾਣ ਦਾ, ਆਈਲੈਟਸ ਕਰਨ ਦੇ ਵਿੱਚ ਜੇ ਉਹਨਾਂ ਦੇ ਬਰਾਬਰ ਬੈਂਡ ਨਹੀਂ ਆਏ, ਉਹ ਵੀ ਬੱਚੇ ਸੁਸਾਈਡ ਕਰ ਜਾਂਦੇ ਆ। ਕੰਪੀਟੀਸ਼ਨ ਨੇ, ਜਿਹੜੀ ਮੁਕਾਬਲਾ ਕਰਨ ਦੀ ਧਾਰਨਾ ਨੇ ਮਾਰਤਾ ਲੋਕਾਂ ਨੂੰ। ਪਹਿਲਾਂ ਨਹੀਂ ਸੀ ਹੁੰਦਾ, ਪਹਿਲਾਂ ਲੋਕ 10 ਪੜ੍ਹ ਕੇ ਵੀ ਜਿੱਥੇ ਜੋਬ ਮਿਲਦੀ ਕਰ ਲੈਂਦੇ ਸੀ। ਜੇ BA ਕਰ ਲਈ ਜਾਂ ਗ੍ਰੈਜੂਏਸ਼ਨ ਕਰ ਲਈ, ਜੋਬ ਮਿਲਦੀ, ਜੋਬ ਵੀ ਵਾਧੂ ਸੀ, ਮਿਲ ਜਾਂਦੀਆਂ ਸੀ। ਹੁਣ ਕਹਿੰਦੇ ਵੀ ਇੱਕ ਆਰਥਿਕਤਾ ਦੀ ਜਿਹੜੀ ਤੰਗੀ ਆ ਉਹਦਾ ਕਰਕੇ, ਇੱਕ ਲੋਕਾਂ ਨੂੰ ਸਟੇਟਸ ਦਾ ਕਰਕੇ, ਇੱਕ ਮਾਂ ਪਿਓ ਨਾਲ ਝਗੜਾ ਵੀ ਕਰਦੇ ਬੱਚੇ। ਮਾਂ ਪਿਓ ਜੇ ਦਬਕਾ ਮਾਰਦੇ ਤੇ ਬੱਚੇ ਸਹਾਰਦੇ ਨਹੀਂ। ਇਹਦਾ ਹੈਗਾ ਪੇਸ਼ੈਂਸ ਨਹੀਂ ਰਹੀ, ਨਿਮਰਤਾ ਨਹੀਂ ਰਹੀ। ਹਰ ਬੰਦਾ ਚੌਧਰੀ ਬਣ ਕੇ ਆਪਣਾ ਆਪ ਨੂੰ ਅੱਗੇ ਤੋਰਦਾ ਵਾ। ਅੱਗੇ ਜੁਆਇੰਟ ਫੈਮਿਲੀ ਹੁੰਦੀ ਸੀ, ਚਾਚੇ ਦਾ ਦਬਕਾ ਵੀ ਹੁੰਦਾ, ਮਾਮੇ ਨੇ ਵੀ ਰੋਕ ਲੈਣਾ ਸੀਗਾ, ਵੱਡੀ ਭੈਣ ਵੀ ਦਬਕਾ ਮਾਰ ਲੈਂਦੀ ਸੀ, ਸਹਾਰਦੇ ਸੀ। ਹੁਣ ਕਿਸੇ ਦੀ ਗੱਲ ਨਹੀਂ ਸੁਣਦੇ। ਤੇ ਜਦ ਸੋਸ਼ਲ ਮੀਡੀਆ ਨੇ ਵੀ ਜਿਹੜਾ ਕੰਮ ਖਰਾਬ ਕਰ ਦਿੱਤਾ, ਉੱਤੇ ਮੈਸੇਜ ਆਉਣੇ, ਉਹਦੇ ਤੇ ਲੋਕਾਂ ਨੂੰ ਉਕਸਾਉਣਾ, ਉਹਦੇ ਤੋਂ ਲੋਕਾਂ ਨੂੰ ਕਹਿਣਾ ਯਾਰ ਆਹ ਤਾਂ ਅੱਗੇ ਨਿਕਲ ਗਿਆ, ਤੂੰ ਵੀ ਉਹਦੇ ਨਾਲ ਪੜ੍ਹਦਾ ਸੀ, ਤੇਰੇ ਦਿਮਾਗ ਵਿੱਚ ਕੀ ਆ, ਤੇਰੇ ਦਿਮਾਗ 'ਚ ਕੀੜਾ ਵੜਿਆ। ਉਹਨੂੰ ਇਦਾਂ ਦੇ ਮਿਹਣੇ ਮਾਰ ਕੇ ਵੀ ਮਰਨ ਲਈ ਮਜਬੂਰ ਕਰ ਦਿੱਤਾ ਜਾਂਦਾ। ਚੌਥਾ, ਜਦੋਂ ਮਰਦਾ ਬੰਦਾ, ਉਹ ਕਈ ਵਾਰੀ ਪੱਖੇ ਨਾਲ ਜਦੋਂ ਫਾਹ ਲੈਂਦਾ ਵਾ, ਉਹ ਰੱਸਾ ਪਾਉਂਦਾ, ਵੀਡੀਓ ਬਣਾਉਂਦਾ, ਵੀਡੀਓ ਬਣਾ ਕੇ ਉਹਨੂੰ ਵਾਇਰਲ ਕਰਦਾ। ਮਰਨ ਦੇ ਜਿਹੜੇ ਆ ਇਹ ਉਹ ਆਪਣਾ ਤਰੀਕਾ ਦੱਸਦਾ। ਫਿਰ ਆਂਦਾ ਵਿਆਹਾਂ ਦੇ ਵਿੱਚ ਵੀ ਉਹ ਕਮੀਆਂ ਆ ਗਈਆਂ। ਲਵ ਮੈਰਿਜ ਜਿਹੜੀਆਂ ਸਕਸੈਸਫੁਲ ਨਹੀਂ, ਇਹਦੇ ਬੜੇ ਕਾਰਨ। ਸਕਸੈਸਫੁਲ ਨਹੀਂ ਹੋਈਆਂ ਤਾਂ ਮਾਂ ਪਿਓ ਰੋਕਦਾ, ਉਦੋਂ ਰੁਕਦਾ ਨਹੀਂ ਮੁੰਡਾ। ਉਦੋਂ ਕੁੜੀ ਨੂੰ ਸਬਜ਼ ਬਾਗ ਦਿਖਾਉਂਦਾ, ਜਦੋਂ ਕੁੜੀ ਆ ਕੇ ਆਪਣੀ ਕੰਡੀਸ਼ਨਾਂ ਰੱਖਦੀ, ਪੈਸਾ ਮੰਗਦੀ ਹੈ, ਪੈਸਾ ਹੁੰਦਾ ਕੋਈ ਨਹੀਂਗਾ। ਉਹ ਫਿਰ ਸਾਰੇ ਘਰ 'ਚ ਲੜਾਈ ਪੈਂਦੀ ਆ, ਮੁੰਡਾ ਫਿਰ ਹਾਰ ਕੇ ਮਰ ਜਾਂਦਾ। ਉਧਰੋਂ ਮਾਂ ਪਿਓ ਵੀ ਤੰਗ ਕਰਦਾ, ਕੁੜੀ ਦਾ ਮਾਂ ਪਿਓ ਵੀ ਤੰਗ ਕਰਦਾ। ਇੱਦਾਂ ਦੇ ਕਿੰਨੇ ਫੈਕਟਰ ਹੈਗੇ ਲੋਕਾਂ ਦੇ ਵਿੱਚ। ਅੱਗੇ ਲੋਕ ਨਿਮਰਤਾ ਨਾਲ ਰਹਿੰਦੇ ਹੈਗੇ, ਸਾਂਝੀਵਾਲਤਾ ਸੀਗੀ, ਪੈਸੇ ਦੀ ਦੌੜ ਨਹੀਂ ਸੀਗੀ, ਉੱਦਾਂ ਦੀ ਵੱਡੀਆਂ ਮਸ਼ੀਨਰੀ ਨਹੀਂ ਸੀ। ਉਹਨਾਂ ਦੇ ਕਾਰ ਵੀ ਚਾਹੀਦੀ ਹੈ, ਬੁਲਟ ਵੀ ਚਾਹੀਦਾ ਵਾ, ਤੇਲ ਵੀ ਚਾਹੀਦਾ ਵਾ, ਮੋਬਾਈਲ ਵੀ ਚਾਹੀਦਾ ਹੈਗਾ, ਕੱਪੜੇ ਵੀ ਸੋਹਣੇ ਚਾਹੀਦੇ ਆ। ਆਉਣਾ ਕਿੱਥੋਂ? ਅਸਮਾਨ ਤੋਂ ਤਾਂ ਡਿੱਗਣਾ ਨਹੀਂ ਹੈ। ਜੇ ਮਿਹਨਤ ਕਰਨਗੇ, ਸਾਰੇ ਕੰਮ ਕਰਨਗੇ ਰਾਤ ਦਿਨ, ਤੇ ਫਿਰ ਹੀ ਮਿਲਣਾ। ਅੱਗੇ 7-8 ਬੱਚੇ ਹੁੰਦੇ ਸੀ, ਮਾਂ ਇਕੱਲੀ ਪਾਲਦੀ ਸੀ, ਪਿਓ ਦਾ ਕਮਾਈ ਕਰਦਾ ਸੀ, ਮਹਿੰਗਾਈ ਇੰਨੀ ਜ਼ਿਆਦਾ ਨਹੀਂ ਸੀ। ਹੁਣ ਮਹਿੰਗਾਈ ਨੇ ਤਾਂ ਲੱਕ ਤੋੜਤਾ ਲੋਕਾਂ ਦਾ। ਹੁਣ ਆਪਾਂ ਟਮਾਟਰਾਂ ਦੀ ਗੱਲ ਕੀਤੀ, ਟਮਾਟਰ ਹੈ ਨਹੀਂ ਤੇ ਕਿੱਥੋਂ ਟੇਸਟ ਪੈਣੇ ਸਬਜ਼ੀਆਂ ਦੇ, ਤੇ ਕਿੱਥੋਂ ਦੁੱਧ ਆਉਣਾ। ਫਿਰ ਅਸੀਂ ਡੇਅਰੀ ਫਾਰਮਿੰਗ ਕਰਦੇ ਨਹੀਂ। ਡੇਅਰੀ ਅੱਗੇ ਮੱਝਾਂ ਨੂੰ ਪਾਲਣ ਲਈ, ਗਾਵਾਂ ਨੂੰ ਪਾਲਣ ਲਈ ਮੁੰਡੇ ਕੰਮ ਕਰਦੇ, ਕੁੜੀਆਂ ਵੀ ਕੰਮ ਕਰਦੀਆਂ ਸੀ। ਨਾ ਅਸੀਂ ਮੁਰਗੀਆਂ ਪਾਲਦੇ, ਨਾ ਮੱਝਾਂ ਪਾਲਦੇ, ਨਾ ਕੋਈ ਡੇਅਰੀ ਫਾਰਮ ਕਰਦੇ ਆ, ਨਾ ਅਸੀਂ ਘਰ ਦੇ ਕੋਈ ਕੰਮ ਨੂੰ ਮਿਲਦੇ ਆ। ਸਾਡੀ ਦੌੜ ਹੁੰਦੀ ਹੈ ਬਾਹਰ ਚਲੀਏ, ਭਾਵੇਂ ਅਸੀਂ 12 ਪੜ੍ਹੇ ਹਾਂ, ਭਾਵੇਂ ਅਸੀਂ 10 ਪੜ੍ਹੇ ਹਾਂ, ਪਰ ਇਹ ਨਹੀਂ ਵੇਖਦੇ ਸਾਡੇ 'ਚ ਲਿਆਕਤ ਵੀ ਪੂਰੀ ਹੋਣੀ ਚਾਹੀਦੀ ਆ। ਮਾਂ ਪਿਓ ਦੇ ਬੈਂਕ 'ਚ ਕੋਈ ਬੈਲੈਂਸ ਹੈਗਾ ਕਿ ਨਹੀਂ ਹੈਗਾ। ਬਾਪੂ ਵੇਚਦੇ ਜ਼ਮੀਨ, ਵੇਚਦੇ ਪਲਾਟ, ਬਾਪੂ ਕਰਜ਼ਾਈ ਹੋ ਜਾਂਦਾ। ਫਿਰ ਕਿਸ਼ਤਾਂ ਦੇਣ ਲਈ ਉਹ ਆਂਦਾ ਵੀ ਬੈਂਕ ਦੀਆਂ ਕਿਸ਼ਤਾਂ ਦੇਣੀਆਂ, ਮੁੰਡਾ ਦਾ ਕੋਈ ਨਹੀਂ, ਮੈਂ ਕੱਲ੍ਹ ਭੇਜੂ, ਪਰਸੋਂ ਭੇਜੂਗਾ। ਇਹ ਹੋ ਗਿਆ ਇੱਕ ਦੂਜੇ ਤੋਂ ਤੋੜ ਵਿਛੋੜਾ। ਇਹ ਸਾਈਕੀ ਇੰਨੀ ਗਲਤ ਹੋ ਗਈ ਆ, ਕੇਵਲ ਪੰਜਾਬ ਵਿੱਚ ਨਹੀਂ, ਬਾਹਰਲੇ ਸੂਬਿਆਂ 'ਚ ਵੀ ਆ ਗਈ ਆ। ਸੁਸਾਈਡ ਦਾ ਕਾਰਨ ਇਹੀ ਹੈ। ਕਿਸਾਨਾਂ ਦਾ ਵੀ ਇਹੀ ਹੈ, ਕਰਜ਼ਾ ਲੈ ਲੈਂਦੇ ਆ, ਟਰੈਕਟਰ ਲੈ ਲਿਆ ਜੀ, ਉਹਦੇ ਬਾਅਦ ਉਸੇ ਕਰਜ਼ੇ 'ਚ ਕੁੜੀ ਦਾ ਵਿਆਹ ਕਰ ਦਿੱਤਾ ਜੀ, ਉਹਦੇ ਤੋਂ ਹੀ ਮੁੜ ਕੇ ਆਪਣਾ ਖਾਣ ਪੀਣ ਕਰ ਲਿਆ, ਕੱਪੜੇ ਬਣਾ ਲਏ ਮੁੰਡਿਆਂ ਨੇ, ਤੇ ਕਰਜ਼ਾ ਉਹਦੇ ਸਿਰ ਚੜ੍ਹ ਗਿਆ, ਪੈਸਾ ਦਿੱਤਾ ਨਹੀਂ ਜਾਣਾ, ਕਿਸ਼ਤ ਟੁੱਟ ਗਈ, ਉਹਨਾਂ ਟਰੈਕਟਰ ਲੈ ਜਾਣਾ ਤਾਂ ਨਾਲ ਹੀ। ਜਿਹੜੀ ਜ਼ਮੀਨ ਦਾ ਪੈਸਾ ਵਾ ਉਹ ਆਉਣਾ 6 ਮਹੀਨੇ ਬਾਅਦ, ਕਿਸ਼ਤ ਰੋਜ਼ ਮਹੀਨੇ ਬਾਅਦ ਹੀ ਆਉਣੀ। ਹੁਣ ਫਿਰ ਉਹ 2-3 ਲੱਖ 'ਤੇ ਸੁਸਾਈਡ ਕਰ ਰਹੇ ਆ, 4 ਲੱਖ 'ਤੇ ਵੀ ਕਰ ਰਹੇ ਆ। ਇਹ ਵੇਖਣਾ ਚਾਹੀਦਾ ਕਿ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ, ਚਾਦਰ ਤੋਂ ਲੰਬੇ ਪੈਰ ਨਹੀਂ ਕਰਨੇ ਚਾਹੀਦੇ, ਤਾਂ ਕਿ ਪੈਰ ਬਾਹਰ ਰਹਿਣਗੇ ਤੇ ਫਿਰ ਠੰਡ ਨਾਲ ਮਰੂਗਾ ਬੰਦਾ, ਸਾਰਾ ਕੁਝ ਹੁੰਦਾ। ਇਹ
ਗਲਤ ਧਾਰਨਾ ਹੈ। ਬਲਕਾਰ ਜੀ ਕਹਿੰਦੇ ਨੇ ਕਿ ਬੰਦਾ ਨਾ ਦੂਜੇ ਦੇ ਮਤਲਬ ਆਹ ਜੋ ਬੰਦਾ ਹੈ ਨਾ ਆਹ। ਉਹ ਆਪਣੇ ਦੁੱਖ ਤੋਂ ਇੰਨਾ ਦੁਖੀ ਨਹੀਂ ਆਹ ਜਿੰਨਾ ਦੂਜੇ ਦੇ ਸੁੱਖ ਤੋਂ ਦੁਖੀ ਹੈ। ਸਹੀ ਗੱਲ। ਹਾਂ ਉਹ ਨਿਰਾਸ਼ ਹੋ ਜਾਂਦਾ ਵੀ ਇਹ ਉੱਥੇ ਚਲੇ ਗਿਆ, ਉਹ ਉਸੇ ਮੈਂ ਉੱਥੇ ਪਹੁੰਚਣਾ ਸੀਗਾ। ਇੱਕ ਇਦਾਂ ਦੀ ਧਾਰਨਾ ਵੀ ਹੈਗੀ, ਕਿਸੇ ਬੰਦੇ ਨੇ ਕਹਿੰਦੇ ਵੀ ਬਹੁਤ ਵਧੀਆ ਕੰਮ ਕੀਤੇ ਤੇ ਰੱਬ ਨੇ ਉਹਦਾ ਨੇੜੇ ਆ ਕੇ ਉਹਨੂੰ ਪੁੱਛਿਆ ਵੀ ਤੈਨੂੰ ਕੀ ਚਾਹੀਦਾ, ਤੂੰ ਇੰਨੇ ਕੰਮ ਕਰ ਰਿਹਾ, ਤੇਰੇ ਲਈ ਤਾਂ ਬਹੁਤ ਵੱਡਾ ਮਾਨਵਤਾ ਲਈ ਇੰਨਾ ਭਲਾ ਕਰ ਦਿੱਤਾ। ਉਹ ਕਹਿੰਦਾ ਜੀ ਮੈਨੂੰ ਕੀ ਦੋ, ਕਹਿੰਦਾ ਜੇ ਤੂੰ ਇੱਕ ਕੋਠੀ ਮੰਗੇਗਾ ਤੇ ਨਾਲ ਦੀ ਕੋਠੀ ਨਾਲ ਦੇ ਨੂੰ ਮਿਲੂਗੀ, ਗੁਆਂਢੀ ਨੂੰ ਮਿਲੂਗੀ, ਜੇ ਤੂੰ 2 ਮੰਗੇਗਾ ਉਹਨੂੰ 4 ਮਿਲਣਗੀਆਂ। ਤੇ ਉਹਨੇ ਆਖਿਆ, ਉਹ ਆ ਕੇ ਬੰਦਾ ਮਿਲਿਆ ਨਾ ਜਦੋਂ ਆਂਦਾ ਜੀ ਮੇਰੇ ਘਰ ਦੇ ਅੱਗੇ 2 ਟੋਏ ਪੁੱਟੇ ਜਾਣ ਤੇ ਗੁਆਂਢੀ ਦੇ ਅੱਗੇ 4 ਪੁੱਟੇ ਗਏ। ਇਹ ਟੈਂਡੈਂਸੀ ਸਾਡੀ, ਇਹ ਨਹੀਂ ਕਿ ਵੀ ਉਹਦਾ ਵੀ ਕੋਈ ਵਸ ਜੇ, ਰੱਬ ਦਿੰਦਾ ਵਾ ਸਾਰਿਆਂ ਨੂੰ, ਪਰ ਅਸੀਂ ਕਹਿੰਦੇ ਗੁਆਂਢੀ ਨੂੰ ਨਾ ਮਿਲ ਜੇ, ਨਾਲ ਦੇ ਦੂਜੇ ਨਾਲ ਦੇ ਗੁਆਂਢੀ ਨੂੰ ਮਿਲ ਜੇ। ਸਾਡੇ ਜਿਹੜੇ ਮੈਂ ਹੀ ਉੱਪਰ ਰਹਾਂ, ਮੇਰਾ ਹੀ ਨਾ ਹੋਵੇ, ਮੈਂ ਉਹਦੇ ਕੋਲ 2 ਪਲਾਟ ਆ, ਮੇਰੇ ਕੋਲ 10 ਹੋਣੇ ਚਾਹੀਦੇ, ਮੇਰੇ ਕੋਲ 4 ਗੱਡੀਆਂ ਹੋਣੀਆਂ ਚਾਹੀਦੀਆਂ। ਇਹ ਨਹੀਂ ਪਤਾ ਕਿ ਮੈਂ ਬਿਮਾਰ ਪੈ ਕੇ ਹਸਪੀਟਲ ਦੇ ਵਿੱਚ ਮੁੜ ਕੇ ਮਰੂੰਗਾ, ਪਲਾਟ ਮੈਂ ਨਾਲ ਚੁੱਕ ਕੇ ਲੈ ਜਾਊਂਗਾ ਸਾਰਾ ਕੁਝ। ਇਹ ਲਿਆਕਤ ਨਹੀਂ, ਇਹ ਸਮਝ ਨਹੀਂ। ਕਹਿੰਦਾ ਉਹੀ ਹੈ, ਤੇਰੀ ਕਮੀਜ਼ ਮੇਰੀ ਕਮੀਜ਼ ਨਾਲੋਂ ਸਫੇਦ ਕਿਉਂ ਹੈ, ਬਸ ਸਿਆਪਾ ਇਹ ਹੈ। ਉਹੀ ਬਸ ਇੱਥੋਂ ਹੀ ਗੱਲ ਸ਼ੁਰੂ ਹੁੰਦੀ ਹੈ। ਜਿੱਦਾਂ ਤੁਸੀਂ ਗੱਲ ਸੁਣਾਈ ਹੈ, 2 ਦੋਸਤ, ਇੱਕ ਕੋਲ ਘੋੜਾ, ਇੱਕ ਕੋਲ ਖੋਤਾ। ਪੁਰਾਣੇ ਸਮੇਂ ਦੀ ਗੱਲ ਹੈ, ਘੋੜੇ ਦੀ ਵਾਲੇ ਦੀ ਬੜੀ ਇੱਜ਼ਤ ਹੋਇਆ ਕਰੇ ਪਿੰਡ 'ਚ, ਖੋਤੇ ਵਾਲੇ ਦੀ ਉਨੀ ਹੋਇਆ ਨਾ ਕਰੇ। ਤੇ ਹੁਣ ਖੋਤੇ ਵਾਲਾ ਸੜਿਆ ਕਰੇ, ਭਾਵੇਂ ਦੋਸਤ ਨੇ, ਫਿਰ ਵੀ ਉਹ ਕਿਸੇ ਸਿਆਣੇ ਨੂੰ ਕਹਿੰਦਾ ਜੇ ਰੱਬ ਤੋਂ ਕੋਲੋਂ ਆਪਣੀ ਇੱਛਾ ਪੂਰੀ ਕਰਵਾਣੀ ਹੋਵੇ ਤਾਂ ਕੀ ਕਰੀਏ? ਕਹਿੰਦਾ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਕਰ, ਪਾਠ ਕਰਿਆ ਕਰ, ਰੱਬ ਦੇ ਅੱਗੇ ਅਰਦਾਸ ਕਰਿਆ ਕਰ, ਜੋ ਚਾਹੀਦਾ ਮੰਗਿਆ ਕਰ। ਉਹ 6 ਮਹੀਨੇ ਹੋ ਗਏ ਜੀ, ਉਹਦੀ ਇੱਛਾ ਨਹੀਂ ਪੂਰੀ ਹੋਈ। ਉਹ ਫਿਰ ਗਿਆ, ਕਹਿੰਦਾ 6 ਮਹੀਨੇ ਹੋ ਗਏ ਨੇ, ਕਹਿੰਦਾ ਬੇਸਬਰਿਆ, ਕੋਈ ਨਹੀਂ, ਕਰਦਾ ਰਹਿ। ਇੱਕ ਦਿਨ ਸਵੇਰੇ ਉਵੇਂ ਹੀ ਨਿਤਨੇਮ ਕੀਤਾ, ਉਹਨੇ ਅਰਦਾਸ ਕੀਤੀ ਔਰ ਪਾਠ ਕਰਕੇ ਸੌਂ ਗਿਆ। ਥੋੜੀ ਦੇਰ ਬਾਅਦ ਉਹਦੀ ਜਨਾਨੀ ਆਪਣੀ ਰੋਂਦੀ ਆਈ, ਕਹਿੰਦੀ ਕੀ ਹੋਇਆ ਕੀ ਹੋਇਆ? ਕਹਿੰਦਾ ਇਹ ਆਪਣਾ ਖੋਤਾ ਮਰ ਗਿਆ। ਉਹ ਬਾਹਰ ਗਿਆ ਤੇ ਦੇਖਿਆ ਖੋਤਾ ਮਰਿਆ ਪਿਆ। ਰੱਬ ਨੂੰ ਕਹਿੰਦਾ ਮੈਂ ਪਾਠ ਕਰਕੇ ਤੈਨੂੰ ਕਹਿੰਦਾ ਹੁੰਦਾ ਸੀ ਉਹਦਾ ਘੋੜਾ ਮਾਰਨਾ ਤੇ ਤੂੰ ਮੇਰਾ ਖੋਤਾ ਮਾਰ ਦਿੱਤਾ ਹੈ। ਰੱਬ ਬਣ ਕੇ ਬੈਠਾ, ਤੈਨੂੰ ਗਧੇ ਘੋੜੇ ਦਾ ਫਰਕ ਨਹੀਂ ਪਤਾ। ਹੁਣ ਰੱਬ ਦਾ ਕਸੂਰ ਕੱਢਦਾ ਪਿਆ, ਉਹਨੂੰ ਮੇਣਾ ਮਾਰਦਾ ਤੇ ਤੂੰ ਮੰਗਦਾ ਕੀ ਪਿਆ? ਠੀਕ ਹੈ ਨਾ। ਸੋ ਇਨਸਾਨ ਨਾ ਆਪਣੇ ਦੁੱਖ ਤੋਂ ਇੰਨਾ ਦੁਖੀ ਨਹੀਂ ਜਿੰਨਾ ਦੂਸਰੇ ਦੇ ਸੁੱਖ ਤੋਂ ਦੁਖੀ ਹੈ। ਸੋਚ ਹੈ ਨਾ, ਮਾੜੀ ਸੋਚ। ਔਰ ਇਹ ਮਾੜੀ ਸੋਚ ਵੀ ਸਾਨੂੰ ਖੁਦਕੁਸ਼ੀਆਂ ਵੱਲ ਲੈ ਕੇ ਜਾਂਦੀ ਹੈ। ਉਹੀ ਹੈ, ਜ਼ਰੂਰੀ ਨਹੀਂ ਕਿ ਪ੍ਰੈਸ਼ਰ ਹੈਗਾ। ਐਵੇਂ ਹੀ ਸਭ ਕੁਝ ਹੁੰਦੇ ਹਵਾਂਦੇ ਵੀ ਘਰ ਪੂਰਾ ਭਰਿਆ ਹੋਇਆ, ਬਾਲ ਬੱਚੇ ਵਾਲੇ ਵੀ ਕਈ ਵਾਰ ਖੁਦਕੁਸ਼ੀ, ਔਰ ਮਰਨ ਤੋਂ ਪਹਿਲਾਂ ਵੀਡੀਓ ਬਣਾਉਣਗੇ ਮੈਂ ਖੁਦਕੁਸ਼ੀ ਕਿਉਂ ਕਰਨ ਲੱਗਾ। ਦੱਸੋ ਕਮਲਿਓ, ਜ਼ਿੰਦਗੀ ਦੁਬਾਰਾ ਮਿਲਣੀ ਹੈ? ਇਹ ਦੌੜ ਜਿਹੜੀ ਹੈ ਨਾ, ਇਹਨਾਂ ਦੇ ਆਂਦੇ ਨੇ ਵੀ ਅੱਗਾ ਦੌੜ ਪਿੱਛਾ ਚੌੜ, ਜਿਹੜਾ ਹੈ ਨਾ ਪਿੱਛੇ ਛੱਡੀ ਜਾਂਦਾ ਤਾਂ ਅੱਗੇ ਨੂੰ ਭੱਜੀ ਜਾਂਦਾ। ਉਹਨੂੰ ਇਹ ਨਹੀਂ ਪਤਾ ਵੀ ਮੈਂ 2 ਰੋਟੀਆਂ ਖਾਣੀਆਂ, ਦਾਲ ਮਿਲ ਗਈ, ਸਬਜ਼ੀ ਮਿਲ ਗਈ, ਮੈਂ ਖਾ ਕੇ ਸੌਣਾ ਹੋਏਗਾ, ਇੱਕ ਛੱਤ ਮਿਲ ਜੇ ਬਹੁਤ ਵਧੀਆ। ਆਫਟਰ ਆਲ ਤਾਂ ਬੰਦੇ ਨੇ ਸੁੱਖ ਦੀ ਨੀਂਦ ਸੌਣਾ ਹੀ ਆ ਨਾ ਰਾਤ ਨੂੰ। ਤੇ ਜੇ ਵੱਡੇ ਸਿਆਪੇ ਛੇੜ ਲਏ ਤੇ ਉਹਨੇ ਸੁੱਖ ਚੈਨ ਖੋਹ ਲਿਆ ਤੇ ਨੀਂਦ ਉਹਨੂੰ ਆਉਣੀ ਨਹੀਂ, ਮੁੜ ਕੇ ਗੋਲੀਆਂ ਖਾ ਕੇ ਸੌਂਗਾ, ਟੈਬਲੇਟ ਖਾ ਕੇ ਸੌਂਗਾ। ਉਹ ਜ਼ਿੰਦਗੀ ਦਾ ਤੇ ਇਹਦਾ ਜਿਹੜੀ ਸ਼ਾਂਤੀ ਆ ਜਾਂ ਸਕੂਨ ਆ, ਉਹ ਆਪਣਾ ਆਪ ਗਵਾ ਲੈਂਦੇ ਲੋਕ। ਉਸੇ ਕਰਕੇ ਮਾੜੀ ਗੱਲ। ਬਾਬਾ ਜੀ ਵੀ ਕਹਿੰਦੇ ਨੇ ਕਿ ਜਿੱਡਾ ਵੱਡਾ ਸਿਰ ਓਡੀ ਵੱਡੀ ਸਿਰ ਪੀੜਾ। ਇਸ ਕਰਕੇ ਇਹ ਧਿਆਨ ਨਾਲ ਚੱਲਣਾ ਚਾਹੀਦਾ ਹੈ। ਮਾਰਕੀਟ ਵੱਲ ਕਿੰਨਾ ਕੁ ਧਿਆਨ ਦੇਣਾ ਹੈ, ਤੁਸੀਂ ਦੂਜੇ ਵੱਲ ਕਿੰਨਾ ਕੁ ਧਿਆਨ ਦੇਣਾ ਹੈ, ਆਪਣੇ ਵੱਲ ਕਿੰਨਾ ਕੁ ਧਿਆਨ ਦੇਣਾ ਹੈ, ਇਹ ਸਾਰਾ ਕੁਝ ਤੁਹਾਨੂੰ ਇੱਕ ਸੰਤੁਲਨ 'ਚ ਚੱਲਣਾ ਚਾਹੀਦਾ ਹੈ, ਤਾਂ ਤੁਸੀਂ ਖੁਦਕੁਸ਼ੀਆਂ ਤੋਂ ਬਚ ਸਕਦੇ ਹੋ। ਸੋ ਅਗਲੀ ਗੱਲ, UNO ਦੇ ਜਿਹੜੇ ਚੀਫ ਨੇ ਐਂਟੋਨੀਓ ਗੁਟਰੇਜ਼, ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਦੁਨੀਆ ਦੀ ਅੱਧੀ ਆਬਾਦੀ ਕਰਜ਼ੇ ਦੇ ਸੰਕਟ ਵਿੱਚ ਫਸੀ ਹੋਈ ਹੈ। ਕਰੋਨਾ ਤੋਂ ਬਾਅਦ ਤਾਂ ਬਹੁਤ ਮਾਰ ਪਈ, ਮਹਿੰਗਾਈ ਦੀ ਮਾਰ ਤਾਂ ਪੂਰੇ ਮੁਲਕ ਝੇਲਦੇ ਪਏ ਨੇ। ਅਮਰੀਕਾ ਦਾ ਕੀ ਹਾਲ ਹੈ ਮਹਿੰਗਾਈ ਦੇ ਖੇਤਰ ਦੇ ਵਿੱਚ, ਤੁਸੀਂ ਆਪ ਦੇਖੋ, ਬੈਂਕ ਵੀ ਫੇਲ ਹੋ ਰਹੇ ਨੇ, ਅਰਥ ਵਿਵਸਥਾ ਪੂਰੀ ਦੁਨੀਆ ਦੀ ਹਿੱਲੀ ਪਈ ਹੈ। ਗੁਟਰੇਜ਼ ਨੇ ਜਿਹੜਾ ਇਹ G20 ਦਾ ਸੰਮੇਲਨ ਹੋਇਆ, ਉਹਦੇ ਵਿੱਚ ਮੁਖਾਤਬ ਹੋ ਕੇ ਕਿਹਾ ਕਿ ਪੂਰਾ ਆਲਮ, ਪੂਰੀ ਦੁਨੀਆ ਜਿਹੜੀ ਆ ਕਰਜ਼ਾਈ ਹੋ ਗਈ ਆ। ਇਹਦੇ ਵਿੱਚ ਇਹ ਨਹੀਂ ਗਾ ਕਿ ਵਿਕਾਸਸ਼ੀਲ ਜਾਂ ਡਿਵੈਲਪਿੰਗ ਕੰਟਰੀ ਹੈਗੇ, ਬਾਕੀ ਕੰਟਰੀਆਂ ਨੇ ਵੀ ਜਿਹੜਾ ਮੁੱਦਾ ਇੱਥੇ ਆ ਜੋੜਿਆ। ਉਹਨਾਂ ਕਿਹਾ ਕਿ ਪੂਰੀ ਦੁਨੀਆ ਦਾ 3.3 ਅਰਬ ਜਿਹੜੇ ਡਾਲਰ ਨੇ ਉਹ ਜਿਹੜਾ ਹੈਗਾ ਕਰਜ਼ਾਈ ਹੈਗਾ। ਮਤਲਬ ਦੁਨੀਆ ਜਿਹੜੀ ਆ, ਅੱਧਾ ਜਿਹੜਾ ਹਿੱਸਾ ਦੁਨੀਆ ਦੀ ਪਾਪੂਲੇਸ਼ਨ ਦਾ ਉਹ ਕਰਜ਼ਾਈ ਹੈਗਾ, ਵੱਡੇ ਕਰਜ਼ੇ 'ਤੇ। ਔਰ ਉਸ ਕਰਜ਼ੇ ਨਾਲ ਜੇ ਹੈਗਾ ਕਿ ਕਰਜ਼ੇ ਦੀ ਪੰਡ ਸਿਰ 'ਤੇ ਹੈਗੀ ਲੋਕਾਂ ਦੇ, ਪਰ ਆਂਦਾ ਉਹਦੇ ਨਾਲ ਜਿਹੜੇ ਵਿਕਾਸ ਕਰ ਚੁੱਕੇ ਵਿਕਾਸਸ਼ੀਲ ਦੇਸ਼ ਨੇ ਉਹਨਾਂ ਦਾ ਤਾਂ ਮਾੜਾ ਹਾਲ ਰਹੂਗਾ ਹੀ। ਜਿਹੜੇ ਸਮੁੱਚੇ ਤੌਰ 'ਤੇ ਵਿਕਾਸ ਕਰ ਚੁੱਕੇ ਉਹਨਾਂ ਦਾ ਵੀ ਹਾਲਤ ਮਾੜੀ ਹੈ, ਪਤਲੀ ਹੈ, ਕਿਉਂਕਿ ਕੰਪਨੀਆਂ ਹੋ ਗਈਆਂ ਬੰਦ ਉੱਥੇ। ਜੀ। ਜਿੱਦਾਂ ਅਮਰੀਕਾ ਦੀ ਗੱਲ ਕੀਤੀ ਸੀ, ਉੱਥੇ ਬਹੁਤ ਬੈਂਕਾਂ ਜਿਹੜੀਆਂ ਹੈਗੀਆਂ ਸੀ ਉਹ ਖਤਮ ਹੋ ਗਈਆਂ ਸੀ, ਬੰਦ ਕਰ ਦਿੱਤੀਆਂ ਗਈਆਂ। ਇਸ ਕਰਕੇ ਕਿ ਉਹਨਾਂ ਦੇ ਵਿੱਚ ਜਿਹੜੇ ਕਸਟਮਰ ਸੀਗਾ, ਉਹਨਾਂ ਕੋਲ ਪੈਸਾ ਬੈਲੈਂਸ ਸੀਗਾ, ਉਹ ਵੀ ਇਹਨਾਂ ਨਾਲ ਜ਼ਿਆਦਾ ਨਹੀਂ ਸੀ। ਜਿਹੜੀ ਕੰਪਨੀਆਂ ਦਾ ਪੈਸਾ ਸੀ ਉੱਥੇ ਗਿਆ, ਉਹ ਪੈਸਾ ਕਢਵਾ ਕੇ ਲੈ ਗਿਆ ਆਪਣਾ। ਜਦੋਂ ਕੰਪਨੀਆਂ ਬੰਦ ਹੋ ਗਈਆਂ, ਨਾਲ ਬੈਂਕਾਂ ਨੂੰ ਵੀ ਜਿਹੜਾ ਵੱਡਾ ਢਾਹ ਲੱਗੀ। ਇਸੇ ਤਰ੍ਹਾਂ ਜੇ ਸੁਪਰ ਕੰਟਰੀ 'ਚ ਬੈਂਕਾਂ ਦਾ ਇਹ ਹਾਲ ਹੋ ਗਿਆ ਤਾਂ ਬਾਕੀ ਦੇਸ਼ਾਂ ਵਿੱਚ ਕੀ ਹੋਊਗਾ? ਉਹਨਾਂ ਨੇ ਕਹਿਤਾ
ਕਿ ਆਉਣ ਵਾਲਾ ਸਮਾਂ ਜਿਹੜਾ ਬਹੁਤਾ ਧੁੰਦਲਾ ਹੋਊਗਾ। ਇਸ ਕਰਕੇ ਧੁੰਦਲਾ ਹੋਊਗਾ ਕਿ ਲੋਕਾਂ ਦੀ ਮਾਇਕ ਔਕੜ ਜਿਹੜੀ ਹੈਗੀ ਉਹ ਕਿਸੇ ਪਾਸੇ ਨਹੀਂ ਲੱਗ ਸਕਦੀ। ਪਰ ਉਹਨਾਂ ਨੇ ਇੱਕ ਇਹ ਵੀ ਕਿਹਾ ਕਿ ਇਹਦੇ ਵਿੱਚ ਇਹ ਹੈਗਾ ਕਿ ਮੈਨੂਫੈਕਚਰਿੰਗ ਜਿੰਨੀ ਹੋ ਰਹੀ ਹੈ, ਕੰਪਨੀਆਂ ਜੋ ਕੁਝ ਬਣ ਰਿਹਾ, ਜੋ ਕੱਲ੍ਹ ਪੁਰਜੇ ਬਣ ਰਹੇ ਆ, ਸਾਰਾ ਕੁਝ ਹੈਗਾ, ਉਹਨਾਂ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ। ਗੱਡੀਆਂ ਵਹੀਕਲਾਂ 'ਤੇ ਦਿੱਤਾ ਜਾਂਦਾ। ਇਹ ਜਿਹੜੀਆਂ ਇਲੈਕਟ੍ਰੋਨਿਕਸ ਗੱਡੀਆਂ ਉਹਨਾਂ 'ਤੇ ਜ਼ਿਆਦਾ ਦੇ ਦਿੱਤਾ ਹੈਗਾ। ਉਹ ਆਂਦਾ ਉਹ ਅਜਾਸੀ ਅਤੇ ਪੈਸਾ ਵਾਧੂ ਖਰਚ ਕਰਨ ਦਾ ਹੋ ਗਿਆ। ਜਿੱਦਾਂ ਆਪਣੇ ਇੰਡੀਆ 'ਚ ਵੀ ਪਹਿਲਾਂ ਹੁੰਦਾ ਸੀ ਸਾਈਕਲ ਤੋਂ ਬਾਅਦ ਫਿਰ ਅਸੀਂ ਟਾਂਗਾ ਸਾਈਕਲ, ਫਿਰ ਅਸੀਂ ਵਹੀਕਲ ਆ ਗਈਆਂ, ਫਿਰ ਸਾਡੇ ਕੋਲ ਟਰੈਕਟਰਾਂ ਤੋਂ ਬਾਅਦ ਫਿਰ ਗੱਡੀਆਂ ਲਗਜ਼ਰੀ ਆ ਗਈਆਂ, ਫਿਰ BMW ਗੱਡੀਆਂ ਆ ਗਈਆਂ, ਹੈ ਨਾ, ਮਰਸਡੀਜ਼ ਗੱਡੀਆਂ ਆ ਗਈਆਂ, ਉਹਦੇ ਵਿੱਚ ਸਾਡੇ ਕੋਲ ਫਾਰਚੂਨਰ ਆ ਗਈਆਂ, ਕਈ ਤਰ੍ਹਾਂ ਦੀਆਂ ਗੱਡੀਆਂ ਆ ਗਈਆਂ। ਫਿਰ ਐਂਬੈਸਡਰ ਗੱਡੀ ਗਈ, ਹੈ ਨਾ। ਫਿਰ ਉਹ ਤੋਂ ਬਾਅਦ ਬਾਕੀ ਹੁਣ ਤਾਂ ਪਤਾ ਨਹੀਂ ਕੀ ਕੁਛ ਆ ਗਿਆ। ਜਿਹੜੇ ਬਾਈਕਸ ਹੈ ਉਹ ਵੀ 20-35 ਲੱਖ ਦੇ ਉਹ ਬਾਈਕ ਹੀ ਆਉਂਦੇ ਆ। ਔਰ ਇਹ ਜਿਹੜਾ ਪੈਸਾ ਹੁੰਦਾ ਜਾਈ ਜਾ ਰਿਹਾ ਹੈਗਾ। ਫਿਰ ਕਰਜ਼ੇ ਦੀ ਜਿਹੜੀ ਲੱਤ ਆ ਉਹ ਲੋਕਾਂ ਦੇ ਸਿਰ 'ਤੇ ਚੜ੍ਹ ਗਈ ਹੈਗੀ ਆ। ਔਰ ਉਹ ਇੱਕ ਸਿਰਫ ਪੰਜਾਬ 'ਚ ਜਾਂ ਇੰਡੀਆ 'ਚ ਨਹੀਂ ਹੈਗੀ, ਇਹ ਸਾਰੇ ਦੇਸ਼ਾਂ ਵਿੱਚ ਗਲਤ ਹੋ ਗਈ ਆ। ਤੇ ਜਾਂ ਕਿ ਜਿਹੜਾ ਨਸ਼ੇ ਦੀ ਆੜ ਲੈ ਰਹੇ ਲੋਕ, ਐਕਸੀਡੈਂਟ ਬਹੁਤ ਹੋ ਰਹੇ ਆ। ਐਕਸੀਡੈਂਟ ਜਿਹੜੇ ਆ ਲੋਕਾਂ ਦੀ ਮਾਰੂ ਜਿਹੜਾ ਨੁਕਸਾਨ ਪਹੁੰਚਾ ਰਹੇ ਆ। ਔਰ ਉਹਦਾ ਜਿਹੜਾ ਖਮਿਆਜਾ ਭੁਗਤਣਾ ਲੋਕਾਂ ਦੇ, ਉਹਨਾਂ ਦੇ ਮਾਪਿਆਂ ਨੂੰ ਹੈਗਾ, ਸਰਕਾਰ ਨੂੰ ਹੈਗਾ। ਕਹਿੰਦੇ ਜਦੋਂ ਨੌਜਵਾਨ ਹੀ ਇਸ ਰਾਹ ਪੈ ਗਿਆ, ਉਲਟੀ ਰਾਹ ਪੈ ਗਿਆ, ਤਾਂ ਫਿਰ ਦੇਸ਼ ਦਾ ਕੀ ਹੋਊਗਾ? ਉਹਦੀ ਵਾਗਡੋਰ ਕੌਣ ਫੜੂਗਾ ਅਤੇ ਕੌਣ? ਉਹਦੇ ਬੜੇ ਵੱਡੇ ਭਾਸ਼ਣ ਦੇ ਵਿੱਚ ਉਹਨਾਂ ਨੇ ਕਿਹਾ, ਜਦੋਂ ਕਿ ਸਾਰੀ ਦੁਨੀਆ ਦੇ ਲੋਕ ਬੈਠੇ ਸੀ, ਉਹਦੇ ਵਿੱਚ ਰਿਪਰੈਜ਼ੈਂਟੇਟਿਵ ਬੈਠੇ ਸੀ, ਉਹਨਾਂ ਨੇ ਤਾੜੀ ਵੀ ਮਾਰੀ ਔਰ ਵੇਖਿਆ ਕਿ ਜਿੱਥੋਂ ਬੋਲ ਰਹੇ ਆ ਉਹ ਹਰ ਦੇਸ਼ 'ਤੇ ਇਹ ਲੱਗ ਰਿਹਾ। ਇਹ ਲੱਗਦਾ ਵੀ ਇਹ ਬਿਮਾਰੀ ਹਰ ਦੇਸ਼ ਨੂੰ ਹੈ। ਜਦੋਂ ਕਹੇ ਕਿ ਮੇਰਾ ਸਿਰ ਦੁਖਦਾ ਬੰਦਾ ਆਂਦਾ, ਉਹ ਆਂਦਾ ਸਿਰ ਕਿੱਥੋਂ ਦੁਖਦਾ? ਆਂਦਾ ਜੀ ਗਿੱਚੀ ਤੋਂ ਦਿਖਦਾ। ਉਹ ਫਿਰ ਸਾਰਿਆਂ ਨੂੰ ਦੇਖਦਾ ਵੀ ਯਾਰ ਮੇਰਾ ਵੀ ਸਿਰ ਦੁਖਦਾ ਹੈ ਸਵੇਰੇ, ਦੁਕਾਲਾਂ ਨੂੰ ਮੇਰਾ ਵੀ ਦੁਖਦਾ ਹੈਗਾ। ਫਿਰ ਕਈ ਜਾਂਦਾ, ਕਈ ਜਨਾਨੇ ਵੀ ਆਉਂਦੀਆਂ ਜੀ ਮੇਰੇ ਨੂੰ ਮਾਈਗ੍ਰੇਨ ਹੋਇਆ, ਮੇਰੇ ਵੀ ਹੁੰਦਾ। ਉਹ ਫਿਰ ਸਾਰੀ ਬਿਮਾਰੀ ਇੱਕੋ ਤਰ੍ਹਾਂ ਦੀ ਲੱਗਦੀ ਕਿ ਯਾਰ ਇਹ ਯੂਨੀਵਰਸਲ ਹੋ ਗਈ। ਇਹ ਹੁਣ ਜਿਹੜੀ ਆ ਬਿਮਾਰੀ ਹੈ ਜਿਹੜੀ ਲੋਕਾਂ ਦੇ ਮਾਇਕ ਔਕੜਾ, ਕਰਜ਼ੇ ਦੀ ਪੰਡ ਜਿਹੜੀ ਹੈਗੀ ਹੈ, ਉਹ ਲੋਕਾਂ ਨੇ ਕਹਿਤਾ ਵੀ ਸਾਰੇ ਲੋਕ ਸਫਰਰ ਆਏ ਤੋਂ, ਸਾਰੇ ਸਫਰਰ ਨੇ। ਨੌਕਰੀਆਂ ਜਾ ਰਹੀਆਂ ਨੇ, ਤਨਖਾਹਾਂ ਘਟਦੀਆਂ ਜਾ ਰਹੀਆਂ, ਪੈਨਸ਼ਨਸ ਖਤਮ ਹੋ ਰਹੀਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਣ ਤੇ ਕਰਜ਼ਾ ਹੀ ਕਰਜ਼ਾ ਹੈ। ਹਰ ਬੰਦੇ ਨੂੰ ਕਰਜ਼ਾ ਭੁਗਤਣਾ ਪੈ ਰਿਹਾ। ਔਰ ਕਹਿੰਦੇ ਨੇ ਕਿਸੇ ਨੂੰ ਆਪਣਾ ਗੁਲਾਮ ਬਣਾਉਣਾ ਹੋਵੇ ਨਾ, ਉਹਨੂੰ ਆਪਣਾ ਕਰਜ਼ਾਈ ਬਣਾ ਲਓ, ਆਪੇ ਉਹ ਗੁਲਾਮ ਬਣ ਗਿਆ। ਸੋ ਇਸ ਵਕਤ ਦੁਨੀਆ ਵਾਕਈ ਇਸ ਮਾਲੀ ਸੰਕਟ ਵਿੱਚ ਫਸੀ ਹੋਈ ਹੈ। ਪੂਰੀ ਵਰਲਡ ਮਾਰਕੀਟ ਜਿਹੜੀ ਹਿੱਲੀ ਪਈ ਹੈ। ਪਿੱਛੇ ਜਿਹੇ ਤਾਂ ਇਹ ਗੱਲ ਕਰਨ ਲੱਗ ਪਈ ਸੀ ਕਿਤੇ ਕ੍ਰੈਸ਼ ਹੀ ਨਾ ਹੋ ਜਾਏ। ਖੈਰ ਕ੍ਰੈਸ਼ ਤਾਂ ਨਹੀਂ ਹੋਣ ਦਿੰਦੇ, ਕਿਉਂਕਿ ਸਾਰੇ ਐਕਸਪਰਟ ਨੇ, ਬੈਠੇ ਹੋਏ ਨੇ, ਔਰ ਉਹਨਾਂ ਨੂੰ ਪਤਾ ਹੈ ਜੇ ਸਾਰੇ ਡੁੱਬਣਗੇ ਤਾਂ ਸਾਨੂੰ ਵੀ ਡੁੱਬਣਾ ਪੈਣਾ। ਇਸ ਕਰਕੇ ਆਪਣੇ ਬਚਾਅ ਵਾਸਤੇ, ਆਪਣੇ ਸਰਵਾਈਵਲ ਵਾਸਤੇ ਸਭ ਨੂੰ ਜਿਉਂਦਾ ਰੱਖਣਾ ਜ਼ਰੂਰੀ ਹੈ। ਪਰ ਇਹਦੇ ਵਿੱਚ ਜਿਹੜੇ ਮੁੱਠੀ ਭਰ ਲੋਕ ਨੇ ਨਾ, ਜਿਹਨਾਂ ਨੂੰ ਆਪਾਂ ਆਨੇ ਕਾਰਪੋਰੇਟ ਆਉਂਦੇ ਆ, ਸਾਰੇ ਦੇਸ਼ਾਂ 'ਚ ਬੈਠੇ ਆ, ਇੰਡੀਆ 'ਚ ਵੀ ਹੈਗੇ, ਉੱਥੇ ਵੀ ਹੈਗੇ। ਪਰ ਜਿਹੜੇ ਮੁੱਠੀ ਭਰ ਲੋਕ ਆ, ਜਿਹਨਾਂ ਪੈਸਾ ਇਕੱਠਾ ਕਰਕੇ ਲੋਕਾਂ 'ਤੇ ਆਪਣਾ ਹੁਕਮ ਕਰ ਰਹੇ ਆ ਜਾਂ ਲੋਕਾਂ ਨੂੰ ਗੁਲਾਮ ਬਣਾ ਰਹੇ ਆ, ਉਹ ਸਿਰਫ ਇੰਡੀਆ ਵਿੱਚ ਨਹੀਂ ਜਾਂ ਪੰਜਾਬ ਵਿੱਚ ਨਹੀਂ ਜਾਂ ਸਾਰੀ ਦੁਨੀਆ 'ਚ ਹੈਗਾ। ਉਹਨਾਂ ਦੇ ਬਲਬੂਤੇ ਹੀ ਸਰਕਾਰਾਂ ਚੱਲਦੀਆਂ। ਇੰਡੀਆ ਦੀ ਸਰਕਾਰ ਜੇ ਅਸੀਂ ਕਹਿ ਲਈਏ, ਜੇ ਮੌਜੂਦਾ ਸਰਕਾਰ ਨੂੰ ਚਲਾਉਣ ਵਾਲੇ 4-5 ਕਾਰਪੋਰੇਟ ਆ, ਉਹ ਬਾਕੀ ਸੂਬਿਆਂ 'ਚ ਵੀ ਬੈਠੇ ਆ ਔਰ ਬਾਕੀ ਦੇਸ਼ਾਂ ਵਿੱਚ ਵੀ ਬੈਠੇ ਆ। ਅਮਰੀਕਾ 'ਚ ਵੀ ਹੈਗੇ। ਉਹ ਜਦੋਂ ਡਾਲਰ ਬਣਦਾ ਜਾਂ ਉਹਦੇ 'ਤੇ ਬਣਾਉਂਦੇ, ਉਹਦੀ ਕੀਮਤ ਵੱਧਦੀ ਘਟਦੀ ਹੈਗੀ, ਉਹਨਾਂ ਦੇ ਆਸਰੇ ਹੁੰਦੀ ਹੈ, ਉਹਨਾਂ ਦੇ ਸਹਾਰੇ ਨਾਲ ਬਣਦੇ ਆ। ਸਰਕਾਰਾਂ ਵੀ ਉਹੀ ਚਲਾਉਂਦੇ ਆ। ਪਰ ਜਦੋਂ ਇਹਨਾਂ ਨੂੰ ਇਹ ਚਾਹੀਦਾ ਹੈਗਾ ਕਿ ਜਿੱਥੇ ਕਾਣੀ ਵਾਂਡੇ ਨੂੰ ਕਹਿੰਦੇ ਆ, ਜਿੱਥੇ ਤੇ ਪੈਸਾ ਬਟੋਰ ਕੇ 10 ਬੰਦੇ ਲੈ ਜਾਂਦੇ, 15 ਲੈ ਜਾਂਦੇ ਆ, ਉਹਦੇ ਵਿੱਚ ਫਿਰ ਕੀ ਆਜ਼ਾਦੀ ਹੈ, ਫਿਰ ਕੀ ਕਨਸਟੀਟਿਊਸ਼ਨ ਆ, ਕੀ ਇਕੁਐਲਿਟੀ ਹੈ, ਕੀ ਲੋਕਾਂ ਦੀ ਬਰਾਬਰਤਾ ਵਾ, ਕੀ ਲੋਕਾਂ ਦਾ ਬਰਾਬਰਤਾ ਦਾ ਅਧਿਕਾਰ ਹੈਗਾ। ਉੱਥੇ ਸਾਰੇ ਨਗੂਣੇ ਤੇ ਨਿਕੰਮੇ ਹੋ ਜਾਂਦੇ ਕੰਮ। ਕਹਿੰਦੇ ਨੇ ਨਾ ਕਿ ਇੱਕ ਕਲੱਬ ਹੈ ਪੂਰੀ ਦੁਨੀਆ ਦੇ ਵਿੱਚ ਜੋ ਸੁਣਨ ਚਾਹੁੰਦਾ ਹੈ, ਨੈਟ ਤੇ ਵੀ ਸੁਣੀਦਾ ਹੈ, ਔਰ ਵੱਡੇ ਲੋਕ ਵੀ ਕਹਿੰਦੇ ਨੇ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਕਲੱਬ ਹੈ ਬਹੁਤ ਵੱਡਾ, ਬਹੁਤ ਪੈਸੇ ਵਾਲਿਆਂ ਦਾ। ਉਹ ਕਦੀ ਸਾਹਮਣੇ ਨਹੀਂ ਆਉਂਦੇ, ਛੁਪੇ ਰਹਿੰਦੇ ਨੇ, ਉਹ ਪੂਰੀ ਦੁਨੀਆ ਨੂੰ ਕੰਟਰੋਲ ਕਰਦੇ ਨੇ। ਔਰ ਉਸ ਕਲੱਬ ਵਿੱਚ ਸਾਡੀ ਤਾਂ ਐਂਟਰੀ ਨਹੀਂ ਹੈਗੀ। ਭਾਈ ਵੀਰ ਸਿੰਘ ਦੀਆਂ ਲਾਈਨਾਂ ਯਾਦ ਨਹੀਂ, ਛੁਪੇ ਹੋਣ ਦੀਆਂ ਨਾ, ਛੁਪੇ ਦੀ ਗੱਲ ਕੀਤੀ ਹੈ। ਕਹਿੰਦੇ ਮੇਰੀ ਛੁਪੇ ਰਹਿਣ ਦੀ ਚਾਹਤ ਤੇ ਛੁਪ ਤੁਰ ਜਾਣ ਦੀ, ਹਾਏ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਇਹੀ ਛੁਪ ਜਾਣ ਦੀ ਹੈ ਕਿ ਜਦੋਂ ਕੋਈ ਆਉਂਦਾ ਵੀ ਮੈਂ ਆਹ ਕਰ ਲਾਂ, ਉਹ ਕਰ ਲਾਂ, ਉਹ ਜਦੋਂ ਪੂਰੀ ਨਹੀਂ ਹੁੰਦੀ ਤਾਂ ਉਹ ਤੁਰਦਾ ਜਾ ਰਿਹਾ, ਉਹ ਵਾਪਸ ਜਾ ਰਿਹਾ। ਉਹਦੀ ਮੌਤ ਦਾ ਜਿਹੜਾ ਸੁਨੇਹਾ ਆ ਰਿਹਾ, ਉਹ ਆਂਦਾ ਨਾ ਚਾਹਤਾਂ ਪੂਰੀਆਂ ਨਹੀਂ ਹੁੰਦੀਆਂ, ਲਾਲਸਾ ਪੂਰੀਆਂ ਨਹੀਂ ਹੁੰਦੀਆਂ। ਬੰਦਾ ਉਸੇ ਤਰ੍ਹਾਂ ਦਾ, ਮਹਾਤਮਾ ਬੁੱਧ ਨੇ ਕਿਹਾ ਲਾਲਚੀ ਬੰਦਾ ਹੋ ਕੇ, ਜਾਂ ਜਿਹੜੇ ਅਸ਼ਟਮਾਰਗ ਦੱਸਿਆ, ਉਹ ਆਂਦੇ ਇਨਲਾਈਟਮੈਂਟ ਤਾਂ ਹੌਲੀ ਹੁੰਦੀ ਜਿਹਨੂੰ ਹੋਣੀ ਆ, ਪਰ ਅਸ਼ਟਮਾਰਗ 'ਤੇ ਚੱਲ ਕੇ ਲਾਲਚੀ ਨਾ ਬਣੋ। ਜੇ ਲਾਲਚੀ ਬਣੋਗੇ ਤਾਂ ਫਿਰ ਤੁਹਾਡੇ ਰਹਿਣ ਦੀ, ਵਸਣ ਦੀ, ਹੈ ਨਾ, ਹੱਸਣ ਦੀ ਸਾਰੀ ਕੈਪੈਸਿਟੀ ਖਤਮ ਹੋ ਜਾਂਦੀ। ਲਾਲਚ ਹਰ ਬੁਰਾਈ ਦੀ ਜੜ। ਜੀ ਛੱਡ ਦੇਣਾ ਚਾਹੀਦਾ, ਕਿਉਂਕਿ ਜਿੰਨੇ ਅਸੀਂ ਮਸਲੇ ਡਿਸਕਸ ਕਰਦੇ ਆ ਨਾ ਕਰਪਸ਼ਨ ਦੇ, ਉਹਦੀ ਜੜ 'ਚ ਲਾਲਚ ਹੀ ਬੈਠਾ। ਲਾਲਚ, ਬਿਲਕੁਲ। ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਬਲਕਾਰ ਜੀ ਚੱਲਦੇ ਜੀ, ਜ਼ਰੂਰ ਜੀ, ਸਤਿ ਸ੍ਰੀ ਅਕਾਲ।